अपना सिर कलम करना, लिखण बहना मौत है। हर शब्द दे जन्म दी पीड़ा नूं सहना मौत है। कदरदानो शेर दी कुछ कदर पाउणी सिख लो, शेर सुनना जिंदगी है, शायर कहाउणा मौत है। पर उस समय जो छत्रपति ने देण दित्ती, अज दा मीडिया की उस दे नक्शे कदमां ते चल रहा है कि अज भी फाशीवाद ਅਤੇ ਇਹੋ ਜਿਹੇ ਪਖੰਡਵਾਦ ਦੇ ਸੰਬੰਧ ਦੇ ਵਿੱਚ ਮੀਡੀਆ ਦਾ ਕੋਈ ਦ੍ਰਿੜ ਸਟੈਂਡ ਹੈ? ਹੋਰ ਲੱਗੀ ਇਸ ਗੱਲ ਤੇ ਕਿ ਜਿਹੜੀ ਗੱਲ ਅਸੀਂ ਕਹਿ ਰਹੇ ਸੀਗੇ ਸਾਰੇ ਕਿ ਰਾਮਚੰਦਰ ਛਤਰਪਤੀ ਦੇ ਕਤਲ ਦੇ ਪਿੱਛੇ ਗੁਰਮੀਤ ਰਾਮ ਰਹੀਮ ਤੇ ਉਸਦੇ ਕਰਿੰਦੇ ਸ਼ਾਮਲ ਨੇ ਜੀ। ਅੱਜ ਤੱਕ ਕਈ ਲੋਕ ਕਹਿਣਗੇ ਅਸੀਂ ਕੋਸ਼ਿਸ਼ਾਂ ਕੀਤੀਆਂ, ਅਸੀਂ ਕੀਤੀਆਂ, ਪਰ ਜੋ ਕੰਮ ਉਸਨੇ ਕੀਤਾ ਉਸ ਇਲਾਕੇ ਵਿੱਚ ਰਹਿ ਕੇ ਸ਼ੇਰ ਦੀ ਜਾੜ ਵਿੱਚ, ਇਹ ਜਾਨ ਜੋਖਮ ਵਾਲਾ ਕੰਮ ਸੀ। ਜੇ ਛਤਰਪਤੀ ਉਹ ਚਿੱਠੀ ਨੂੰ ਨਾ ਛਾਪਦੇ, ਜੋ ਕੰਮ ਨਾ ਕਰਦੇ, ਤਾਂ ਜੇ ਇਤਿਹਾਸ ਕੀ ਹੁੰਦਾ? ਜਿਹੜੀ ਚਿੱਠੀ ਜ਼ਾਹਰ ਹੋਈ, ਉਹ ਚਿੱਠੀ ਜੋ ਸਾਧਵੀਆਂ ਨੇ ਲਿਖੀ, ਉਹ ਚਿੱਠੀ ਦੇ ਵਿੱਚ ਕੀ ਉਹਨਾਂ ਨੇ ਅੰਕਿਤ ਕੀਤਾ ਤੇ ਕਿਸ ਕਿਸ ਨੂੰ ਉਹ ਚਿੱਠੀ ਭੇਜੀ, ਜਿਹੜੀ ਕਿ ਬਾਅਦ ਦੇ ਵਿੱਚ ਰਾਮਚੰਦਰ ਛਤਰਪਤੀ ਕੋਲ ਪਹੁੰਚੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਹਿੰਦੇ ਕਿ ਜਦੋਂ ਉਸੇ ਗਲਿਆਰਿਆਂ ਦੇ ਵਿੱਚ ਇਹ ਚਿੱਠੀ ਵੰਡੀ ਗਈ ਤੇ ਬਹੁਤ ਸਾਰੇ ਐਸੇ ਸਨ ਜਿਹੜੇ ਗੱਲ ਕਰਨ ਨੂੰ ਤਿਆਰ ਨਹੀਂ ਸਰ। ਪੱਤਰਕਾਰ ਦਾ ਕਤਲ, ਔਰਤਾਂ ਨਾਲ ਜਿਹੜੀ ਕੁਕਰਮ, ਕਮਾਲ ਦੀ ਗੱਲ ਹੈ। ਤੁਹਾਨੂੰ ਇਹ ਗੱਲਾਂ ਛੋਟੀਆਂ ਲੱਗਦੀਆਂ ਸੀਗੀਆਂ ਕਿ ਜੇ ਸ਼ੇਰ ਗਿੱਦੜ ਸ਼ੇਰ ਦੀ ਖੱਲ ਪਾ ਲਵੇ ਤਾਂ ਸ਼ੇਰ ਨਹੀਂ ਬਣ ਜਾਊਗਾ। ਬਿਲਕੁਲ। ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਸਵਾਗਤ ਹੈ। ਪੱਤਰਕਾਰ ਰਾਮਚੰਦਰ ਛਤਰਪਤੀ ਇੱਕ ਐਸਾ ਨਾਂ ਹੈ ਕਿ ਕੌਮਾਂਤਰੀ ਪੱਧਰ ਤੇ ਜਿੱਥੇ ਵੀ ਅਸੀਂ ਮੀਡੀਆ ਨਾਲ ਜੁੜੇ ਹੋਏ ਹਾਂ, ਸਾਡਾ ਫਖਰ ਨਾਲ ਸਿਰ ਉੱਚਾ ਹੁੰਦਾ ਹੈ ਕਿ ਇੱਕ ਐਸਾ ਸ਼ਖਸ ਜਿਸ ਨੇ ਆਪਣੀ ਜ਼ਿੰਦਗੀ ਉਸ ਉਦੇਸ਼ ਨੂੰ ਸਮਰਪਿਤ ਕਰ ਦਿੱਤੀ ਜਿਹੜਾ ਕਿ ਸਮੇਂ ਦੀ ਸ਼ਤਾਬਦੀ, ਫਾਸ਼ੀਵਾਦ ਅਤੇ ਉਹਨਾਂ ਤਾਕਤਾਂ ਦੇ ਖਿਲਾਫ ਸੀ ਜਿਹੜੀਆਂ ਧਰਮ ਦੇ ਕਲਾਵੇ ਦੇ ਵਿੱਚ ਜਿਸ ਤਰੀਕੇ ਨਾਲ ਕੁਕਰਮ ਕਰਦੀਆਂ ਨੇ। ਸਾਡਾ ਮਕਸਦ ਹੈ ਕਿ ਉਸ ਵੇਲੇ ਇੱਕ ਪਖੰਡੀ ਡੇਰਾ ਸੌਦਾ ਸਾਧ ਜਿਸ ਦੀਆਂ ਕਰਤੂਤਾਂ ਨੂੰ ਨੰਗਿਆਂ ਕਰਨ ਵਾਲਾ ਪੱਤਰਕਾਰ ਛਤਰਪਤੀ ਸ਼ਹੀਦ ਹੋਇਆ। ਇਹ ਇਤਿਹਾਸਕ ਦਿਨ 21 ਨਵੰਬਰ ਦਾ ਸੀ ਤੇ ਸਨ 2002। ਜ਼ਰਾ ਪਿੱਛੇ ਝਾਤੀ ਮਾਰੀਏ, ਉਸ ਵਿਅਕਤੀ ਨੇ ਆਪਣਾ ਜੋ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ, ਉਸ ਦੇ ਵਿੱਚ ਵਕਾਲਤ ਨੂੰ ਛੱਡ ਕੇ ਪੱਤਰਕਾਰੀ ਵੱਲ ਆਇਆ ਤੇ ਪੂਰਾ ਸੱਚ ਅਖਬਾਰ ਸਰਸਾ ਤੋਂ ਕੱਢਿਆ। ਸਰਸਾ ਦੇ ਵਿੱਚ ਹੀ ਇਸ ਪਖੰਡੀ ਦਾ ਨਿਵਾਸ ਸੀ ਜਿਸ ਨੇ ਕਿ ਜਿਸ ਤਰ੍ਹਾਂ ਦੇ ਕੁਕਰਮ ਕੀਤੇ ਉਸ ਦੀ ਗੱਲਬਾਤ ਅੱਗੇ ਜਾ ਕੇ ਕਰਾਂਗੇ। ਪਰ ਉਸ 'ਤੇ ਹਮਲਾ ਕੀਤਾ ਗਿਆ, ਜਾਨਲੇਵਾ ਹਮਲਾ, ਜੋ ਕਿ ਅਕਤੂਬਰ ਮਹੀਨੇ ਦੌਰਾਨ ਹੋਇਆ ਤੇ ਨਵੰਬਰ ਤੱਕ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ। 27 ਦਿਨਾਂ ਦੇ ਬਾਅਦ ਆਖਰੀ ਸਵਾਸ ਲਏ ਅਤੇ ਇਹੋ ਜਿਹੇ ਪੱਤਰਕਾਰ ਨੂੰ ਸ਼ਹੀਦ ਪੱਤਰਕਾਰ ਕਿਹਾ ਜਾ ਸਕਦਾ ਹੈ। ਪਰ ਉਸ ਸਮੇਂ ਜੋ ਛਤਰਪਤੀ ਨੇ ਦੇਣ ਦਿੱਤੀ, ਅੱਜ ਦਾ ਮੀਡੀਆ ਕੀ ਉਸ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ ਹੈ ਕਿ ਅੱਜ ਵੀ ਫਾਸ਼ੀਵਾਦ ਅਤੇ ਇਹੋ ਜਿਹੇ ਪਖੰਡਵਾਦ ਦੇ ਸੰਬੰਧ ਦੇ ਵਿੱਚ ਮੀਡੀਆ ਦਾ ਕੋਈ ਦ੍ਰਿੜ ਸਟੈਂਡ ਹੈ ਜਾਂ ਫਿਰ ਗੋਦੀ ਮੀਡੀਆ ਬਣਿਆ ਹੋਇਆ, ਤੇ ਕਿਸ ਤਰੀਕੇ ਨਾਲ ਤਾਕਤਵਰ ਲੋਕ ਜਾਂ ਸਰਕਾਰਾਂ ਆਪਣੇ ਹਿੱਤ ਦੇ ਵਿੱਚ ਸਾਰਾ ਕੁਝ ਵਰਤ ਰਹੀਆਂ ਨੇ। ਇਹਨਾਂ ਗੱਲਾਂ ਤੇ ਕੇਂਦਰਿਤ ਹੋ ਕੇ ਇਹ ਵਿਚਾਰ ਸਾਂਝੇ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚ ਮੁੱਖ ਮਹਿਮਾਨ ਸਾਡੇ ਬੁਲਾਰੇ ਨੇ ਅੱਜ ਗੁਰਪ੍ਰੀਤ ਸਿੰਘ ਜੀ, ਜਿਹੜੇ ਕਿ ਰੌਸ਼ਨੀ ਪਾਉਣਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ ਮੰਚ ਮੁਹੱਈਆ ਕਰਨ ਲਈ। ਰਾਮਚੰਦਰ ਛਤਰਪਤੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਮੈਨੂੰ ਬਹੁਤ ਫਖਰ ਹੈ ਤੁਹਾਡੇ 'ਤੇ ਕਿ ਤੁਸੀਂ ਇਸ ਕਿਸਮ ਦੀ ਡਿਸਕਸ਼ਨ ਕਰ ਰਹੇ ਹੋ। ਸ਼ੁਕਰੀਆ ਗੁਰਪ੍ਰੀਤ ਸਿੰਘ। ਤੁਸੀਂ ਅੱਜ ਇੱਕ ਬੁਲਾਰੇ ਦੇ ਤੌਰ 'ਤੇ ਸਾਡੇ ਨਾਲ ਹੋ, ਖੁਦ ਪੱਤਰਕਾਰੀ ਖੇਤਰ ਦੇ ਨਾਲ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਤੁਹਾਡਾ ਵਾਸਤਾ ਹੈ। ਸੋ ਸਭ ਤੋਂ ਪਹਿਲਾਂ ਕਿ ਜੋ ਰਾਮਚੰਦਰ ਛਤਰਪਤੀ ਜਿਸ ਨੇ ਕਿ ਪੱਤਰਕਾਰੀ ਦਾ ਖੇਤਰ, ਵਕਾਲਤ ਦਾ ਖੇਤਰ ਛੱਡ ਕੇ ਅਪਣਾਇਆ ਤੇ ਥੋੜ੍ਹੇ ਜਿਹੇ ਚਿਰ ਦੇ ਵਿੱਚ ਹੀ, 1 ਸਾਲ ਨਹੀਂ ਬਲਕਿ ਕੁਝ ਮਹੀਨਿਆਂ ਦੇ ਵਿੱਚ ਹੀ ਉਹ ਜ਼ਿੰਦਗੀ ਤੋਂ ਆਪਣੀ ਸਮਰਪਣ ਕਰਕੇ ਚਲਿਆ ਗਿਆ, ਸ਼ਹੀਦ ਹੋ ਗਿਆ। ਲੋਕੀ ਸਾਰੀ ਜ਼ਿੰਦਗੀ ਪੱਤਰਕਾਰੀ ਕਰਦੇ ਰਹਿੰਦੇ ਨੇ, ਕੋਈ ਕਦੇ ਜ਼ਿਕਰ ਨਹੀਂ ਹੁੰਦਾ। ਸੋ ਰਾਮਚੰਦਰ ਛਤਰਪਤੀ ਦੀ ਸ਼ਖਸੀਅਤ ਤੇ ਉਸ ਦੀ ਪੱਤਰਕਾਰੀ ਬਾਰੇ ਅਸੀਂ ਗੱਲਬਾਤ ਦੇ ਆਰੰਭ ਤੋਂ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਦੇਖੋ, ਰਾਮਚੰਦਰ ਛਤਰਪਤੀ ਨੂੰ ਕਦੇ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ ਜੀ, ਨਾ ਕਦੇ ਸਿੱਧੇ ਤੌਰ 'ਤੇ ਉਹਨਾਂ ਨਾਲ ਗੱਲਬਾਤ ਹੋਈ। ਤੁਸੀਂ ਇਹ ਕਹਿ ਲਓ ਕਿ ਚਲੋ ਸਿਤਮ ਦੀ ਗੱਲ ਸੀ ਕਿ ਉਹਨਾਂ ਦਾ ਜਦੋਂ ਕਤਲ ਹੋਇਆ, ਜਦੋਂ ਸ਼ਹੀਦ ਹੋਏ, ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨਾਲ ਹੀ ਸੰਪਰਕ ਬਣਿਆ, ਉਹਦੇ ਕਈ ਵਾਰੀ ਇੰਟਰਵਿਊ ਕੀਤੇ ਜੀ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਕਿ ਅੰਸ਼ੂ ਛਤਰਪਤੀ ਜਿਹੜਾ ਉਹਨਾਂ ਦਾ ਬੇਟਾ, ਉਸ ਨੇ ਉਸ ਮਿਸ਼ਨ ਨੂੰ ਅੱਗੇ ਜਾਰੀ ਰੱਖਿਆ। ਬਿਲਕੁਲ। ਹੁਣ ਜਿਹੜਾ ਹਮਲਾ ਕੀਤਾ ਗਿਆ, ਉਦੇਸ਼ ਤਾਂ ਇਹ ਸੀ ਕਿ ਖੌਫਜ਼ਦਾ ਕਰਕੇ ਪੂਰਾ ਸੱਚ ਅਖਬਾਰ ਜਿਹੜਾ ਉਹਨਾਂ ਨੇ ਚਲਾਇਆ ਸੀਗਾ, ਉਸ ਨੂੰ ਬੰਦ ਕੀਤਾ ਜਾਵੇ। ਟੱਬਰ ਨੂੰ ਇਸ ਗੱਲ ਦੀ ਵਧਾਈ ਦੇਣੀ ਬਣਦੀ ਕਿ ਉਹਨਾਂ ਨੇ ਜਿਹੜਾ ਕੰਮ ਬੰਦ ਨਹੀਂ ਕੀਤਾ। ਅੰਸ਼ੂ ਛਤਰਪਤੀ ਉਹ ਅਖਬਾਰ ਚਲਾਉਂਦਾ ਰਿਹਾ, ਅੱਜ ਤੱਕ ਵੀ ਉਸ ਸੋਚ ਨੂੰ ਲੈ ਕੇ ਅੱਗੇ ਤੁਰ ਰਿਹਾ ਜੀ। ਤੇ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਅਖੀਰ 'ਚ ਜਾ ਕੇ ਗੁਰਮੀਤ ਰਾਮ ਰਹੀਮ ਨੂੰ
ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਵੀ ਹੋਈ ਜੀ। ਸਜ਼ਾ ਘੱਟ ਹੋਈ ਟੱਬਰ ਦੇ ਮੁਤਾਬਕ ਉਹ ਵੱਖਰਾ ਵਿਸ਼ਾ, ਪਰ ਸਜ਼ਾ ਹੋਣ ਦਾ ਮਤਲਬ ਇਹ ਕਿ ਮੋਹਰ ਲੱਗ ਗਈ ਇਸ ਗੱਲ ਤੇ ਕਿ ਜਿਹੜੀ ਗੱਲ ਅਸੀਂ ਕਹਿ ਰਹੇ ਸੀਗੇ ਸਾਰੇ ਕਿ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਪਿੱਛੇ ਗੁਰਮੀਤ ਰਾਮ ਰਹੀਮ ਤੇ ਉਸਦੇ ਕਰਿੰਦੇ ਸ਼ਾਮਲ ਨੇ ਜੀ, ਤੇ ਉਸ ਤੇ ਪਰਦਾਪੋਸ਼ੀ ਕੀਤੀ ਜਾ ਰਹੀ ਸੀ। ਅਖੀਰ ਸੀਬੀਆਈ ਜਾਂਚ ਹੋਈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ, ਫੈਸਲਾ ਆ ਗਿਆ। ਹੁਣ ਗੱਲ ਇੱਦਾਂ ਕਿ ਪੂਰਾ ਸੱਚ ਅਖਬਾਰ ਉਸ ਇਲਾਕੇ 'ਚ ਬਹਿ ਕੇ ਕੱਢਣਾ ਜੀ, ਜਿੱਥੇ ਉਸ ਡੇਰੇ ਦਾ ਦਬਦਬਾ ਹੋਵੇ ਔਰ ਉੱਥੇ ਆਲੇ ਦੁਆਲੇ ਉਸਦੇ ਪੈਰੋਕਾਰ ਹਰਲ ਹਰਲ ਕਰਦੇ ਫਿਰਦੇ ਹੋਣ, ਲੋਕਾਂ ਨੂੰ ਖੌਫਜ਼ਦਾ ਕਰ ਰਹੇ ਹੋਣ, ਔਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਕਿ ਡੇਰੇ ਵਿੱਚ ਕੁਕਰਮ ਹੋ ਰਿਹਾ ਔਰਤਾਂ ਦੇ ਨਾਲ। ਇਹ ਗੁਮਨਾਮ ਚਿੱਠੀ ਜਿਹੜੀ ਹੈ ਉਹ ਅਧਿਕਾਰੀਆਂ ਕੋਲ ਪਹੁੰਚਦੀ ਹੈ। ਉਸ ਚਿੱਠੀ ਨੂੰ ਛਾਪਣਾ ਵੀ ਸਾਹਸ ਦਾ ਕੰਮ ਸੀ, ਦਲੇਰੀ ਦਾ ਕੰਮ ਸੀ, ਬਿਲਕੁਲ ਛੋਟਾ ਮੋਟਾ ਕੰਮ ਨਹੀਂ ਸੀ। ਵਾਲਾ ਬਹੁਤ ਪ੍ਰੈਸ਼ਰ ਸੀਗਾ ਰਾਮ ਚੰਦਰ ਛਤਰਪਤੀ ਦੇ ਕਿ ਚਿੱਠੀ ਨਾ ਛਾਪੇ। ਉਹਨੇ ਚਿੱਠੀ ਵੀ ਛਾਪਤੀ, ਫਿਰ ਚਿੱਠੀ ਤੋਂ ਲੈ ਕੇ ਜੋ ਲਿਖਿਆ ਉਸ ਨੂੰ ਵਾਪਸ ਲਵੇ, ਪਰ ਆਪਣੇ ਦ੍ਰਿੜ ਇਰਾਦੇ ਤੇ ਕਾਇਮ ਰਿਹਾ, ਜਿਸ ਦੇ ਚਲਦਿਆਂ ਉਸ ਤੇ ਕਾਤਲਾਨਾ ਹਮਲਾ ਹੋਇਆ। ਔਰ ਤੁਸੀਂ ਸ਼ੁਰੂ 'ਚ ਦੱਸਿਆ ਕਿ ਮਹੀਨੇ ਬਾਅਦ ਤਕਰੀਬਨ ਉਸ ਦੀ ਮੌਤ ਹੁੰਦੀ ਹੈ ਜੀ। ਸੋ ਅੱਜ ਅਸੀਂ ਵੇਖਦੇ ਗੋਦੀ ਮੀਡੀਆ, ਮਤਲਬ ਅਸੀਂ ਵੇਖਦੇ ਥਾਂ ਥਾਂ 'ਤੇ ਸਾਨੂੰ ਮਿਲਦਾ, ਤੇ ਜਿਹੜੇ ਹਾਕਮ ਜਮਾਤਾਂ ਦੇ ਚਾਟੜੇ ਬਣਨਾ ਬਹੁਤ ਸੌਖਾ ਜਿਹਾ ਕੰਮ ਹੈ, ਪਰ ਇਸ ਤਰ੍ਹਾਂ ਦੀਆਂ ਤਾਕਤਾਂ ਦੇ ਖਿਲਾਫ ਖੜੇ ਹੋਣਾ ਇੱਕ ਜਿਹਨੂੰ ਕਹਿੰਦੇ ਦਲੇਰੀ ਦਾ ਕੰਮ ਹੈ, ਜਿਹੜਾ ਉਸਦੇ ਹਿੱਸੇ ਆਇਆ ਸੀ। ਸੋ ਸਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਉਸਦੀ ਸ਼ਹੀਦੀ ਦੇ ਕੇ ਕਿ ਅੱਜ ਵੀ ਜਦੋਂ ਵੀ ਤੁਹਾਡੇ ਸਾਹਮਣੇ ਮੌਕਾ ਹੁੰਦਾ, ਸੱਚਾਈ ਦਾ ਤੁਸੀਂ ਪੱਲਾ ਫੜੋ। ਸੋ ਉਸਨੇ ਜੋ ਕੰਮ ਕੀਤਾ ਕਿ ਡੇਰੇ ਦੇ ਜਿਹੜਾ ਚਿਹਰਾ ਨੰਗਾ ਕੀਤਾ, ਅੱਜ ਜੋ ਡੇਰੇ ਦੇ ਬਾਰੇ ਗੱਲਾਂ ਓਪਨਲੀ ਹੋ ਰਹੀਆਂ, ਉਸ ਦੀ ਪਹਿਲ ਕਦਮੀ ਉਸਨੇ ਕੀਤੀ ਹੈ। ਬਿਲਕੁਲ ਸਹੀ ਹੈ। ਅੱਜ ਤੱਕ ਕਈ ਲੋਕ ਕਹਿਣਗੇ ਅਸੀਂ ਕੋਸ਼ਿਸ਼ਾਂ ਕੀਤੀਆਂ, ਪਰ ਜੋ ਕੰਮ ਉਸਨੇ ਕੀਤਾ ਉਸ ਇਲਾਕੇ ਵਿੱਚ ਰਹਿ ਕੇ ਸ਼ੇਰ ਦੀ ਜਾੜ ਵਿੱਚ, ਇਹ ਜਾਨ ਜੋਖਮ ਵਾਲਾ ਕੰਮ ਸੀ। ਸੋ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਇਲਾਕੇ ਵਿੱਚ ਰਹਿਣਾ, ਉਸ ਜ਼ਬਾਨ ਦੇ ਵਿੱਚ ਲਿਖਣਾ, ਔਰ ਇੰਨੀ ਜਿਹੜੀ ਭਿਆਨਕ ਸੱਚਾਈ, ਉਸਦੀ ਕਰੂਪਤਾ ਲੋਕਾਂ ਸਾਹਮਣੇ ਰੱਖਣੀ, ਆਪਣੀ ਜਾਨ ਤਲੀ ਤੇ ਰੱਖ ਕੇ ਕੋਈ ਛੋਟਾ ਮੋਟਾ ਕੰਮ ਨਹੀਂ ਸੀ। ਸੋ ਮੈਂ ਸਮਝਦਾ ਕਿ ਹਮੇਸ਼ਾ ਹੀ ਛਤਰਪਤੀ ਨੂੰ ਅਸੀਂ ਇੱਕ ਸ਼ਹੀਦ ਪੱਤਰਕਾਰ ਵਜੋਂ ਜਾਣਾਂਗੇ। ਮੈਨੂੰ ਯਾਦ ਹੈ ਕਿ ਜਦੋਂ 2002 ਦੇ ਵਿੱਚ ਪਹਿਲੀ ਵਾਰ ਇਸ ਖਬਰ ਨੂੰ ਨਸ਼ਰ ਕੀਤਾ, ਉਸ ਵੇਲੇ ਅਸੀਂ ਰੇਡੀਓ 'ਤੇ ਸਫ਼ਰ ਜਿਹੜਾ ਸੀ ਚੱਲ ਰਿਹਾ ਸੀ। ਸੋ ਉਸ ਵੇਲੇ ਕਮਲਜੀਤ ਸਿੰਘ ਸਾਡੇ ਢੁੱਡੀਕਿਆਂ ਤੋਂ ਉਹ ਖਬਰਾਂ ਦਿੰਦੇ ਹੁੰਦੇ ਸੀ। ਉਹਨਾਂ ਨੇ ਪਹਿਲੀ ਵਾਰ ਜਦੋਂ ਖਬਰ ਦਿੱਤੀ ਤੇ ਲੋਕ ਹੈਰਾਨ ਸਨ, ਤੇ ਬਹੁਤਾਤ ਮੀਡੀਆ ਜਿਹੜਾ ਸੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਤੇ ਜਿਹੜੇ ਸੋ ਕਾਲਡ ਪ੍ਰੇਮੀ ਇਹ ਗੱਲ ਦੇ ਉੱਪਰ ਉਹ ਤਾਂ ਵਿਰੋਧ ਕਰ ਹੀ ਰਹੇ ਸਨ। ਜਿਹੜੇ ਵੱਡੇ ਵੱਡੇ ਗੁਮਾਸ਼ ਦੇ ਜਿਹੜੇ ਆਪਣੇ ਆਪ ਨੂੰ ਵੱਖ-ਵੱਖ ਸਰਕਾਰਾਂ ਦੇ ਜੋ ਉਹਨਾਂ ਦੇ ਟੁੱਕੜ ਬੋਚ ਨੇ, ਉਹ ਇਸ ਗੱਲ ਨੂੰ ਲੈ ਕੇ ਬੜੇ ਦੁਖੀ ਸਨ। ਅੱਜ ਵੀ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਆਪਣੇ ਆਪ ਨੂੰ ਭੰਗੀ ਦੱਸ ਕਹਿਣ ਵਾਲੇ, ਇੱਥੇ ਕੈਨੇਡਾ ਦੀ ਧਰਤੀ 'ਤੇ ਵੀ ਬੈਠੇ ਨੇ, ਹਕੂਮਤਾਂ ਦੇ ਸੋਲੇ ਗਾਉਣ ਵਾਲੇ। ਉਹਨਾਂ ਲੋਕਾਂ ਨੇ ਸਿਸਟਮੈਟਿਕਲੀ ਇਸ ਗੱਲ ਦਾ ਵਿਰੋਧ ਮੈਨੇਜਮੈਂਟਾਂ ਤੱਕ ਵੀ ਕੀਤਾ ਤੇ ਇਸ ਗੱਲ ਦੀਆਂ ਸ਼ਿਕਾਇਤਾਂ ਕੀਤੀਆਂ ਕਿ ਗੱਲ ਬੰਦ ਕਰਾਈ ਜਾਏ, ਉਹਨਾਂ ਦੀਆਂ ਖਬਰਾਂ ਵੀ ਨਾ ਦਿੱਤੀਆਂ ਜਾਣ। ਰਾਮ ਚੰਦਰ ਛਤਰਪਤੀ ਦਾ ਕਤਲ ਜਦੋਂ ਹੋਇਆ, ਉਹਨਾਂ ਦਿਨਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਤਕਰੀਬਨ ਬਹੁਤਾਤ ਮੀਡੀਆ ਦੇ ਵਿੱਚ ਗਾਇਬ ਸਨ ਤੇ ਉਹ ਗੱਲ ਕਰਨ ਨੂੰ ਤਿਆਰ ਨਹੀਂ ਸਨ। ਪਰ ਦੂਸਰੇ ਪਾਸੇ ਉਹ ਮਹਾਨ ਸ਼ਖਸ ਜਿਸ ਨੇ ਕਿ ਆਰੰਭ ਦੇ ਵਿੱਚ 2002 ਦੇ ਵਿੱਚ ਆਪਣਾ ਅਖਬਾਰ ਸ਼ੁਰੂ ਕੀਤਾ ਤੇ ਜਾ ਕੇ ਅਕਤੂਬਰ ਦੇ ਵਿੱਚ 24 ਅਕਤੂਬਰ 2002 ਨੂੰ ਉਹਨਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਸਮਝੋ ਉਸ ਤੋਂ ਬਾਅਦ 27 ਦਿਨ ਜਿਸ ਤਰ੍ਹਾਂ ਉਹ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਰਹੇ। ਹੁਣ ਜਿੱਥੋਂ ਤੱਕ ਇਹ ਗੱਲ ਹੈ ਕਿ ਪੱਤਰਕਾਰੀ ਦੇ ਖੇਤਰ ਦੇ ਵਿੱਚ ਜੋ ਉਸ ਦੀ ਮਹਾਨ ਦੇਣ ਹੈ, ਜੋ ਉਹਨਾਂ ਨੇ ਪੈੜਾਂ ਪਾਈਆਂ ਨੇ, ਉਹਨਾਂ ਨੂੰ ਜੇਕਰ ਅੱਜ ਹੁਣ ਕਰਮਵਾਰ ਵਿਚਾਰੀਏ ਕਿ ਉਹਨਾਂ ਦਾ ਨਤੀਜਾ ਕੀ ਹੋਇਆ, ਕੀ ਅਸਰ ਹੋਇਆ ਜੇ ਛਤਰਪਤੀ ਉਹ ਚਿੱਠੀ ਨੂੰ ਨਾ ਛਾਪਦੇ, ਜੇ ਉਹ ਕੰਮ ਨਾ ਕਰਦੇ, ਤਾਂ ਅੱਜ ਇਤਿਹਾਸ ਕੀ ਹੁੰਦਾ। ਬੇਸ਼ੱਕ ਪਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋਈ, ਉਸ ਦੇ 3 ਸਾਥੀਆਂ ਨੂੰ ਵੀ ਸਜ਼ਾ ਹੋਈ ਹੈ, ਲੇਕਿਨ ਜੋ ਆਰੰਭ ਜਦੋਂ ਹੋਇਆ ਉਸ ਦੇ ਪਿਛੋਕੜ ਚੱਲੀਏ ਕਿ ਇੱਕ ਪਾਸੇ ਸਰਸਾ ਦੇ ਵਿੱਚ ਉਸ ਬਦਮਾਸ਼ ਦਾ ਦਬਦਬਾ ਤੇ ਇੱਕ ਪਾਸੇ ਸਧਾਰਨ ਜਿਹਾ ਪੱਤਰਕਾਰ। ਹੁਣ ਗੱਲ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਜਦੋਂ ਡੇਰੇ ਦਾ ਜਿਸ ਤਰੀਕੇ ਨਾਲ ਇਸ ਪਖੰਡੀ ਨੇ ਕਬਜ਼ਾ ਲਿਆ, ਉਹਦੇ ਪਿੱਛੇ ਵੀ ਲੰਮੇ ਇਤਿਹਾਸ ਨੇ, ਕਈ ਤਰ੍ਹਾਂ ਦੇ ਵੇਰਵੇ ਨੇ, ਪਰ ਇਹ ਕਬਜ਼ਾ ਲੈਣ ਤੋਂ ਬਾਅਦ ਇਸ ਨੇ ਆਪਣਾ ਬਦਮਾਸ਼ੀ ਦਾ ਰੰਗ ਸ਼ੁਰੂ ਕਰ ਦਿੱਤਾ। ਸੋ ਪਹਿਲੀ ਵਾਰ ਜਿਹੜੀ ਚਿੱਠੀ ਜ਼ਾਹਰ ਹੋਈ, ਉਹ ਚਿੱਠੀ ਜੋ ਸਾਧਵੀਆਂ ਨੇ ਲਿਖੀ, ਉਹ ਚਿੱਠੀ ਦੇ ਵਿੱਚ ਕੀ ਉਹਨਾਂ ਨੇ ਅੰਕਿਤ ਕੀਤਾ ਤੇ ਕਿਸ ਨੂੰ ਉਹ ਚਿੱਠੀ ਭੇਜੀ, ਜਿਹੜੀ ਕਿ ਬਾਅਦ ਦੇ ਵਿੱਚ ਰਾਮ ਚੰਦਰ ਛਤਰਪਤੀ ਕੋਲ ਪਹੁੰਚੀ, ਜਿਹੜੀ ਕਿ ਉਹਨਾਂ ਦੀ ਸ਼ਹਾਦਤ ਦਾ ਵੀ ਮੁੱਢ ਬਣਦੀ ਹੈ ਤੇ ਇਸ ਪਖੰਡੀ ਦੇ ਅੰਤ ਦਾ ਵੀ ਮੁੱਢ ਬਣਦੀ ਹੈ। ਗੱਲ ਅਸਲ ਜਿਹੜੀ ਉਹ ਚਿੱਠੀ ਦੇ ਬਾਰੇ ਜਿਹੜੇ ਲੋਕੀ ਆਲੋਚਕ ਨੇ, ਹਾਂਜੀ, ਜਿਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਬਹੁਤ ਆਵਾ-ਤਵਾ ਬੋਲਿਆ ਕਿ ਉਹ ਚਿੱਠੀ ਨਹੀਂ ਸੀ ਛਾਪਣੀ ਚਾਹੀਦੀ, ਉਹਦਾ ਕੀ ਬੇਸ ਹੈ, ਗੁਮਨਾਮ ਚਿੱਠੀ ਹੈ, ਗੁਮਨਾਮ ਚਿੱਠੀ ਦੇ ਆਧਾਰ 'ਤੇ ਕਿਵੇਂ ਜਾਂਚ ਹੋ ਸਕਦੀ ਹੈ। ਦੇਖੋ, ਜੇ ਤਾਂ ਤੁਸੀਂ ਕੋਰੇ ਅਣਜਾਣਪੁਣੇ 'ਚ ਗੱਲ ਕਰ ਰਹੇ ਹੋ ਫਿਰ ਤਾਂ ਮੈਂ ਇਹਦਾ ਜਵਾਬ ਦੇਣ ਲਈ ਤਿਆਰ ਹਾਂ। ਜੇ ਤੁਸੀਂ ਮਚਲੇ ਹੋ ਫਿਰ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਪਰ ਜਿਹੜੇ ਲੋਕ ਸੱਚਮੁੱਚ ਅਣਜਾਣ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਾਨੂੰਨ ਦੇ ਮੁਤਾਬਕ ਗੁਮਨਾਮ ਚਿੱਠੀ ਦੇ ਆਧਾਰ 'ਤੇ ਵੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਜੀ।
ਜਦੋਂ ਕੋਈ ਅਨੋਨਿਮਸ ਚਿੱਠੀ ਜਾਂ ਗੁਮਨਾਮ ਚਿੱਠੀ ਜਾਂਦੀ ਕਿਸੇ ਪੁਲਿਸ ਡਿਪਾਰਟਮੈਂਟ ਨੂੰ ਜਾਂ CBI ਨੂੰ, ਉਸ ਨੂੰ ਸੋਰਸ ਰਿਪੋਰਟ ਕਹਿ ਕੇ ਉਸ 'ਤੇ ਪੜਤਾਲ ਕੀਤੀ ਜਾਂਦੀ। ਉਸ ਨੂੰ ਇਹ ਨਹੀਂ ਕਿ ਗੁਮਨਾਮ ਚਿੱਠੀ ਵੇਖ ਕੇ ਕੂੜੇ ਦੇ ਢੇਰ 'ਚ ਨਹੀਂ ਸੁੱਟਿਆ ਜਾਂਦਾ। ਪੂਰੀ ਚਿੱਠੀ ਪੜ੍ਹੀ ਜਾਂਦੀ, ਧਿਆਨ ਦੇ ਨਾਲ ਵੇਖਿਆ ਜਾਂਦਾ ਕਿ ਗੱਲਾਂ ਸਿੱਧ ਹੁੰਦੀਆਂ ਨਹੀਂ ਹੁੰਦੀਆਂ। ਜੇ ਸਿੱਧ ਹੋ ਸਕਦੀਆਂ, ਇਹ ਲੀਡ ਦੇ ਤੌਰ 'ਤੇ ਉਸ 'ਤੇ ਕੰਮ ਕੀਤਾ ਜਾ ਸਕਦਾ, ਤਾਂ ਕਿਉਂ ਨਾ ਕੀਤਾ ਜਾਵੇ। ਕਿਉਂਕਿ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਇਹੋ ਜਿਹੇ ਤੰਤਰ ਦੇ ਵਿੱਚ ਲੋਕੀ ਡਰਦੇ ਵੀ ਨੇ ਆਪਣੀ ਜਾਨ ਗਵਾਉਣ ਤੋਂ। ਜੀ, ਚਿੱਠੀ ਜੇ ਕੋਈ ਪਾ ਰਿਹਾ, ਚਿੱਠੀ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਖੁੱਲੇ ਮਨ ਦੇ ਨਾਲ ਪਹਿਲਾਂ ਤਾਂ ਵੇਖਿਆ ਜਾਵੇ ਕਿ ਇਸ ਵਿੱਚ ਜੋ ਨਿਸ਼ਾਨਦੇਹੀਆਂ ਹੋਈਆਂ ਜੀ, ਅਸੀਂ ਇਸ 'ਤੇ ਕਿਵੇਂ ਕੰਮ ਕਰੀਏ। ਸੋ ਮੈਂ ਸਮਝਦਾ ਕਿ ਜਿਹੜਾ ਪਹਿਲਾਂ ਤੇ ਭੁਲੇਖਾ ਲੋਕਾਂ ਨੂੰ ਦੂਰ ਹੋਵੇ। ਸੋ ਜਿਨ੍ਹਾਂ ਨੇ ਵੀ ਪੜਤਾਲਾਂ ਸ਼ੁਰੂ ਕੀਤੀਆਂ ਸ਼ੁਰੂ ਦੇ ਵਿੱਚ, ਉਹਨਾਂ ਨੂੰ ਵੀ ਕ੍ਰੈਡਿਟ ਦੇਣਾ ਬਣਦਾ ਕਿ ਉਹਨਾਂ ਨੇ ਇਸ ਗੱਲ ਨੂੰ ਸੁੱਟਿਆ ਨਹੀਂ, ਮਤਲਬ ਕੂੜੇ ਦੇ ਢੇਰ ਦੇ ਵਿੱਚ ਉਸ ਦੇ ਉੱਤੇ ਕੰਮ ਕੀਤਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਹਿੰਦੇ ਕਿ ਜਦੋਂ ਉਸੇ ਗਲਿਆਰਿਆਂ ਦੇ ਵਿੱਚ ਇਹ ਚਿੱਠੀ ਵੰਡੀ ਗਈ ਤੇ ਬਹੁਤ ਸਾਰੇ ਐਸੇ ਸਨ ਜਿਹੜੇ ਗੱਲ ਕਰਨ ਨੂੰ ਤਿਆਰ ਨਹੀਂ ਸਰ, ਪਰ ਕੁਝ ਇੱਕ ਜਿਹੜੇ ਸਤਿਕਾਰਤ ਵਕੀਲ ਜਾਂ ਉਹਨਾਂ ਦੇ ਵਿੱਚੋਂ ਕੋਈ ਜੱਜ, ਉਹ ਕਹਿੰਦੇ ਵੀ ਇਹਦੇ ਤੇ ਗੱਲ ਹੋਵੇ, ਕਿਤੇ ਨਾ ਕਿਤੇ ਕੰਮ ਹੋਵੇ। ਵੇਖੋ, ਉਸ ਤੋਂ ਬਾਅਦ ਵੀ ਹੈਰਾਨੀ ਵਾਲੀ ਗੱਲ ਹੈ ਕਿ ਫਿਰ ਹੌਲੀ ਹੌਲੀ ਕਰਦੇ ਪ੍ਰਾਈਮ ਮਿਨਿਸਟਰ ਤੱਕ, ਦਫ਼ਤਰ ਤੱਕ ਇਹ ਚਿੱਠੀ ਪਹੁੰਚਣੀ। ਫਿਰ ਕੁਝ ਲੋਕਾਂ ਨੇ ਇਸ ਤੇ ਬਕਾਇਦਾ ਬਿਆਨ ਦੇਣੇ ਸ਼ੁਰੂ ਕਰਨੇ। ਉਹ ਲੋਕ ਵੀ ਰਿਸਕ ਬਹੁਤ ਵੱਡਾ ਲੈ ਰਹੇ ਸੀ, ਜਿਨ੍ਹਾਂ ਨੇ ਉਹਨਾਂ ਦੇ ਇਸ ਚਿੱਠੀ ਨੂੰ ਆਧਾਰ ਬਣਾ ਕੇ ਕਾਪੀਆਂ ਇਸ ਦੀਆਂ ਵੰਡੀਆਂ। ਚੰਡੀਗੜ੍ਹ ਦੇ ਵਿੱਚ ਜਦੋਂ ਕਾਪੀਆਂ ਵੰਡੀਆਂ, ਉਸ ਵੇਲੇ ਉਹਨਾਂ ਲੋਕਾਂ ਨੇ ਬਹੁਤ ਵਾਰ ਮੌਕਾ ਮਿਲਿਆ ਕਈਆਂ ਨਾਲ ਗੱਲਾਂ ਕਰਨ ਦਾ, ਕਿ ਧਮਕੀਆਂ ਦਿੱਤੀਆਂ ਗਈਆਂ, ਉਹਨਾਂ ਦੇ ਖਿਲਾਫ ਪੋਲੀਟੀਕਲ ਪ੍ਰੈਸ਼ਰ ਪਾਇਆ ਗਿਆ, ਲੇਕਿਨ ਉਹਨਾਂ ਨੇ ਕਾਪੀਆਂ ਵੰਡੀਆਂ। ਤੇ ਇਹ ਕੇਵਲ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਣ ਦਾ ਨਤੀਜਾ ਨਹੀਂ ਸੀ ਕਿ ਉੱਥੋਂ ਅਸਰ ਹੋਇਆ। ਅਸਲ ਦੇ ਵਿੱਚ ਉਹ ਜਿਹੜੇ ਵਕੀਲਾਂ ਤੇ ਜੱਜਾਂ ਦੇ ਵਿਚਕਾਰ ਇਹ ਚਿੱਠੀ ਗਈ, ਉੱਥੋਂ ਇਸ ਦਾ ਪ੍ਰਭਾਵ ਜਿਹੜਾ ਅਸਲ ਸ਼ੁਰੂ ਹੋਇਆ। ਬਿਲਕੁਲ, ਕੋਈ ਇਸ 'ਤੇ ਸ਼ੱਕ ਵੀ ਨਹੀਂ। ਵੈਸੇ ਇਕੱਲਾ ਪੂਰਾ ਸੱਚ ਨਹੀਂ, ਦੇਸ਼ ਸੇਵਕ ਅਖਬਾਰ ਨੇ ਵੀ ਇਹ ਚਿੱਠੀ ਨੂੰ ਛਾਪਿਆ ਸੀਗਾ ਜੀ, ਪਰ ਫਰਕ ਸਿਰਫ ਇੰਨਾ ਕਿ ਦੇਸ਼ ਸੇਵਕ ਵਾਲੇ ਜਿਹੜੇ ਕਾਮਰੇਡ ਕਹਾਉਂਦੇ ਆਪਣੇ ਆਪ ਨੂੰ, ਜੀ, ਉਹਨਾਂ ਨੇ ਬਾਅਦ 'ਚ ਵੋਟਾਂ ਮੰਗਣ ਲਈ ਵੀ ਜਾਣਾ ਸ਼ੁਰੂ ਕਰਤਾ ਉੱਥੇ। ਹਾਂ, ਇੱਕ ਪਾਸੇ ਤੁਹਾਡਾ ਦੇਸ਼ ਸੇਵਕ ਅਖਬਾਰ ਜਿਹੜਾ CPM ਦੇ ਨਾਲ ਜਿਸ ਦਾ ਨਾਂ ਜੁੜਦਾ ਆ, ਉਹ ਗੱਲ ਕਰੇ ਜੀ ਅਸੀਂ ਚਿੱਠੀ ਛਾਪੀ ਹੈ। ਦੂਜੇ ਪਾਸੇ CPI ਦੇ ਹਰਦੇਵ ਵਰਸ਼ੀ ਉੱਥੇ ਜਾ ਕੇ ਵੋਟਾਂ ਲਈ ਭੀਖ ਮੰਗਦੇ ਉਹਨਾਂ ਕੋਲੋਂ। ਕਿਸ ਤਰ੍ਹਾਂ ਦਾ ਮੈਸੇਜ ਕਨਵੇ ਕੀਤਾ ਗਿਆ। ਪਰ ਉਹਦੇ ਉਲਟ ਜਿਹੜਾ ਛਤਰਪਤੀ ਆਪਣੇ ਸਟੈਂਡ 'ਤੇ ਕਾਇਮ ਰਿਹਾ, ਅਗਾਂਹ ਉਸਦਾ ਮੁੰਡਾ ਵੀ ਕਾਇਮ ਰਿਹਾ। ਇਹ ਗੱਲ ਨੋਟ ਕਰਨ ਵਾਲੀ ਹੈ। ਹੁਣ ਗੱਲ ਇਸ ਦੇ ਵਿੱਚ ਇਹ ਹੈ ਕਿ ਜਿਹੜਾ ਪੂਰਾ ਸਿਆਸੀ ਤੰਤਰ ਸੀ ਉਹ ਕੀ ਕਰ ਰਿਹਾ ਸੀ। ਜੀ, ਅਕਾਲੀਆਂ ਦਾ ਸਾਨੂੰ ਸਭ ਤੋਂ ਵੱਡਾ ਗਿਲਾ ਹੋਣਾ ਚਾਹੀਦਾ, ਜਿਹੜੇ ਪੰਥਕ ਵੀ ਕਹਾਉਂਦੇ ਆਪਣੇ ਆਪ ਨੂੰ। ਵੇਖੋ, ਰਾਮਚੰਦਰ ਛਤਰਪਤੀ ਨੰਗੇ ਧੜ ਦੇ ਧੜਕ ਤੌਰ 'ਤੇ ਉਹ ਲੜਾਈ ਲੜ ਰਿਹਾ ਸੀ ਜਿਹੜੀ ਪੰਥਕ ਧਿਰਾਂ ਨੂੰ ਪਹਿਲਾਂ ਸ਼ੁਰੂ ਕਰ ਲੈਣੀ ਚਾਹੀਦੀ ਸੀ। ਜੀ, ਕਿਉਂਕਿ ਡੇਰਾਵਾਦ ਦੀ ਉਹ ਪਰੰਪਰਾ, ਜਿਸ ਕਿਸਮ ਦੀ ਪਰੰਪਰਾ ਚਲਾ ਰਿਹਾ ਸੀ ਗੁਰਮੀਤ ਰਾਮ ਰਹੀਮ, ਉਹ ਸਿੱਖੀ ਦੀ ਰਵਾਇਤ ਤੋਂ ਵੀ ਉਲਟ ਸੀਗੀ। ਬਾਵਜੂਦ ਉਸਦੇ ਸਾਡੇ ਕਈ ਅਕਾਲੀ ਭਰਾ ਵੀ ਹਿੱਕਾਂ ਕੱਢ ਕੇ ਉਹਦੇ ਹੱਕ 'ਚ ਮੁਜ਼ਾਹਰਿਆਂ ਜਾ ਕੇ ਸ਼ਾਮਲ ਹੁੰਦੇ ਰਹੇ। ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਵਰਗੀ ਪੋਸ਼ਾਕ ਪਹਿਨ ਕੇ ਇੱਕ ਸਵਾਂਗ ਰਚਾਇਆ, ਉਦੋਂ ਜਾ ਕੇ ਇਹਨਾਂ ਨੇ ਲਕੀਰ ਕੱਢੀ ਆ। ਪਰ ਉਦੋਂ ਤੱਕ ਬੜਾ ਕੁਝ ਹੋ ਚੁੱਕਾ ਸੀਗਾ। ਜੀ, ਪੱਤਰਕਾਰ ਦਾ ਕਤਲ, ਔਰਤਾਂ ਨਾਲ ਜਿਹੜੀ ਕੁਕਰਮ, ਕਮਾਲ ਦੀ ਗੱਲ ਹੈ। ਤੁਹਾਨੂੰ ਇਹ ਗੱਲਾਂ ਛੋਟੀਆਂ ਲੱਗਦੀਆਂ ਸੀਗੀਆਂ ਜੀ, ਜੇ ਉਹਨੇ ਗੁਰੂ ਗੋਬਿੰਦ ਸਿੰਘ ਵਰਗਾ ਸਵਾਂਗ ਰਚਾ ਲਿਆ ਸੀ ਤੇ ਗੁਰੂ ਗੋਬਿੰਦ ਸਿੰਘ ਬੰਟੇ ਨਹੀਂ ਸੀ ਗਿਆ। ਮੈਂ ਰਣਜੀਤ ਸਿੰਘ ਉੱਕੀ ਨੂੰ ਕੋਟ ਕਰਨਾ ਚਾਹੂੰਗਾ, ਉਸਦੇ ਇਹ ਕਥਨ ਨੇ ਕਿ ਜੇ ਗਿੱਦੜ ਸ਼ੇਰ ਦੀ ਖੱਲ ਪਾ ਲਵੇ ਤਾਂ ਉਹ ਸ਼ੇਰ ਨਹੀਂ ਬਣ ਜਾਊਗਾ। ਬਿਲਕੁਲ। ਸੋ ਥੋੜਾ ਜਿਹਾ ਆਪਣਾ ਮੱਥਾ ਇਸਤੇਮਾਲ ਕਰੋ। ਜਦੋਂ ਤੁਹਾਨੂੰ ਵੋਟਾਂ ਦੀ ਰਾਜਨੀਤੀ ਦੇ ਕੁਝ ਚੌਕਟੇ ਵਿੱਚ ਰਹਿ ਕੇ ਕੋਈ ਗੱਲ ਫਿੱਟ ਬਹਿੰਦੀ ਹੈ, ਤੁਸੀਂ ਉਦੋਂ ਉਹ ਗੱਲ ਕਰਦੇ ਹੋ, ਅਦਰਵਾਈਜ਼ ਤੁਸੀਂ ਇਗਨੋਰ ਕਰਦੇ ਹੋ। ਸੋ ਰਾਮਚੰਦਰ ਛਤਰਪਤੀ ਉਦੋਂ ਲੜਾਈ ਲੜ ਰਿਹਾ ਸੀ ਜਦੋਂ ਇਹ ਸਾਰੇ ਪਾਰਟੀਆਂ ਜਿਹੜੀਆਂ ਅੰਨੀਆਂ ਹੋ ਕੇ ਉਹਦੀ ਸ਼ਰਨ 'ਚ ਪਈਆਂ ਹੋਈਆਂ ਸੀ। ਔਰ ਕਾਮਰੇਡਾਂ ਨੇ ਤਾਂ ਬਾਅਦ 'ਚ ਸਿੱਧ ਕਰਤਾ, ਹਾਥੀ ਦੇ ਦੰਦ ਵਿਖਾਉਣ ਦੇ ਹੋਰ, ਦਿਖਾਉਣ ਦੇ ਹੋਰ। ਦੇਸ਼ ਸੇਵਕ ਜੀ ਤੁਸੀਂ ਕਹਿੰਦੇ ਹੋ ਅਸੀਂ ਖਬਰਾਂ ਲਾਈਆਂ, ਅਸੀਂ ਸਟੈਂਡ ਲਿਆ। ਕਾਮਰੇਡ ਸੁਰਜੀਤ ਨੇ ਇੱਥੇ ਵੈਂਕੂਵਰ ਦੀ ਧਰਤੀ 'ਤੇ ਗੱਲ ਕਹੀ ਆ ਵਾਲੀ ਮੇਰੇ ਨਾਲ ਇੰਟਰਵਿਊ ਦੇ ਵਿੱਚ, ਕਿ ਦੇਖ ਲਓ ਉਹ ਜਿਹੜਾ ਵਿਅਕਤੀ ਆ ਗੁਰਮੀਤ ਰਾਮ ਰਹੀਮ ਔਰਤਾਂ ਨਾਲ ਖੇ ਖਰਾਬਾ ਕਰ ਰਿਹਾ, ਜੇ ਲੋਕਾਂ ਜਾਣ ਹੋਵੇ ਤੁਹਾਨੂੰ ਗੋਲੀ ਮਾਰ ਦਿੱਤੀ ਜਾਵੇ। ਇਹ ਗੱਲ ਉਹ ਕਹਿ ਰਹੇ ਇੱਥੇ ਜੀ। ਪਰ ਦੂਜੇ ਬੰਨੇ ਜਦੋਂ ਵੋਟਾਂ ਦੀ ਸਿਆਸਤ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉੱਥੇ CPI ਦੇ ਜਿਹੜੇ ਹਰਦੇਵ ਵਰਸ਼ੀ, ਭਾਵੇਂ CPM ਤੋਂ ਵੱਖਰੇ ਨੇ, ਉਹਨੂੰ ਜਾ ਕੇ ਵੋਟਾਂ ਦੀ ਉੱਥੇ ਭੀਖ ਮੰਗਦੇ ਆ। ਕਿਸ ਤਰ੍ਹਾਂ ਦੀ ਮਿਸਾਲ ਤੁਸੀਂ ਕਾਇਮ ਕਰ ਰਹੇ ਹੋ। ਅਕਾਲੀਆਂ ਨੇ ਵੀ ਇਹੀ ਕੀਤਾ, ਕਾਂਗਰਸ ਨੇ ਵੀ ਨਹੀਂ ਕੀਤਾ। BJP ਤਾਂ ਹਮੇਸ਼ਾ ਹੀ ਡੇਰਿਆਂ ਨੂੰ ਪ੍ਰਮੋਟ ਕਰਦੀ ਆਈ ਜੀ, ਔਰ ਕਾਂਗਰਸ ਨਾਲ ਤਾਂ ਰਿਸ਼ਤਾ ਵੀ ਰਿਹਾ ਗੁਰਮੀਤ ਰਾਮ ਰਹੀਮ ਦਾ। ਸੋ ਕਹਿਣ ਦਾ ਮਤਲਬ ਕਿ ਇਹ ਜਿਹੜੀਆਂ ਗੱਲਾਂ ਨੇ ਰਾਮਚੰਦਰ ਛਤਰਪਤੀ ਨੇ ਉਦੋਂ ਕੰਮ ਕੀਤਾ ਜਦੋਂ ਬਾਕੀ ਸਾਰੀ ਸਿਆਸੀ ਪਾਰਟੀਆਂ ਚੁੱਪਚਾਪ ਹੱਥ ਬੰਨ੍ਹ ਕੇ ਉਹਦੇ ਅੱਗੇ ਖਲੋਤੀਆਂ ਸੀਗੀਆਂ। ਪਰ ਦੂਜੀ ਗੱਲ ਇਹ ਕਿ ਮੈਨੂੰ ਅਫਸੋਸ ਇਸ ਗੱਲ ਦਾ ਕਿ ਜਿਹੜਾ ਰਾਮਚੰਦਰ ਛਤਰਪਤੀ ਦਾ ਜਿਹੜਾ ਮੁੱਖ ਤੌਰ 'ਤੇ ਜਿਹੜਾ ਸੋਚਣ ਦਾ ਢੰਗ ਸੀਗਾ, ਉਹ ਬੜਾ ਅੱਗੇ ਵਧੂ ਸੀ, ਬਹੁਤ ਪ੍ਰੋਗਰੈਸਿਵ ਸੀ। ਔਰ ਸਿੱਖੀ 'ਚ ਵੀ ਉਹ ਪ੍ਰੋਗਰੈਸਿਵ ਅੰਸ਼ ਹੈ ਜਿਹੜਾ ਕਿ ਡੇਰਾਵਾਦ ਦਾ ਵਿਰੋਧ ਕਰਦਾ। ਇੱਕ ਟਾਈਮ 'ਤੇ ਜਿਹੜੇ JC ਜਸਵੰਤ ਸਿੰਘ ਕਮਲ ਦਾ ਨਾਵਲ ਤੋਂ ਉਦਾਹਰਣ ਲੈ ਲਈਏ, ਲਹੂ ਦੀ ਲੋ, ਕਿ ਕਿਵੇਂ ਨਕਸਲੀਆਂ ਨੇ ਵੀ ਜਿਹੜੇ ਡੇਰਾਵਾਦ ਦੇ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੀ। ਸੋ ਇੱਕ ਲੜਾਈ ਸੀ ਜਿਹੜੀ ਕਾਮਨ ਸਾਂਝੇ ਤੌਰ 'ਤੇ ਲੜੀ ਜਾ ਸਕਦੀ ਸੀ। ਪੰਥਕ ਧਿਰਾਂ ਵੱਲੋਂ ਵੀ, ਖੱਬੇ ਪੱਖੀਆਂ ਵੱਲੋਂ ਵੀ। ਰਾਮਚੰਦਰ ਛਤਰਪਤੀ ਪਹਿਲਾਂ ਹੀ ਲੜ ਰਿਹਾ ਸੀਗਾ। ਉਹਦੇ ਵਿੱਚ ਜਿਹੜਾ ਹੈ ਅਫਸੋਸ ਦੀ ਗੱਲ ਕਿ ਜਿਹੜੀ ਪੰਥਕ ਧਿਰਾਂ ਨੇ ਵੀ ਰਾਮਚੰਦਰ ਛਤਰਪਤੀ ਨੂੰ ਉਸ ਤਰ੍ਹਾਂ ਨਹੀਂ ਲਿਆ
ਜਿਸ ਤਰ੍ਹਾਂ ਲਿਆ ਜਾਣਾ ਚਾਹੀਦਾ ਸੀਗਾ। ਜੀ ਸੋ ਇਹ ਅਫਸੋਸ ਹੈ ਬਹੁਤ ਵੱਡਾ ਕਿ ਇੱਥੇ ਮੈਨੂੰ ਲੱਗਦਾ ਬਹੁਤ ਵੱਡੀ ਘਾਟ ਆ। ਤੁਸੀਂ ਜਿੱਦਾਂ ਪੰਥਕ ਧਿਰਾਂ ਦੀ ਗੱਲ ਕਰਦੇ ਹੋ ਉਹ ਖੁਦ ਹੀ ਖਾਰਜ ਕੀਤੀਆਂ ਹੋਈਆਂ ਨੇ। ਮੈਨੂੰ ਨਹੀਂ ਲੱਗਦਾ ਕਿ ਉਹ ਪੰਥ ਦੀ ਜਿਹੜੀ ਸਮੂਹ ਕਲਾਸ ਦੀ ਰਿਪਰੈਜ਼ੈਂਟੇਸ਼ਨ ਕਰਦੀਆਂ ਨੇ। ਪਰ ਆਮ ਲੋਕ, ਗੱਲ ਬਿਲਕੁਲ ਸਹੀ ਹੈ ਕਿ ਆਮ ਲੋਕ ਦਿਲਾਂ ਦੇ ਵਿੱਚ ਰਾਮਚੰਦਰ ਛਤਰਪਤੀ ਨੂੰ ਯਾਦ ਕਰਨ। ਬਹੁਤ ਸਾਰੇ ਸਾਡੇ ਮੀਡੀਆਕਾਰ ਆ, ਉਹਨਾਂ ਨੂੰ ਸ਼ਾਇਦ ਪਤਾ ਵੀ ਨਹੀਂ ਕਿ ਰਾਮਚੰਦਰ ਛਤਰਪਤੀ ਕੌਣ ਸੀ। ਉਹਨਾਂ ਦਾ ਦਿਨ ਆਇਆ ਸ਼ਹੀਦੀ ਦਿਨ, ਤੇ ਬਹੁਤਿਆਂ ਤੋਂ ਜ਼ਿਕਰ ਤੱਕ ਵੀ ਨਹੀਂ ਸੁਣਿਆ, ਕਿਸੇ ਨੇ ਗੱਲ ਤੱਕ ਨਹੀਂ ਕੀਤੀ, ਜਦ ਕਿ ਉਸ ਦੀ ਗੱਲ ਨਿੱਠ ਕੇ ਹੋਣੀ ਚਾਹੀਦੀ ਸੀ। ਜਾਲੀ ਸ਼ਹੀਦਾਂ ਦੀਆਂ ਗੱਲਾਂ ਬੜੀਆਂ ਉਭਾਰ ਕੇ ਕੀਤੀਆਂ ਜਾਂਦੀਆਂ, ਤੇ ਜਦੋਂ ਕਿ ਸੱਚਾਈ ਹੈ ਕਿ ਰਾਮਚੰਦਰ ਛਤਰਪਤੀ ਨੇ ਉਹ ਨਹੀਂ ਰੱਖੀ ਜਿਹੜੀ ਕਿ ਉਹਦੇ ਤੇ ਉਸਾਰ ਜਿਹੜਾ ਹੋਇਆ ਅੱਜ, ਜਿਹੜਾ ਉਸ ਉਸਾਰ ਦਾ ਨਤੀਜਾ ਕਿ ਇੱਕ ਬਦਮਾਸ਼ ਦਾ ਸਿਰਜਿਆ ਹੋਇਆ ਇੱਕ ਕਿਲਾ ਜਿਹੜਾ ਢਹਿ ਢੇਰੀ ਹੋ ਗਿਆ। ਹੁਣ ਜਦੋਂ ਅਸੀਂ ਇਹਨਾਂ ਲਾਈਨਾਂ ਦੇ ਵਿਚਕਾਰ ਪੜ੍ਹਦੇ ਹਾਂ ਕਿ ਜਦੋਂ ਛਤਰਪਤੀ ਨੇ ਇਹ ਚਿੱਠੀ ਛਾਪੀ, ਉਸ ਤੋਂ ਉਸੇ ਦੌਰਾਨ ਦੀਆਂ ਘਟਨਾਵਾਂ ਜਿਹੜੀਆਂ ਨਾ, ਚਿੱਠੀ ਜਦੋਂ ਸਾਹਮਣੇ ਆਉਣ ਤੋਂ ਬਾਅਦ ਰਣਜੀਤ ਜਿਹੜਾ ਪ੍ਰਬੰਧਕ ਸੀ ਇੱਕ ਡੇਰੇ ਦਾ, ਉਸ ਦੀ ਭੈਣ ਤੇ ਇਹ ਸ਼ੱਕ ਕੀਤਾ ਗਿਆ ਕਿ ਇਹ ਜਿਹੜਾ ਖਤ ਹੈ, ਗੁਮਨਾਮ ਚਿੱਠੀ ਉਸ ਦੇ ਵੱਲੋਂ ਲਿਖਵਾਈ ਗਈ ਹੈ ਜਾਂ ਲਿਖੀ ਗਈ ਹੈ। ਉਸ ਦਾ ਸ਼ੱਕ ਕਰਦੇ ਆ ਰਣਜੀਤ ਦਾ ਕਤਲ ਕੀਤਾ ਗਿਆ। ਉਹ ਕਤਲ ਦਾ ਵੀ ਜਿਹੜਾ ਮੁਕੱਦਮਾ ਇਸ ਵੇਲੇ ਵਿਚਾਰਧੀਨ ਹੈ। ਉਸ ਕਤਲ ਤੋਂ ਬਾਅਦ ਫਿਰ ਜਿਹੜਾ ਮੁੜ ਕੇ ਇਹਨਾਂ ਨੇ ਆਪਣਾ ਫੈਸਲਾ ਕੀਤਾ ਕਿ ਹੁਣ ਨਿਸ਼ਾਨਾ ਦੂਜਾ ਰਾਮਚੰਦਰ ਛਤਰਪਤੀ ਦਾ। ਪਹਿਲਾਂ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਚਾਰਾਜੋਈ ਕੀਤੀ, ਜਿੱਥੇ ਕਿ ਉਹਨਾਂ ਦੇ ਮੁਕੱਦਮਾ ਦਰਜ ਕਰਨਾ ਵੀ ਡੇਰੇ ਦੀ ਜਿਹੜੇ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਲਿਖ ਰਿਹਾ ਹੈ, ਚਿੱਠੀਆਂ ਛਾਪ ਰਿਹਾ। ਜਦੋਂ ਕਾਨੂੰਨੀ ਚਾਰਾਜੋਈ ਦੇ ਵਿੱਚ ਉਹਨਾਂ ਨੂੰ ਕੁਝ ਨਾ ਮਿਲਿਆ ਤੇ ਆਖਿਰਕਾਰ ਫਿਰ ਉਹੀ ਜਿਹੜਾ ਅਖਤਿਆਰ ਕੀਤਾ ਰਸਤਾ ਜਿਹੜਾ ਇੱਕ ਗਿਰਿਆ ਇੱਕ ਵਹਿਸ਼ੀ ਦਰਿੰਦਾ ਕਰ ਸਕਦਾ ਤੇ ਉਹ ਸੀ ਉਸ ਦਾ ਕਤਲ ਕਰਨਾ। ਇਸ ਤਰ੍ਹਾਂ ਦੇ ਕਤਲ ਕਰਨ ਲਈ ਇਹ ਵੀ ਦੱਸਿਆ ਜਾਂਦਾ ਕਿ ਡੇਰੇ ਦੇ ਇਸ ਪਖੰਡੀ ਬਦਮਾਸ਼ ਨੇ ਇੱਕ ਮਰਨ ਦਸਤਾ ਵੀ ਕਾਇਮ ਕੀਤਾ ਹੋਇਆ ਸੀ, ਜਿਹੜਾ ਕਿ ਡਰਾਉਂਦਾ ਸੀ, ਜਿਹੜਾ ਕਿ ਇਹੋ ਜਿਹੇ ਬੰਦੇ ਪਹਿਲਾਂ ਡੇਰੇ ਦੇ ਵਿੱਚ ਜਿਨ੍ਹਾਂ ਨੂੰ ਨਿਪੁੰਸਕ ਬਣਾਇਆ ਗਿਆ, ਜਿਨ੍ਹਾਂ ਦੇ ਵਿੱਚੋਂ ਐਸੇ ਸਾਧ ਨੇ ਜਿਨ੍ਹਾਂ ਦੀ ਸੈਂਕੜਿਆਂ ਦੀ ਗਿਣਤੀ ਹੈ, ਉਹਨਾਂ ਦਾ ਲਿੰਗਿਕ ਸ਼ੋਸ਼ਣ ਕੀਤਾ ਗਿਆ। ਉਹਨਾਂ ਨੂੰ ਇਸ ਯੋਗ ਰਹਿਣ ਹੀ ਨਹੀਂ ਦਿੱਤਾ ਗਿਆ ਕਿ ਉਹ ਆਪਣੀ ਪਰਿਵਾਰ ਜਾਂ ਔਲਾਦ ਅੱਗੇ ਬਣਾ ਸਕਣ। ਉਹਨਾਂ ਨੂੰ ਨਾਮਰਦ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਫਿਰ ਆਪਣੇ ਲਈ ਆਪਣੀ ਗ੍ਰਿਫਤ ਦੇ ਵਿੱਚ ਲੈ ਕੇ ਉਹਨਾਂ ਤੋਂ ਇਹ ਕਤਲ ਕਰਵਾਉਂਦਾ ਸੀ। ਇਹ ਕਤਲ ਵੀ ਇੱਕ ਤਰ੍ਹਾਂ ਉਹਨਾਂ ਦੇ ਨਤੀਜੇ ਹੀ ਕਹੇ ਜਾ ਰਹੇ ਨੇ। ਗੱਲ ਅਸਲ ਜਿਹੜਾ ਕੁਰਬਾਨੀ ਰਸਤਾ ਬਣਾਇਆ ਸੀ ਡੇਰੇ ਵਾਲਿਆਂ ਨੇ, ਉਹ 'ਤੇ ਚਰਚਾ ਹੋਣੀ ਚਾਹੀਦੀ ਸੀ। ਹੁਣ ਮੇਨ ਸਟ੍ਰੀਮ ਮੀਡੀਆ ਕਿੰਨੀਆਂ ਗੱਲਾਂ ਕਰਦਾ ਸੰਤ ਜਰਨੈਲ ਸਿੰਘ ਬਾਰੇ ਜਾਂ ਬਾਕੀਆਂ ਬਾਰੇ, ਇਹਦੇ ਬਾਰੇ ਉਨੀਆਂ ਗੱਲਾਂ ਕਿੱਥੇ ਹੋਈਆਂ? ਡੇਰੇ ਦੇ ਮਾਮਲੇ 'ਚ ਵੀ ਮੀਡੀਆ ਨੇ, ਵੱਡੇ ਮੀਡੀਆ ਨੇ ਅੱਖਾਂ ਮੀਚ ਕੇ ਰੱਖੀਆਂ ਬਹੁਤ ਲੰਮਾ ਸਮਾਂ। ਥੋੜ੍ਹੇ ਬਹੁਤ ਬੰਦੇ ਆ, ਤਹਿਲਕਾ ਦਾ ਮੀਡੀਆ, ਉਹਨੇ ਗੱਲ ਨੂੰ ਹਾਈਲਾਈਟ ਕੀਤਾ ਜੀ। ਉਸ ਤੋਂ ਇਲਾਵਾ ਜਿਹੜੇ ਪੂਰਾ ਸੱਚ ਵਾਲੇ ਰਾਮਚੰਦਰ ਛਤਰਪਤੀ ਨੇ। ਅਫਸੋਸ ਦੀ ਗੱਲ ਇਹ ਕਿ ਕਿਉਂਕਿ ਛਤਰਪਤੀ ਹਿੰਦੀ 'ਚ ਲਿਖਦਾ ਸੀਗਾ, ਇੱਕ ਹਿੰਦੀ ਖੇਤਰੀ ਅਖਬਾਰ ਸੀ ਉਹਨਾਂ ਦਾ, ਜਿਹੜੇ ਪੈਮਾਨੇ 'ਤੇ ਉਸਨੂੰ ਇੱਕ ਵੱਡਾ ਇੱਕ ਰੁਤਬਾ ਮਿਲਣਾ ਚਾਹੀਦਾ ਸੀ ਪੱਤਰਕਾਰਾਂ ਵੱਲੋਂ ਖਾਸ ਤੌਰ 'ਤੇ, ਉਹ ਨਹੀਂ ਮਿਲਿਆ। ਇਹ ਬਹੁਤ ਵੱਡੀ ਨਾਇਨਸਾਫੀ ਹੈ ਕਿ ਸਿਰਫ ਜੇ ਕੋਈ ਅੰਗਰੇਜ਼ੀ 'ਚ ਲਿਖਣ ਵਾਲਾ ਪੱਤਰਕਾਰ ਮਰੇ ਤਾਂ ਹੀ ਇਸ ਤਰ੍ਹਾਂ ਦੀ ਗੱਲ ਹੋਵੇ। ਜਿਹੜੇ ਖੇਤਰੀ ਭਾਸ਼ਾ 'ਚ ਲਿਖਦੇ ਕਿ ਉਹਨਾਂ ਦਾ ਸਤਿਕਾਰ ਨਹੀਂ ਹੋਣਾ ਚਾਹੀਦਾ। ਹੁਣ ਤੁਸੀਂ ਬਿਲਕੁਲ ਸਹੀ ਕਿਹਾ, ਕਈ ਜਿਹੜੇ ਜਾਲੀ ਸ਼ਹੀਦ ਬਣੇ ਹੋਏ ਜੀ, ਚਾਹੇ ਉਹ ਲਾਲਾ ਜੀ ਨੇ ਪੰਜਾਬ ਕੇਸਰੀ ਵਾਲੇ, ਚਾਹੇ ਇੱਧਰ ਇੱਕ ਪਿਛਲੇ ਹਫ਼ਤੇ ਅਸੀਂ ਗੱਲ ਕਰਕੇ ਹਟੇ ਹਾਂ ਜੀ, ਬਾਰ-ਬਾਰ ਆਪਾਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ, ਪਰ ਕਹਿਣ ਦਾ ਮਤਲਬ ਕਿ ਅਸੀਂ ਉਹਨਾਂ ਨੂੰ ਤਾਂ ਸਿਰ ਤੇ ਚੁੱਕਿਆ ਹੋਇਆ, ਪਰ ਜਿਹੜਾ ਐਕਚੁਅਲੀ ਜਿਹੜਾ ਉਸ ਫੀਲਡ 'ਚ ਰਹਿ ਕੇ ਸੱਚਾਈ ਨਾਲ ਖੜ ਕੇ ਇਸ ਤਰ੍ਹਾਂ ਮਾਰਿਆ ਗਿਆ, ਉਹਦੀ ਗੱਲ ਨਾ ਹੋਣੀ ਇਹ ਬਹੁਤ ਵੱਡੀ ਬੇਇਨਸਾਫੀ ਹੈ। ਅੰਗਰੇਜ਼ੀ ਮੀਡੀਆ 'ਤੇ ਸਾਨੂੰ ਇਹ ਸਵਾਲ ਇਤਰਾਜ਼ ਹੋ ਸਕਦਾ ਕਿ ਤੁਸੀਂ ਸਿਰਫ ਅੰਗਰੇਜ਼ੀ ਵਾਲਿਆਂ ਨੂੰ ਤਰਜੀਹ ਦਿੰਦੇ ਹੋ, ਬਾਕੀਆਂ ਨੂੰ ਵਰਨੈਕੂਲਰ ਕਹਿ ਕੇ, ਛੋਟਾ ਮੀਡੀਆ ਕਹਿ ਕੇ ਦਰਕਾਰ ਦਿੰਦੇ ਹੋ। ਪਰ ਜਿਹੜਾ ਦੇਸੀ ਮੀਡੀਆ ਵੀ ਹੈ ਉਹ ਵੀ ਤਾਂ ਆਪਣੀ ਪੁਣ ਛਾਣ ਕਰੇ ਕਿ ਤੁਹਾਡੇ ਵਿੱਚੋਂ ਵੀ ਜਿਹੜੇ ਵਧੀਆ ਪੱਤਰਕਾਰ ਨੇ ਜਿਨ੍ਹਾਂ ਦੀ ਸਹੀ ਤਰੀਕੇ ਨਾਲ ਨਿਸ਼ਾਨਦੇਹੀ ਹੋਵੇ, ਉਹਦਾ ਫਰਜ਼ ਤੁਹਾਡਾ ਵੀ ਤਾਂ ਬਣਦਾ ਹੀ ਆ। ਬਿਲਕੁਲ। ਸੋ ਉਹਨੂੰ ਕਿਵੇਂ ਨਕਾਰ ਦਿੱਤਾ ਗਿਆ? ਕਿੰਨੇ ਪ੍ਰੈਸ ਕਲੱਬ ਨੇ ਇੱਧਰ ਉੱਧਰ ਉਸ ਨੂੰ ਸ਼ਹੀਦ ਮੰਨਣ ਜਾਂ ਉਸਦੇ ਨਾਂ ਤੇ ਕੋਈ ਪੁਰਸਕਾਰ ਰੱਖਣ ਜਾਂ ਕੋਈ ਦਿਹਾੜਾ ਮਨਾਉਣ। ਸੋ ਇਹ ਗੱਲਾਂ ਤੇ ਉਹਨਾਂ ਨੇ ਕਰਨੀਆਂ। ਪਰ ਜਿਹੜੀ ਸਭ ਤੋਂ ਵੱਡੀ ਗੱਲ ਕਿ ਰਾਮਚੰਦਰ ਛਤਰਪਤੀ ਦੇ ਕੇਸ ਜਿਹੜਾ ਮੈਨੂੰ ਲੱਗਦਾ ਕਿ ਜਿਹੜੀ ਉਸਦੀ ਕੁਰਬਾਨੀ ਸਾਨੂੰ ਇੱਕ ਮੈਸੇਜ ਦੇ ਰਹੀ ਹੈ ਕਿ ਅੱਜ ਵੀ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਜਿਹੜਾ ਡੇਰੇਵਾਦ ਦੇ ਖਿਲਾਫ ਲੜਾਈ ਹੈ ਇਹ ਅਸੀਂ ਟੁਕੜਿਆਂ 'ਚ ਨਹੀਂ ਲੜ ਸਕਦੇ। ਇਹਦੇ ਬਹੁਤ ਪੱਖੀ ਪਹੁੰਚ ਬਣਾਉਣੀ ਪਏਗੀ। ਪਹਿਲਾਂ ਕੀ ਗੱਲ, ਡੇਰੇ ਪਨਪ ਕਿਉਂ ਰਹੇ ਆ? ਜਿਹੜਾ ਜ਼ਾਤ ਪਾਤ ਦਾ ਕੋਡ ਸਿੱਖੀ 'ਚ ਆ ਵੜਿਆ ਉਹਨੂੰ ਦੂਰ ਕਰਨਾ ਪਏਗਾ, ਜਿਹਦੇ ਕਰਕੇ ਲੋਕ ਭਾਈਚਾਰੇ ਤੋਂ ਟੁੱਟ ਕੇ ਉੱਧਰ ਨੂੰ ਜਾ ਰਹੇ ਨੇ। ਫਿਰ ਦੂਜੀ ਗੱਲ ਆ ਜਾਂਦੀ ਕਿ ਡੇਰੇ ਦੇ ਨਾਂ ਤੇ ਜੋ ਝੂਠ ਕੁਫਰ ਤੋਲਿਆ ਜਾ ਰਿਹਾ, ਉਸ ਦੀ ਜ਼ਿੰਮੇਵਾਰੀ ਇਕੱਲੀ ਪੰਥਕ ਧਿਰਾਂ ਦੀ ਨਹੀਂ ਬਣਦੀ, ਖੱਬਿਆਂ ਦੀ ਵੀ ਬਰਾਬਰ ਦੀ ਬਣਦੀ ਹੈ। ਬਿਲਕੁਲ, ਰਲ ਮਿਲ ਕੇ ਲੜਾਈ ਲੜੀ ਜਾਵੇ। ਸਹੀ ਹੈ। ਰਾਮਚੰਦਰ ਛਤਰਪਤੀ ਨੇ ਆਪਣਾ ਰਸਤਾ ਵਿਖਾ ਕੇ ਆਪਣੀ ਕੁਰਬਾਨੀ ਦੇ ਦਿੱਤੀ, ਹੁਣ ਅਗਾਂਹ ਕੀ ਹੈ? ਇਹ ਧਿਰਾਂ ਵਿਚਾਰਨ ਆਪਸ 'ਚ। ਬਿਲਕੁਲ। ਪਰ ਜੇ ਇਹੀ ਕੰਮ ਰਿਹਾ ਕਿ ਜਿਹੜੀਆਂ ਲੈਫਟ ਵਾਲੀਆਂ ਪਾਰਟੀਆਂ ਵੀ ਉਹੀ ਕਰ ਰਹੀਆਂ ਜੋ ਬੀਜੇਪੀ ਕਾਂਗਰਸ ਕਰ ਰਹੀ ਹੈ, ਵੋਟਾਂ ਦੀ ਭੀਖ ਮੰਗਣ ਜਾਂਦੇ ਉਹਨਾਂ ਕੋਲ, ਤਾਂ ਫਿਰ ਤਾਂ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੀ ਹੋਈ। ਇਹਨਾਂ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਅੱਜ। ਮੈਂ ਦੇਖਦਾ ਕਿ ਕਹਿੰਦੇ ਹੁੰਦੇ ਨਾ ਕਿ ਜਿਹੜਾ ਬੰਦਾ ਨਿਸ਼ਠਾ ਕਰ ਲਵੇ, ਫੈਸਲਾ ਕਰ ਲਵੇ,
ਉਹ ਬੰਦਾ ਕਿੱਡੀ ਵੱਡੀ ਜਿਹੜੀ ਹੈ ਇਤਿਹਾਸਕ ਦੇਣ ਦੇ ਸਕਦਾ। ਇੱਕ ਬਿਲਕੁਲ ਪੱਤਰਕਾਰੀ ਦੇ ਖੇਤਰ 'ਚ ਪੈਰ ਧਰਨ ਵਾਲਾ ਇੱਕ ਵਿਅਕਤੀ, ਉਸਨੇ ਏਡਾ ਵੱਡਾ ਰੈਵੋਲੂਸ਼ਨਰੀ ਕੰਮ ਕੀਤਾ ਕੁਝ ਮਹੀਨਿਆਂ ਦੇ ਵਿੱਚ ਹੀ ਕਿ ਇਤਿਹਾਸ ਰਚ ਦਿੱਤਾ, ਨਵਾਂ ਇਤਿਹਾਸ ਰਚ ਦਿੱਤਾ। ਬੇਸ਼ੱਕ ਉਹ ਉਸਦੀ ਆਪਣੀ ਜਾਨ ਦੀ ਕੁਰਬਾਨੀ ਦੇ ਕੇ, ਸ਼ਹਾਦਤ ਦੇ ਕੇ ਉਸਨੇ ਉਹਨੂੰ ਸਿੰਚਿਆ। ਹੁਣ ਇੱਥੇ ਇੱਕ ਸਵਾਲ ਆਉਂਦਾ ਹੈ ਕਿ ਜਿਵੇਂ ਤੁਸੀਂ ਹਿੰਦੀ ਭਾਸ਼ਾ ਦੀ ਗੱਲ ਕੀਤੀ ਹੈ ਕਿ ਖੇਤਰੀ ਭਾਸ਼ਾ 'ਚ ਲਿਖਦਾ ਸੀ, ਹੁਣ ਦਾਅਵਾ ਤਾਂ ਅੱਜ ਜਿਹੜਾ ਇਸ ਵੇਲੇ ਹਿੰਦੁਸਤਾਨ ਦਾ ਇਸ ਤਰ੍ਹਾਂ ਕੀਤਾ ਜਾਂਦਾ ਕਿ ਰਾਸ਼ਟਰੀ ਭਾਸ਼ਾ, ਹਾਲਾਂਕਿ ਸਾਰੀਆਂ ਭਾਸ਼ਾਵਾਂ ਭਾਰਤ ਦੇ ਵਿੱਚ ਇੱਕ ਪੱਧਰ ਦੀਆਂ ਨੇ, ਪਰ ਕਿਉਂਕਿ ਮਿਥ ਲਿਆ ਏਜੰਡਾ ਜਿਹੜਾ ਹੈ ਅੱਜ ਦੇ ਜਿਹੜੇ ਮਨੂਵਾਦੀ ਸੋਚ ਦੇ ਧਾਰਨੀ ਲੋਕਾਂ ਦਾ ਵੀ ਹੈ, ਜੇ ਮੰਨ ਵੀ ਲਈਏ ਕਿ ਦੇਸ਼ ਦੀ ਇਹ ਪ੍ਰਮੁੱਖ ਭਾਸ਼ਾ ਹੈ ਕੁਝ ਮਿੰਟਾਂ ਲਈ, ਉਸ ਦੇ ਵਿੱਚ ਲਿਖਣ ਵਾਲਾ ਬੰਦਾ ਜਿੱਥੇ ਸਰਸਾ ਤੋਂ ਲੈ ਕੇ ਦਿੱਲੀ ਤੱਕ, ਦਿੱਲੀ ਤੋਂ ਲੈ ਕੇ ਉੱਤਰੀ ਭਾਰਤ ਦੇ ਸਾਰੇ ਖੇਤਰਾਂ 'ਚ ਜਿੱਥੇ ਹਿੰਦੀ ਪੜ੍ਹੀ ਜਾਂਦੀ ਹੈ, ਬੋਲੀ ਜਾਂਦੀ ਹੈ, ਕਿ ਹਿੰਦੀ ਦੇ ਵਿੱਚ ਛਪਣ ਵਾਲਾ ਅਖਬਾਰ ਪੂਰਾ ਸੱਚ, ਉਸ ਦਾ ਪੱਤਰਕਾਰ ਸ਼ਹੀਦ ਹੋਇਆ ਹੋਵੇ, ਕਿ ਲੋਕਾਂ ਦੀ ਜਾਂ ਪੱਤਰਕਾਰੀ ਖੇਤਰ ਵਾਲਿਆਂ ਦੀ ਜ਼ਮੀਰ ਬਿਲਕੁਲ ਮਰ ਚੁੱਕੀ ਹੈ ਕਿ ਉਸ ਦੀ ਗੱਲ ਹੀ ਨਾ ਹੋਵੇ। ਦੇਸ਼ ਦੀ ਤੁਸੀਂ ਦਾਅਵਾ ਕਰਦੇ ਹੋ ਕਿ ਇਹ ਸਭ ਤੋਂ ਵੱਡੀ ਭਾਸ਼ਾ ਹੈ ਤੇ ਤੁਸੀਂ ਕਹਿੰਦੇ ਹੋ ਕਿ ਇਹ ਪ੍ਰਮੁੱਖ ਲੈਂਗੁਏਜ ਹੈ, ਸੋ ਉਸ ਦੇ ਵਿੱਚ ਇਸ ਦਾ ਅਵਾਰਡ ਰੱਖਿਆ ਜਾਣਾ ਚਾਹੀਦਾ ਸੀ। ਇਹੋ ਜਿਹੇ ਪੱਤਰਕਾਰਾਂ ਨੂੰ ਉਤਸ਼ਾਹ ਮਿਲਦਾ। ਚੰਦ ਕੁ ਨਾਮ ਨੇ ਜਿਨ੍ਹਾਂ ਨੂੰ, ਕੁਛ ਕੁ ਬੰਦਿਆਂ ਨੂੰ ਜਿਹੜੇ ਕੁਛ ਟੈਲੀਵਿਜ਼ਨ ਚੈਨਲ 'ਤੇ ਨੇ, ਕੁਝ ਲਿਖਦੇ ਨੇ, ਉਹਨਾਂ ਨੂੰ ਛੱਡ ਕੇ ਕੁਛ ਨਹੀਂ। ਅਸੀਂ ਸਬੱਬੀ ਜਿਹੜੀ ਗੱਲ ਕਰਦੇ ਹਾਂ, ਅਸੀਂ ਉਸੇ ਹੀ ਮੁਤਲਕ ਜਿਹੜੀ ਗੱਲ ਕਰਦੇ ਹਾਂ, ਕਦੇ ਰਵੀਸ਼ ਕੁਮਾਰ ਦੀ ਗੱਲ ਕਰਦੇ ਹਾਂ, ਅੱਜ ਮਾਣ ਨਾਲ ਕਿਹਾ ਜਾ ਸਕਦਾ, ਜਾਂ ਫਿਰ ਕੁਝ ਹੋਰ ਲਿਖਣ ਵਾਲੇ ਨੇ। ਅੱਜ ਅਰੁੰਧਤੀ ਰਾਓ ਦੀ ਗੱਲ ਅਸੀਂ ਉਹਨਾਂ ਦੀ ਗੱਲ ਕਰੀਏ, ਉਹ ਖੁਦ ਉਹਨਾਂ ਦਾ ਵੀ ਜਿਹੜਾ ਜਨਮ ਦਿਨ ਦੀ ਤਾਰੀਖ ਜਦੋਂ ਅਸੀਂ ਵਿਚਾਰਦੇ ਹਾਂ ਕਿ 24 ਨਵੰਬਰ ਦੀ ਹੈ, ਤੇ 24 ਨਵੰਬਰ ਦਾ ਦਿਨ ਐਸੀ ਸ਼ਖਸੀਅਤ ਦਾ ਵੀ ਹੈ ਜਦੋਂ ਅਸੀਂ ਇੱਕ ਪਾਸੇ ਰਾਮਚੰਦਰ ਛਤਰਪਤੀ ਦੀ ਗੱਲ ਕਰਦੇ ਹਾਂ, ਜਿਹੜੇ ਮਨੁੱਖੀ ਹੱਕਾਂ ਦੇ ਲਈ ਤੇ ਵਿਕਟਮ ਜਿਹੜੇ ਕਮਜ਼ੋਰ ਬੱਚੀਆਂ ਔਰਤਾਂ ਸਨ ਉਹਨਾਂ ਦੇ ਲਈ ਸ਼ਹੀਦ ਹੋਏ ਇੱਕ ਜ਼ਾਲਮ ਦੇ ਖਿਲਾਫ, ਤੇ ਅੱਜ ਜਿੰਦਾ ਸ਼ਹੀਦ ਵਾਲੀ ਲੜਾਈ ਜਿਹੜੀ ਹੈ ਅਰੁੰਧਤੀ ਰਾਏ ਲੜ ਰਹੇ ਨੇ। ਉਹ ਵੀ ਦੇਖੋ ਗੱਲ ਇਸ ਤਰ੍ਹਾਂ ਕਿ ਪਹਿਲੀ ਗੱਲ ਇਹ ਦੇਖੋ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਹਿੰਦੁਸਤਾਨ ਦੀ ਸੋਚ ਅਸੀਂ ਖਲੋਤੇ ਹਾਂ, ਉਹਨਾਂ ਦੀ ਲਿਫਾਫੇਬਾਜ਼ੀ ਤਾਂ ਇਸ ਗੱਲ ਤੋਂ ਸਿੱਧ ਹੋ ਜਾਂਦੀ ਕਿ ਜੇ ਰਾਮਚੰਦਰ ਛਤਰਪਤੀ ਤੁਹਾਡੇ ਉਹਦੇ 'ਚ ਚੌਕਟ 'ਚ ਫਿੱਟ ਨਹੀਂ ਆ ਰਿਹਾ ਜਾਂ ਤੁਹਾਡੇ ਏਜੰਡੇ ਦੇ ਮੁਤਾਬਕ ਨਹੀਂ ਚੱਲ ਰਿਹਾ, ਤੁਸੀਂ ਉਹਨੂੰ ਇਗਨੋਰ ਕਰ ਰਹੇ ਹੋ, ਉਸ ਤੋਂ ਪਤਾ ਲੱਗਦਾ ਕਿ ਤੁਹਾਡੀ ਕਿੰਨੀ ਕਿ ਆਪਣੀ ਭਾਸ਼ਾ ਪ੍ਰਤੀ ਨਿਸ਼ਠਾ ਹੈ। ਤੁਹਾਡਾ ਤਾਂ ਇਹ ਨਿਸ਼ਾਨਾ ਕਿ ਉਸ ਭਾਸ਼ਾ 'ਚ ਲਿਖ ਹੀ ਰਹੇ ਹੋ, ਕਿ ਸਾਡੇ ਮੁਤਾਬਕ ਲਿਖ ਰਹੇ ਹੋ, ਸਾਡੇ ਉਲਟ ਲਿਖ ਰਹੇ ਹੋ। ਬਿਲਕੁਲ ਹਿੰਦੀ ਵਿੱਚ ਹੀ ਮੈਂ ਤੁਹਾਨੂੰ ਨਾਂ ਗਿਣਾ ਸਕਦਾ, ਬਹੁਤ ਸਾਰੇ ਪੱਤਰਕਾਰ ਨੇ, ਬਹੁਤ ਲੇਖਕ ਨੇ ਜਿਨ੍ਹਾਂ ਨੇ ਸ਼ਿੱਦਤ ਦੇ ਨਾਲ ਹਿੰਦੂਤਵਾ ਦੇ ਖਿਲਾਫ ਠੋਕ ਕੇ ਲਿਖਿਆ, ਚਾਹੇ ਸੁਭਾਸ਼ ਗਤਾੜੇ ਹੋਇਆ, ਚਾਹੇ ਰਾਮ ਸਰੂਪ ਵਰਮਾ ਹੋਇਆ, ਕਈ ਨਾਂ ਨੇ। ਹੁਣ ਉਹਨਾਂ ਨੂੰ ਤਾਂ ਰਾਮਚੰਦਰ ਛਤਰਪਤੀ ਤੋਂ ਐਲਰਜੀ ਹੈ, ਕਿਉਂਕਿ ਛਤਰਪਤੀ ਤਾਂ ਬ੍ਰਾਹਮਣੀ ਸੋਚ ਦੇ ਉਲਟ ਲਿਖ ਰਿਹਾ ਜੀ, ਜਾਂ ਡੇਰਾਵਾਦ ਦੇ ਉਲਟ ਲਿਖ ਰਿਹਾ। ਉਹ ਡੇਰਾਵਾਦ ਜਿਹੜਾ ਬੀਜੇਪੀ ਦੀ ਪੋਲਿਟਿਕਸ ਨੂੰ ਫਿੱਟ ਪੈਂਦਾ। ਇਹ ਗੱਲ ਵੱਖਰੀ ਕਿ ਡੇਰੇ ਦੇ ਜਿਹੜੇ ਪ੍ਰੇਮੀ ਨੇ ਉਹ ਬੇਸ਼ੱਕ ਜ਼ਾਤ ਪਾਤ ਦੇ ਕੋਡ ਤੋਂ ਤੰਗ ਹੋ ਕੇ ਸਿੱਖੀ ਟੁੱਟ ਕੇ ਇੱਧਰ ਨੂੰ ਆਏ ਆ, ਪਰ ਇੱਕ ਵੱਖਰੇ ਐਂਗਲ ਤੋਂ ਗੱਲ ਕਰੋ ਤਾਂ ਬੀਜੇਪੀ ਨੂੰ ਇਹ ਡੇਰੇ ਸੂਟ ਕਰਦੇ ਆ। ਜਿਵੇਂ ਤੁਸੀਂ ਵੇਖਿਆ ਕਿ ਸੰਘੀਆਂ ਨੇ ਕਿਵੇਂ ਉਹਦੀ ਪੁਸ਼ਪਨਾਹੀ ਕੀਤੀ ਹੈ, ਬਿਲਕੁਲ ਉਸ ਨੂੰ ਇੱਕ ਦਿਨ ਦੀ ਪਰੋਲ ਵੀ ਦਿੱਤੀ ਗਈ ਹੁਣ ਪਿੱਛੇ ਜੀ। ਹੁਣ ਕਹਿਣ ਦਾ ਮਤਲਬ ਕਿ ਇੱਥੋਂ ਪਤਾ ਲੱਗਦਾ ਕਿ ਵੀ ਜਿਹੜੀ ਹਿੰਦੁਸਤਾਨ ਦੀ ਵੀ ਗੱਲ ਆ, ਉਹ ਵੀ ਲਿਫਾਫੇਬਾਜ਼ੀ ਹੈ ਜੀ, ਨਿਸ਼ਠਾ ਉੱਚ ਵੀ ਹੈ ਨਹੀਂ, ਸਿਰਫ ਲੋਕ ਦਿਖਾਵਾ ਜੀ। ਜੇ ਹਿੰਦੀ ਪ੍ਰਤੀ ਨਿਸ਼ਠਾ ਹੋਵੇ ਤਾਂ ਨਿਸ਼ੰਗ ਹੋ ਕੇ ਜਿਹੜੇ ਹਿੰਦੀ 'ਚ ਜਿਨ੍ਹਾਂ ਨੇ ਹਿੰਦੀ ਜ਼ਬਾਨ ਨੂੰ ਅਮੀਰ ਬਣਾਇਆ ਅੱਗੇ ਵਧੂ ਸੋਚ ਦੇ ਨਾਲ, ਉਹ ਤੁਹਾਨੂੰ ਸਗੋਂ ਉਹਨਾਂ ਨੂੰ ਤਾਂ ਅੱਖਾਂ 'ਤੇ ਬਿਠਾਉਣਾ ਚਾਹੀਦਾ ਜੀ। ਪਰ ਕਿਉਂਕਿ ਉਹ ਤੁਹਾਡੇ ਗੱਲ ਨੂੰ ਪੈਂਦੇ ਆ, ਤੁਹਾਡੀ ਸੋਚ ਨੂੰ ਉਹ ਕੁਛ ਨਹੀਂ ਸਮਝਦੇ, ਤੁਹਾਡੀ ਸੋਚ ਨੂੰ ਚੁਣੌਤੀ ਦੇ ਰਹੇ, ਸ਼ੀਸ਼ਾ ਵਿਖਾ ਰਹੇ ਆ, ਤੁਹਾਨੂੰ ਫਿੱਟ ਨਹੀਂ ਬੈਠਦੇ, ਤਾਂ ਤੁਸੀਂ ਉਹਨਾਂ ਦੇ ਖਿਲਾਫ ਹੋ। ਹੁਣ ਇੱਥੇ ਵੀ ਕਈ ਇੱਥੇ ਅਖਬਾਰ ਕੱਢਦੇ ਫਿਰਦੇ ਇੱਥੇ ਕਿ ਜੀ ਉਹ ਅਸੀਂ ਤਾਂ ਜੀ ਬਾਬਿਆਂ ਦੇ ਖਿਲਾਫ ਹਾਂ, ਬਾਬਿਆਂ ਦੇ ਖਿਲਾਫ ਅਸੀਂ ਇਸ਼ਤਿਹਾਰ ਨਹੀਂ ਛਾਪਣੇ, ਤੇ ਪ੍ਰੇਮੀਆਂ ਨੂੰ ਤੁਸੀਂ ਆਪਣੇ ਰਾਈਟਰ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਇੱਥੇ ਵੈਂਕੂਵਰ ਦੀ ਗੱਲ ਕਰਦੇ ਹਾਂ ਆਪਾਂ ਜੀ। ਔਰ ਇਹ ਉਹ ਲੋਕ ਨੇ ਜਿਹੜੇ ਸਾਨੂੰ ਆ ਕੇ ਅੱਖਾਂ ਵਿਖਾਉਂਦੇ ਸੀ ਕਿ ਤੁਸੀਂ ਸੱਚੇ ਸੌਦੇ ਦੇ ਖਿਲਾਫ ਬੋਲਣਾ ਬੰਦ ਕਰੋ। ਹਾਂਜੀ, ਇੱਕ ਉਹਨਾਂ 'ਚੋਂ ਸੱਜਣ ਨੇ ਜਿਹਨੇ ਮੈਨੂੰ ਫੋਨ ਕਰਕੇ, ਪਹਿਲਾਂ ਕੁਝ ਹੋਰ ਨਾਂ ਸੀ ਮਗਰ ਉਹ ਇਨਸਾਨ ਨਾਲ ਲਾਪੇ ਨਾਂ ਦੇ ਨਾਲ, ਮੇਰਾ ਖਿਆਲ ਉਹ ਜਿਹੜਾ ਰੂਹ ਅਫਜ਼ਾ ਛਕ ਲਿਆ ਹੋਣਾ ਜਿਹੜਾ ਬਾਬੇ ਨੇ ਤਿਆਰ ਕੀਤਾ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਕਰਕੇ ਮੈਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਤੁਹਾਡੇ ਬਾਰੇ ਵੀ ਤਿਆਰੀ ਹੋ ਰਹੀ ਕਿ ਵੀ ਇੱਥੇ ਤੁਹਾਡੇ 'ਤੇ ਹਮਲਾ ਹੋ ਸਕਦਾ। ਆਪਣੇ ਵੱਲੋਂ ਹਮਦਰਦ ਬਣ ਕੇ ਕਹਿ ਰਿਹਾ, ਪਰ ਹੈ ਉਹਨਾਂ ਦਾ। ਮੈਂ ਉਹਨਾਂ ਨੂੰ ਇੰਨਾ ਹੀ ਕਿਹਾ, ਮੈਂ ਕਿਹਾ ਰਾਮਚੰਦਰ ਛਤਰਪਤੀ ਵਰਗੇ ਤਾਂ ਉੱਥੇ ਸ਼ੇਰ ਦੀ ਜਾੜ 'ਚ ਬੈਠੇ, ਕੋਈ ਡਰੇ ਨਹੀਂ, ਅਸੀਂ ਤਾਂ ਇੰਨੀ ਦੂਰ ਬੈਠੇ ਹਾਂ, ਸਾਡੀ ਕਿਹੜਾ ਕੋਈ ਲੱਤ ਭੰਨ ਲਊਗਾ। ਇੰਨੀ ਦੀ ਗੱਲ ਅਸੀਂ ਕਰਨੀ ਹੈ, ਟਾਕ ਸ਼ੋ ਕਰਨੇ ਹਾਂ, ਤੁਸੀਂ ਆਪਣਾ ਪੱਖ ਦੇ ਨਾ ਆ ਕੇ ਦਿਓ। ਕਿਉਂਕਿ ਇਹ ਮੈਨੂੰ ਲੱਗਦਾ ਕਿ ਜਿਹੜਾ ਛਤਰਪਤੀ ਦਾ ਕਤਲ ਵੀ ਹੋਇਆ, ਬੇਸ਼ੱਕ ਉਹਨਾਂ ਨੇ ਮਾਨਹਾਨੀ ਦਾ ਦਾਅਵਾ ਠੋਕਿਆ, ਪਰ ਉਹਨਾਂ ਦੇ ਮਨ 'ਚ ਹੈਂਕੜ ਨਹੀਂ ਸੀਗੀ, ਉਹ ਮਾਨਹਾਨੀ ਦਾ ਮਸਲਾ ਨਹੀਂ ਸੀਗਾ, ਉਹ ਸਿਰਫ ਉਹਨੂੰ ਆਰਥਿਕ ਤੌਰ 'ਤੇ ਕਮਜ਼ੋਰ ਕੰਗਾਲ ਕਰਨ ਲਈ ਕੋਟਾਂ 'ਚ ਘੜੀਸ ਰਹੇ ਸੀਗੇ। ਮਨਸ਼ਾ ਇਹ ਨਹੀਂ ਸੀ ਕਿ ਉਸ ਦੀ ਗੱਲ ਨੂੰ ਝੁਠਲਾਉਣਾ ਜਾਂ ਆਪਣੇ ਆਪ ਨੂੰ ਸੱਚਾ ਸਿੱਧ ਕਰਨਾ। ਧੌਂਸ ਸੀਗੀ ਕਿ ਪਹਿਲਾਂ ਤਾਂ ਇਹਦੀ ਮਤਲਬ ਆਰਥਿਕ ਹਾਲਤ ਪਤਲੀ ਕਰੋ, ਫਿਰ ਜੇ ਨਹੀਂ ਸੂਤ ਆਉਂਦਾ ਫਿਰ ਇਹਨੂੰ ਗੋਲੀ ਵੀ ਮਾਰਾਂਗੇ,
ਇਹ ਮਨਸ਼ਾ ਸੀ ਉਹਨਾਂ ਦੀ, ਦੇਖੋ ਜੇ ਕੋਈ ਸਮਝਣ ਵਾਲਾ ਹੋਵੇ ਤਾਂ। ਜੇ ਅਸੀਂ ਸੋਚੀਏ ਨਾ ਕਿ ਉਹ ਬਹੁਤ ਕਾਨੂੰਨ ਦਾ ਰਸਤਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਜੇ ਕਾਨੂੰਨ ਨੂੰ ਕੋਈ ਸਮਝਦੇ ਹੁੰਦੇ ਤੇ ਹਾਲਾਤ ਇੱਥੋਂ ਤੱਕ ਪਹੁੰਚਦੇ ਸੀਗੇ? ਤੁਸੀਂ ਆਪ ਦੱਸੋ, ਕੁਰਬਾਨੀ ਰਸਤਾ ਬਣਾਉਣ ਦੀ ਕੀ ਲੋੜ ਸੀ ਉਹਨਾਂ ਨੂੰ? ਕਾਨੂੰਨ ਨਾਲ ਤਾਂ ਖਿਲਵਾੜ ਕਰ ਰਹੇ ਸੀ, ਕਾਨੂੰਨ ਘਾੜੇ ਅਗਾਂਹ ਉਹਨਾਂ ਨੂੰ ਪੁਸ਼ਪਨਾਹੀ ਕਰ ਰਹੇ ਸੀ, ਤਾਂ ਕਰਕੇ ਬਾਬੇ ਦੀ ਤੂਤੀ ਬੋਲਦੀ ਰਹੀ। ਸੋ ਇਹ ਸੱਚਾਈਆਂ ਨੇ ਜਿਹਦੇ ਬਾਰੇ ਲੋਕਾਂ ਨੂੰ ਸੋਚਣਾ ਚਾਹੀਦਾ। ਹੁਣ ਜਿੱਥੇ ਤੱਕ ਜਿਸ ਤਰ੍ਹਾਂ ਰਾਮਚੰਦਰ ਛਤਰਪਤੀ ਨੇ ਉਸ ਵੇਲੇ ਜਦੋਂ ਇਹ ਮਾਣਹਾਨੀ ਦਾ ਦਾਅਵਾ ਵੀ ਕੀਤਾ ਗਿਆ, ਆਰਥਿਕ ਤੌਰ ਤੇ ਉਹਨਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਫਿਰ ਵੀ ਨਾ ਤਾਂ ਅਖਬਾਰ ਦੇ ਵਿੱਚ ਇਸ ਗੱਲ ਦੀ ਮਾਫੀ ਮੰਗੀ, ਨਾ ਉਸ ਸੱਚ ਨੂੰ ਬਿਲਕੁਲ ਹੀ ਉਸ ਤੋਂ ਪਾਸਾ ਵਟਿਆ, ਬਲਕਿ ਉਸ ਨੂੰ ਹੋਰ ਮਜ਼ਬੂਤੀ ਨਾਲ ਲਿਖਿਆ। ਤੇ ਉਸ ਤੋਂ ਬਾਅਦ ਫਿਰ ਇੱਕੋ ਹੀ ਉਹਨਾਂ ਕੋਲੇ ਚਾਰਾ ਸੀ ਕਿ ਇਸ ਬੰਦੇ ਦਾ ਅੰਤ ਕਰ ਦਿਓ, ਖਤਮ ਕਰ ਦਿਓ। ਪਰ ਉਸ ਨੂੰ ਸਰੀਰਕ ਤੌਰ ਤੇ ਤਾਂ ਖਤਮ ਕਰਤਾ। ਅੱਜ 2002 ਤੋਂ ਲੈ ਕੇ 2020 ਤੱਕ ਅਸੀਂ ਜਦੋਂ ਗੱਲ ਕਰ ਰਹੇ ਹਾਂ, ਅੱਜ ਵੀ ਛਤਰਪਤੀ ਜਿਉਂਦਾ ਹੈ। ਅੱਜ ਵੀ ਰਾਮਚੰਦਰ ਛਤਰਪਤੀ ਦੀ ਉਹ ਜਿਹੜੀ ਦੇਣ ਹੈ, ਉਸ ਨੂੰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਅੱਗੇ ਤੋਰਿਆ, ਜਿਨ੍ਹਾਂ ਦੇ ਵਿੱਚ ਉਹ ਲੋਕ ਪੱਤਰਕਾਰ ਵੀ ਨੇ, ਉਹ ਲੋਕ ਜਿਹੜੇ ਵਕੀਲ ਵੀ ਨੇ, ਜਿਹੜੇ ਥਾਂ ਥਾਂ ਤੇ ਅਦਾਲਤਾਂ ਜਾਂਦੇ ਰਹੇ, ਉਹ ਵੀ ਨੇ ਜਿਹੜੇ ਉਹਨਾਂ ਦੋਹਾਂ ਲੜਕੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਰਥਿਕ ਸਹਿਯੋਗ ਦਿੰਦੇ ਰਹੇ, ਉਹਨਾਂ ਨੂੰ ਸ਼ੈਲਟਰ ਦਿੰਦੇ ਰਹੇ। ਉਹ ਵੀ ਨੇ ਜਿਹੜੇ ਜੱਜ ਦੇ ਤੌਰ ਤੇ ਜਗਦੀਪ ਸਿੰਘ ਵਰਗੇ, ਜਿਨ੍ਹਾਂ ਨੇ ਬੇਖੌਫ ਹੋ ਕੇ ਉਸ ਵੇਲੇ ਫੈਸਲਾ ਦਿੱਤਾ, ਜਦੋਂ ਕਿ ਇੱਕ ਬਦਮਾਸ਼ ਵਾਂਗ ਉਹ ਕਾਰਾਂ ਦਾ ਕਾਫਲਾ ਲੈ ਕੇ ਕੋਰਟ ਦੇ ਵਿੱਚ ਜਾ ਰਿਹਾ ਸੀ। ਤੇ ਇਹੋ ਜਿਹੇ ਜਿਹੜੇ ਪਖੰਡੀ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਉਹਨਾਂ ਦੇ ਚੌਧਰੀ ਮੰਨਦੇ ਨੇ, ਉਹ ਫਿਰ ਪੂਛ ਦਬਾ ਕੇ ਭੱਜੇ ਆਏ ਉਸ ਵੇਲੇ ਉੱਥੋਂ, ਜਦੋਂ ਕਿ ਉਹਨੂੰ ਸਜ਼ਾ ਹੋਈ। ਇਹੋ ਜਿਹਾ ਜਿਹੜਾ ਬਦਮਾਸ਼ ਹੈ, ਉਹ ਜੇ ਉਹਨਾਂ ਗੁਮਨਾਮ ਚਿੱਠੀਆਂ ਦੇ ਕਰਕੇ ਉਸ ਦਾ ਢਹਿ ਢੇਰੀ ਹੋ ਗਿਆ ਸਾਰਾ ਕਿਲਾ, ਉਹਦੀ ਸੱਚਾਈ ਜਗ ਜ਼ਾਹਰ ਹੋ ਗਈ, ਜਾਂ ਉਸ ਨੂੰ ਜਿਸ ਤਰੀਕੇ ਨਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ, ਉਸ ਦੇ ਲਈ ਜੇ ਕ੍ਰੈਡਿਟ ਦੇਣਾ ਬਣਦਾ ਤਾਂ ਛਤਰਪਤੀ ਤੇ ਉਹਨਾਂ ਸਾਰਿਆਂ ਲੋਕਾਂ ਨੂੰ ਦੇਣਾ ਬਣਦਾ ਜਿਨ੍ਹਾਂ ਨੇ ਜਾਨ ਦੀਆਂ ਬਾਜ਼ੀਆਂ ਖੇਡ ਕੇ ਲੜਾਈ ਲੜੀ ਹੈ। ਛਤਰਪਤੀ ਨੂੰ ਵੀ ਦੇਣਾ ਬਣਦਾ, ਉਹਨਾਂ ਔਰਤਾਂ ਨੂੰ ਵੀ ਜਿਨ੍ਹਾਂ ਨੇ ਇਹਨਾਂ ਔਰਤਾਂ ਨੂੰ ਗਵਾਹੀ ਦੇਣ ਲਈ ਤਿਆਰ ਕੀਤਾ ਜੀ। ਜੱਜ ਸਾਹਿਬ ਨੂੰ ਵੀ ਵਧਾਈ ਦੇਣੀ ਬਣਦੀ ਹੈ ਜੀ। ਔਰ ਮੈਂ ਸਮਝਦਾ ਕਿ ਸੀਬੀਆਈ ਦੇ ਉਹਨਾਂ ਅਧਿਕਾਰੀਆਂ ਨੂੰ ਵੀ ਸ਼ਾਬਾਸ਼ੀ ਦੇਣੀ ਬਣਦੀ, ਜਿਹੜੇ ਮਤਲਬ ਇਸ ਗੱਲੋਂ ਪਿੱਛੇ ਨਹੀਂ ਹਟੇ ਜੀ। ਪਰ ਮੈਂ ਸਮਝਦਾ ਕਿ ਛਤਰਪਤੀ ਦੀ ਸੋਚ ਤੇ ਪੈਰਾ ਦੇਣ ਵਾਲੇ ਕੌਣ ਨੇ ਅੱਜ ਦੀ ਤਰੀਕ ਵਿੱਚ? ਗੌਰੀ ਲੰਕੇਸ਼, ਉਸ ਦਾ ਕਤਲ ਹੋਇਆ, ਜਾਂ ਜਿਹੜੇ ਜਿਉਂਦੇ ਜਾਗਦੇ ਨੇ ਅੱਜ ਵੀ ਲੜਾਈ ਲੜ ਰਹੇ ਨੇ, ਅਰੁੰਧਤੀ ਰੋਏ ਵਰਗੇ, ਜਾਂ ਤੁਸੀਂ ਜਿਵੇਂ ਬਾਕੀਆਂ ਦੀ ਆਪਾਂ ਗੱਲ ਕਰ ਲਈਏ ਜਿਹੜੇ ਪੱਤਰਕਾਰ ਜਾਂ ਜਿਹੜੇ ਬੁੱਧੀਜੀਵੀ ਜੇਲ੍ਹਾਂ 'ਚ ਸਾੜੇ ਜਾ ਰਹੇ, ਚਾਹੇ ਅਨੰਤ ਤੇਲ ਤੋਂ ਬੜੇ ਹੋਇਆ, ਕੋਈ ਹੋਇਆ। ਸੋ ਮੈਂ ਸਮਝਦਾ ਇਹ ਉਹ ਲੋਕ ਨੇ ਜਿਹੜੇ ਕਲਮ ਦੀ ਸਹੀ ਵਰਤੋਂ ਕਰ ਰਹੇ ਆ। ਕਲਮ ਜਿਹੜੀ ਇਹਨਾਂ ਦੀ ਲੋਕ ਪੱਖੀ ਹੈ, ਲੋਕ ਪੱਖੀ ਹੈ, ਜੋਕਾਂ ਦੇ ਪੱਖ 'ਚ ਨਹੀਂ ਭੁਗਤਦੀ, ਇਸ ਕਰਕੇ ਜੇਲ੍ਹਾਂ 'ਚ ਛੱਡ ਰਹੇ ਆ ਜਾਂ ਮੌਤ ਦੇ ਮੂੰਹ 'ਚ ਭੇਜ ਦਿੱਤੇ ਗਏ। ਸੋ ਇਹ ਉਹ ਲੋਕ ਨੇ ਜਿਹੜੇ ਰਾਮਚੰਦਰ ਛਤਰਪਤੀ ਦੀ ਸੋਚ ਨੂੰ ਪਰਨਾਏ ਹੋਏ ਆ। ਮੈਂ ਉਹਨਾਂ ਨੂੰ ਵੀ ਉਨਾ ਹੀ ਸਲਾਮ ਕਰਦਾ ਜਿੰਨਾ ਕਿ ਛਤਰਪਤੀ ਨੂੰ। ਮੈਂ ਇਸੇ ਗੱਲ ਦੇ ਦੌਰਾਨ ਹੀ ਚਾਹਾਂਗਾ ਕਿ ਅਰੁੰਧਤੀ ਰਾਏ ਦੀ ਜਿਹੜੀ ਗੱਲ ਆਪਾਂ ਜ਼ਿਕਰ ਕੀਤਾ ਹੈ, ਉਹਨਾਂ ਦਾ, ਕਿਉਂਕਿ ਉਹਨਾਂ ਦਾ ਦਿਨ ਵੀ ਜਨਮ ਦਿਨ ਜਿਹੜਾ ਅਸੀਂ ਸਮਝਦੇ ਹਾਂ ਕਿ ਜਿਹੜੇ ਜਿਉਂਦੇ ਲੋਕ ਇਸ ਵੇਲੇ ਕੁਝ ਕਰਦੇ ਨੇ, ਉਹਨਾਂ ਦੇ ਦਿਨਾਂ ਦੀ ਤਾਂ ਗੱਲ ਕੀਤੀ ਜਾਣੀ ਵਰਦੀ ਹੈ। ਜਿਹੜੇ ਧਰਤੀ ਤੇ ਵੈਸੇ ਭਾਰ ਨੇ, ਜਿਹੜੇ ਕਿ ਸਿਰਫ ਤੇ ਸਿਰਫ ਆਪਣੇ ਲਈ ਜਿਉਂਦੇ ਨੇ, ਜਾਂ ਜਿਨ੍ਹਾਂ ਦਾ ਮੁਫਾਦ ਇੰਨਾ ਕੀ ਹੁੰਦਾ ਕਿ ਖਾ ਪੀ ਲਿਆ ਤੇ ਬਸ ਸਰਕਾਰਾਂ ਦੇ ਗੁਣ ਗਾ ਲਏ, ਉਹਨਾਂ ਦੀ ਗੱਲ ਕਰਨੀ ਬਣਦੀ ਨਹੀਂ। ਸੋ ਅਰੁੰਧਤੀ ਰਾਏ ਦੇ ਬਾਰੇ ਥੋੜ੍ਹੀ ਜਿਹੀ ਜ਼ਰੂਰ ਗੱਲ ਕੀਤੀ ਜਾਵੇ, ਇਸ ਤੋਂ ਪਹਿਲਾਂ ਕਿ ਅਸੀਂ ਮੁੜ ਜਿਹੜੀ ਇਸ ਗੱਲ ਨੂੰ ਸਮੇਟੀਏ। ਦੇਖੋ, ਅਰੁੰਧਤੀ ਰਾਏ ਦਾ ਜਿਹੜਾ ਜਨਮ ਹੈ 24 ਨਵੰਬਰ ਦਾ, 60 ਸਾਲਾਂ ਦੀ ਹੋ ਚੱਲੀ ਹੈ, ਪਰ ਉਸਨੇ, ਤੁਸੀਂ ਵੇਖ ਲਓ ਕਿ 60 ਸਾਲ ਦੇ ਵਿੱਚ ਜਿਹੜੀ ਲੜਾਈ ਲੜੀ ਹੁਣ ਤੱਕ, ਉਸ ਨੂੰ ਜਾਰੀ ਰੱਖਿਆ ਹੋਇਆ। ਸਭ ਤੋਂ ਵੱਡੀ ਗੱਲ ਉਸਦੀ ਇਹ ਹੈ ਕਿ ਇੱਕ ਤਾਂ ਅੰਗਰੇਜ਼ੀ ਵਿੱਚ ਲਿਖਦੀ ਹੈ ਔਰ ਰਹਿੰਦੀ ਮਤਲਬ ਅਰਬਨ ਸੈਟਿੰਗ ਦੇ ਵਿੱਚ, ਯਾਨੀ ਕਿ ਸ਼ਹਿਰੀ ਹਲਕਿਆਂ ਦੇ ਵਿੱਚ। ਔਰ ਬਹੁਤ ਵੱਡਾ ਬੁਕਰ ਪੁਰਸਕਾਰ ਉਸ ਨੂੰ ਮਿਲਿਆ ਹੋਇਆ, ਜਿਹੜਾ ਪਹਿਲਾ ਨਾਵਲ ਲਿਖਿਆ ਸੀ ਗੋਡ ਆਫ ਸਮਾਲ ਥਿੰਗਸ, ਜਿਹੜਾ ਕਿ ਕੇਰਲ ਦੇ ਵਿੱਚ ਮਾਰਕਸੀਅਨ ਦੇ ਰਾਜ ਵਿੱਚ ਜ਼ਾਤ ਪਾਤ ਦੇ ਕੋਡ ਨੂੰ ਉਧੇੜਦਾ, ਜਿਹਦੇ ਕਰਕੇ ਮਾਰਕਸੀਆਂ ਨੂੰ ਬੜੀ ਨਫ਼ਰਤ ਹੈ, ਉੱਤੋਂ ਐਲਰਜੀ ਵੀ ਬੜੀ ਉਹਨਾਂ ਨੂੰ ਤਾਂ ਅਰੁੰਧਤੀ ਰਾਏ ਪਸੰਦ ਵੀ ਨਹੀਂ। ਤੇ ਕਿਉਂ ਆਵੇਗੀ ਜਦੋਂ ਸ਼ੀਸ਼ਾ ਵਿਖਾਤਾ ਤੁਹਾਨੂੰ ਉਹਨਾਂ ਨੇ ਇੱਕ ਵਾਰੀ ਚੰਗੇ ਤਰੀਕੇ ਨਾਲ। ਖੈਰ, ਅਰੁੰਧਤੀ ਰਾਏ ਨੇ ਇੰਨਾ ਵੱਡਾ ਇਨਾਮ ਲਿਆ ਅੰਤਰਰਾਸ਼ਟਰੀ ਪੱਧਰ ਦਾ। ਸੋ ਭਾਰਤ ਦੀ ਜੰਮਪਲ ਲੇਖ ਅੰਗਰੇਜ਼ੀ ਦੇ ਵਿੱਚ ਲਿਖਦੀ ਹੈ, ਮਲਿਆਲੀ ਆਪ, ਤੇ ਅੱਜ ਅੰਤਰਰਾਸ਼ਟਰੀ ਪੱਧਰ ਤੇ ਉਸ ਦਾ ਨਾਮ ਬੋਲਦਾ। ਜਦੋਂ ਵੈਂਕੂਵਰ ਆਉਂਦੀ ਹੈ ਤੇ ਵੱਡੇ ਵੱਡੇ ਇਕੱਠ ਹੁੰਦੇ ਨੇ, ਲੋਕੀ ਟਿਕਟ ਲੈ ਕੇ ਉਹਦੀ ਗੱਲ ਸੁਣਨ ਜਾਂਦੇ। ਕਿੰਨੀਆਂ ਕਿਤਾਬਾਂ ਲਿਖ ਚੁੱਕੀ ਹੈ। ਉਸ ਦੀ ਤਾਕਤ ਸਿਰਫ ਨਾਵਲ ਲਿਖਣ ਦੀ ਨਹੀਂ ਹੈ, ਵਾਰਤਕ ਲਿਖਣ ਦੀ ਵੀ ਹੈ, ਔਰ ਸਿਆਸੀ ਨਿਬੰਧ ਬੜੇ ਤਿੱਖੇ। ਸਭ ਤੋਂ ਵੱਡੀ ਖੂਬੀ ਗੁਰਵਿੰਦਰ ਸਿੰਘ ਜੀ ਉਸ ਦੀ ਇਹ ਹੈ ਕਿ ਐਡਾ ਵੱਡਾ ਪੁਰਸਕਾਰ ਲੈਣ ਤੋਂ ਬਾਅਦ ਅੱਜ ਵੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ, ਉਸਨੇ ਹਾਸ਼ਿਆਗ੍ਰਸਤ ਲੋਕਾਂ ਦੇ ਹੱਕ 'ਚ ਲਿਖਿਆ, ਸਰਕਾਰਾਂ ਨੂੰ ਜਵਾਬਦੇਹ ਬਣਾਇਆ, ਕਲਮ ਰਾਹੀਂ ਆਮ ਲੋਕਾਂ ਨੂੰ ਭਾਰਤ ਵਿਚਲੀਆਂ ਕੌੜੀਆਂ ਸੱਚਾਈਆਂ ਬਾਰੇ ਜਾਣੂ ਕਰਵਾਇਆ। ਨਹੀਂ ਤਾਂ ਆਮ ਤੌਰ ਤੇ ਹੁੰਦਾ ਕਿ ਐਡੀ ਵੱਡੀ ਪਦਵੀ ਲੈਣ ਤੋਂ ਬਾਅਦ ਜਾਂ ਐਡਾ ਵੱਡਾ ਪੁਰਸਕਾਰ ਲੈਣ ਤੋਂ ਬਾਅਦ ਲੋਕ ਸਥਾਪਤੀ ਦਾ ਹਿੱਸਾ ਬਣ ਜਾਂਦੇ, ਜਿਹੜਾ ਕਿ ਬੜਾ ਸੌਖਾ ਜਿਹਾ ਕੰਮ। ਪਰ ਉਸ ਦਾ ਨਾਂ ਇੰਨਾ ਜਦੋਂ ਉੱਪਰ ਚਲਾ ਗਿਆ,
ਉਸ ਤੋਂ ਬਾਅਦ ਉਹ ਜਿਹੜੇ ਦੱਬੇ ਕੁਚਲੇ ਲੋਕ ਨੇ, ਜੀ, ਹਾਸ਼ਿਆਗ੍ਰਸਤ ਲੋਕ ਨੇ, ਉਹਨਾਂ ਦੀ ਆਵਾਜ਼ ਬਣੀ। ਹੂੰ, ਇਹ ਉਸਦੇ ਕੰਮ ਦੀ ਖੂਬੀ ਹੈ। ਬਿਲਕੁਲ। ਜੇ ਉਹਨੂੰ ਇਨਾਮ ਨਾ ਮਿਲਿਆ ਹੁੰਦਾ ਤੇ ਸ਼ਾਇਦ ਉਸਨੂੰ ਕੋਈ ਨਾ ਜਾਣਦਾ, ਜੀ, ਪਰ ਅੰਤਰਰਾਸ਼ਟਰੀ ਪੱਧਰ ਤੇ ਉਸਦਾ ਨਾਂ ਇੰਨਾ ਜਿਹੜਾ ਫੈਲ ਗਿਆ ਉਸ ਇਨਾਮ ਕਰਕੇ। ਹਾਂ, ਪਰ ਬਾਅਦ 'ਚ ਉਹ ਜਿਨ੍ਹਾਂ ਲੋਕਾਂ ਦੀ ਆਵਾਜ਼ ਬਣੀ, ਜਿਨ੍ਹਾਂ ਲੋਕਾਂ ਦਾ ਆਸਰਾ ਬਣੀ, ਉਹ ਮੈਂ ਸਮਝਦਾ ਬਹੁਤ ਵੱਡੀ ਗੱਲ ਸੀ। ਔਰ ਅੱਜ ਦੇਖ ਲਓ ਉਸਦਾ 60ਵਾਂ ਜਨਮ ਦਿਨ ਮਨਾਇਆ ਜਾ ਰਿਹਾ, ਤੇ ਹਾਲਾਤ ਇਹ ਨੇ ਕਿ ਇਸ ਵੇਲੇ ਜਿੰਨੇ ਉਸਦੇ ਨਾਲ ਦੇ ਵਿਚਾਰਾਂ ਵਾਲੇ ਲੋਕ ਨੇ, ਜਿਨ੍ਹਾਂ 'ਚ ਸੜ ਰਹੇ, ਜਿਨ੍ਹਾਂ 'ਚ ਸਾਈ ਬਾਬਾ ਨੇ, ਜਿਨ੍ਹਾਂ 'ਚ ਆਨੰਦ ਤੇਲ ਤੁੰਬੜੇ ਨੇ, ਗੌਤਮ ਨਵਲਖਾ ਨੇ, ਅਨੇਕਾਂ ਹੋਰ ਨੇ, ਉਹ ਅੱਜ ਵੀ ਉਹਨਾਂ ਬਾਰੇ ਲਿਖ ਰਹੀ ਹੈ। ਇਸੇ ਸਾਲ ਉਹਦੀ ਪੁਸਤਕ ਆਈ ਛੋਟੀ ਜੀ ਆਜ਼ਾਦੀ, ਜਿਹੜੀ ਝੰਜੋੜ ਦੇਣ ਵਾਲੀ ਪੁਸਤਕ ਹੈ। ਟਾਈਟਲ ਵੀ ਝੰਜੋੜ ਦੇਣ ਵਾਲਾ ਕਿ ਇਸ ਵੇਲੇ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਚਾਹੀਦੀ ਹੈ, ਕਸ਼ਮੀਰ ਦੇ ਲੋਕਾਂ ਨੂੰ ਵੀ ਚਾਹੀਦੀ ਹੈ, ਦਲਿਤਾਂ ਨੂੰ ਵੀ ਚਾਹੀਦੀ ਹੈ, ਲੋਕਾਂ ਨੂੰ ਨਾਇਨਸਾਫੀ ਤੋਂ ਮੁਕਤੀ ਚਾਹੀਦੀ ਹੈ। ਉਸਨੇ ਸਾਰੀਆਂ ਗੱਲਾਂ ਨੂੰ ਲਿਖਿਆ ਔਰ ਸਿਆਸੀ ਕੈਦੀਆਂ ਬਾਰੇ ਨਿੱਠ ਕੇ ਲਿਖਿਆ। ਜੀ, ਮੈਂ ਸਮਝਦਾ ਕਿ ਉਹਦੇ ਜਨਮ ਦਿਨ ਦੇ ਮੌਕੇ 'ਤੇ ਘੱਟੋ ਘੱਟ ਜਿਹੜੀ ਉਸਦੀ ਨਵੀਂ ਪੁਸਤਕ ਹੈ ਨਿਬੰਧਾਂ ਦੀ ਆਜ਼ਾਦੀ, ਉਹ ਲੈ ਲਈ ਜਾਵੇ, ਪੜ੍ਹਿਆ ਜਾਵੇ, ਹੋਰਾਂ ਨੂੰ ਪੜ੍ਹਨ ਲਈ ਪ੍ਰੇਰਿਆ ਜਾਵੇ। ਇਹ ਉਸਦੇ ਲਈ ਸਭ ਤੋਂ ਵਧੀਆ ਤੋਹਫਾ ਹੋਏਗਾ। ਬਹੁਤ ਖੂਬ, ਤੁਸੀਂ ਬੜੀ ਵਧੀਆ ਗੱਲ ਕਹੀ। ਪਿੱਛੇ ਜੇ ਉਹਨਾਂ ਦੀ ਜਿਹੜੀ ਰਚਨਾ ਦਾ ਪੰਜਾਬੀ ਅਨੁਵਾਦ ਵੀ ਜਿਹੜਾ ਬੜਾ ਖੂਬਸੂਰਤ ਵਿਸਤਾਰ 'ਚ ਜਿਹੜਾ ਆ ਗਿਆ, ਉਹ ਵੀ ਪੜ੍ਹਨ ਯੋਗ ਹੈ। ਤੁਸੀਂ ਉਹਦੇ ਬਾਰੇ ਦੱਸ ਵੀ ਸਕਦੇ ਹੋ। ਦੇਖੋ, ਇੱਕ ਜਿਹੜਾ ਨਾਵਲ ਲੇਟੈਸਟ ਦਾ ਆਇਆ ਸੀਗਾ, ਮਿਨਿਸਟਰੀ ਆਫ ਅਟਮੋਸਟ ਹੈਪੀਨੈਸ, ਉਹ ਨਾਵਲ ਪੜ੍ਹਨ ਵਾਲਾ। ਜੀ, ਕਿਉਂਕਿ ਉਸ ਵਿੱਚ ਜਿਹੜੀ ਕਹਾਣੀ ਹੈ ਨਾਵਲ ਦੀ, ਉਹ ਇਸ ਕਿਸਮ ਦੀ ਹੈ ਕਿ ਹਾਸ਼ਿਆਗ੍ਰਸਤ ਲੋਕ ਨੇ, ਉਹਨਾਂ ਦੀ ਸਾਂਝੀ ਦਾਸਤਾਨ ਹੈ, ਚਾਹੇ ਉਹ ਕਸ਼ਮੀਰ ਦੇ ਲੋਕ ਹੋਣ। ਮੈਂ ਸਾਰਾ ਪਲਾਟ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਫਿਰ ਦਿਲਚਸਪੀ ਨਹੀਂ ਰਹਿੰਦੀ, ਲੋਕੀ ਆਪ ਲੈ ਕੇ ਪੜ੍ਹਨ। ਠੀਕ, ਕਿਉਂਕਿ ਕਸ਼ਮੀਰ ਪੰਜਾਬੀ 'ਚ ਆ ਗਿਆ, ਉਹ ਵੀ ਪੰਜਾਬੀ 'ਚ ਆ ਗਿਆ। ਕੀ ਨਾਮ ਹੈ ਜੀ ਉਸਦਾ? ਮੈਨੂੰ ਪੰਜਾਬੀ ਦਾ ਨਾਮ ਮੈਨੂੰ ਸ਼ੋਰ ਨਹੀਂਗਾ, ਪਰ ਉਹਦਾ ਹੁਣੀ ਹਾਲ ਹੀ ਵਿੱਚ ਅਨੁਵਾਦ ਹੋਇਆ। ਬਿਲਕੁਲ ਜੀ, ਉਹ ਅਸੀਂ ਉਹਦੇ ਬਾਰੇ ਗੱਲ ਵੀ ਕਿਸੇ ਦਿਨ ਕਰਾਂਗੇ ਜ਼ਰੂਰ। ਸੋ ਉਹ ਜਿਹੜਾ ਨਾਵਲ ਹੈ ਮਿਨਿਸਟਰੀ ਆਫ ਅਟਮੋਸਟ ਹੈਪੀਨੈਸ, ਜਿਹੜਾ ਇਸ ਵੇਲੇ ਸਾਰੇ ਸੂਰਾਂ 'ਚ ਚੈਪਟਰ 'ਚ ਮਿਲ ਰਿਹਾ, ਇੱਥੇ ਇੰਗਲਿਸ਼ 'ਚ ਜਾ ਕੇ ਕੋਈ ਵੀ ਲੈ ਕੇ ਆ ਸਕਦਾ। ਸੋ ਉਸ ਦੇ ਵਿੱਚ ਬੇਸਿਕਲੀ ਕਹਾਣੀ ਇਹ ਕਿ ਜਿਹੜਾ ਇੱਕ ਹਾਸ਼ਿਆਗ੍ਰਸਤ ਜਿਹੜੇ ਲੋਕ ਨੇ, ਜਿਨ੍ਹਾਂ ਨੂੰ ਉਸ ਭਾਈਚਾਰੇ 'ਚ ਅਕਸਰ ਹਿਜੜੇ ਕਹਿ ਕੇ ਭੰਡਿਆ ਜਾਂਦਾ, ਉਹਨਾਂ ਦੇ ਆਲੇ ਦੁਆਲੇ ਕਹਾਣੀ ਘੁੰਮਦੀ ਹੈ। ਪਰ ਉਹ ਕਿਵੇਂ ਇੱਕ ਆਸਰਾ ਦੇ ਰਹੇ ਆਪਣੇ ਦਿੱਲੀ ਦੇ ਵਿੱਚ। ਕਸ਼ਮੀਰ ਤੋਂ ਕੋਈ ਉੱਜੜ ਕੇ ਆਇਆ, ਉਸਨੂੰ ਕੋਈ ਮਾਓਇਸਟ ਇਲਾਕਿਆਂ 'ਚੋਂ ਆਇਆ ਆਦੀਵਾਸੀ, ਉਸਨੂੰ ਮੁਸਲਮਾਨਾਂ ਦੀ ਜੋ ਉੱਥੇ ਇਸ ਸਮੇਂ ਦੁਰਦਸ਼ਾ ਦਲਿਤਾਂ ਦੀ ਹੈ, ਉਹ ਸਾਰਿਆਂ ਲਈ ਇੱਕ ਇੱਕ ਤਰੀਕੇ ਦਾ ਇੱਕ ਛੋਟਾ ਜਿਹਾ ਮੱਕਾ ਬਣ ਗਿਆ, ਇੱਕ ਤਰੀਕੇ ਦਾ, ਕਿ ਉੱਥੇ ਆਪਣੇ ਆਪ ਨੂੰ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਹੈ। ਸੋ ਉਸ ਦੇ ਜ਼ਰੀਏ ਉਹ ਕਹਾਣੀ ਨੂੰ ਬਿਆਨ ਕਰਦੀ ਹੈ ਅਰੁੰਧਤੀ ਰॉय, ਸਾਰਿਆਂ ਦੀ ਕਹਾਣੀ, ਕਿ ਕਸ਼ਮੀਰੀਆਂ ਨਾਲ ਕੀ ਹੋ ਰਿਹਾ, ਦਲਿਤਾਂ ਨਾਲ ਕੀ ਹੋ ਰਿਹਾ, ਮੁਸਲਮਾਨਾਂ ਨਾਲ ਕੀ ਹੋ ਰਿਹਾ, ਜਿਹੜੇ ਹਾਸ਼ਿਆਗ੍ਰਸਤ ਲੋਕ ਨੇ, ਸਮਲਿੰਗੀ ਨੇ, ਉਹਨਾਂ ਨਾਲ ਕੀ ਹੋ ਰਿਹਾ। ਬਿਲਕੁਲ। ਸੋ ਉਹਨਾਂ ਸਾਰਿਆਂ ਨੂੰ ਇੱਕ ਤਰੀਕੇ ਨਾਲ ਜਿਹੜਾ ਜਿਹਨੂੰ ਕਹਿ ਸਕਦੇ ਨੇ ਕਿ ਅਣਦਿਸਿਆ ਭਾਰਤ, ਉਹ ਉਸਨੇ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਸਿਤਮ ਦੀ ਗੱਲ ਇਹੀ ਹੈ ਕਿ ਜਿਹੜੇ ਹੁਣ ਚਾਪਲੂਸ ਕਿਸਮ ਦੇ ਮੀਡੀਆ ਵਾਲੇ ਆ, ਉਹ ਤਾਂ ਇੰਡੀਆ ਦੀ ਚਮਕ ਧਮਕ ਦੀ ਚਰਚਾ ਕਰ ਰਹੇ, ਤਰੱਕੀ ਬੜੀ ਹੋ ਗਈ ਉੱਥੇ। ਅਰੁੰਧਤੀ ਰॉय ਸਾਨੂੰ ਉਹ ਵਾਲਾ ਭਾਰਤ ਵਿਖਾਉਂਦੀ ਹੈ ਜਿਸ ਨੂੰ ਸਾਨੂੰ ਵੇਖਣਾ ਚਾਹੀਦਾ। ਸੋ ਇਹ ਉਹ ਨਾਵਲ ਸਾਨੂੰ ਦੱਸਦਾ, ਸਰਕਾਰੀ ਦਮਨ ਦਾ ਉਸ ਦੇ ਵਿੱਚ ਜ਼ਿਕਰ ਹੈ, ਸਾਰਾ ਕੁਛ ਹੈ। ਸੋ ਇਹ ਨਾਵਲ ਲੋਕਾਂ ਨੂੰ ਲੈ ਕੇ ਪੜ੍ਹਨਾ ਚਾਹੀਦਾ। 47 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਹਾਲਾਤ ਨੇ, ਉਸਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਪਾਤਰਾਂ ਰਾਹੀਂ ਉਸਨੇ ਚਿੱਤਰਿਆ। ਇਹ ਉਸ ਨਾਵਲ ਦੀ ਖੂਬੀ ਹੈ। ਤੁਸੀਂ ਦੋਨੇ ਸ਼ਖਸੀਅਤਾਂ, ਚਾਹੇ ਉਹ ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਹੈ, ਚਾਹੇ ਅਰੁੰਧਤੀ ਰਾਏ ਹੈ, ਉਹਨਾਂ ਦੀ ਗੱਲ ਕੀਤੀ ਹੈ। ਇਹਨਾਂ ਦੋਨਾਂ ਦੇ ਬਾਰੇ ਗੱਲ ਕੀਤੀ ਹੈ। ਅਰੁੰਧਤੀ ਰਾਏ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ, ਉਹਨਾਂ ਦੀ ਸ਼ਖਸੀਅਤ ਬਾਰੇ ਅੱਜ ਦੇ ਇੰਟਰਨੈਸ਼ਨਲ ਲੈਵਲ 'ਤੇ ਬੜੀ ਗੱਲਬਾਤ ਹੁੰਦੀ ਹੈ। ਪਰ ਜਦੋਂ ਹੁਣ ਮੌਜੂਦਾ ਭਾਰਤ ਦੇ ਫਾਸ਼ੀਵਾਦ ਮਾਹੌਲ ਦੀ ਗੱਲ ਕਰੀਏ, ਤਾਂ ਦੋਨੇ ਗੱਲਾਂ ਨੂੰ ਇੱਕ ਥਾਂ 'ਤੇ ਰੱਖ ਕੇ, ਕਿ ਇੱਕ ਇੰਗਲਿਸ਼ ਦਾ ਮਸ਼ਹੂਰ ਲੇਖਕ ਐਕਟਿਵਿਸਟ, ਇੱਕ ਹਿੰਦੀ ਦਾ ਲਿਖਾਰੀ ਤੇ ਉਹ ਐਕਟਿਵਿਸਟ ਪੱਤਰਕਾਰ, ਇਹ ਦੋਨਾਂ ਦੀ ਜਿਹੜੀ ਇਹ ਗੱਲ ਇੱਕ ਮੰਚ 'ਤੇ ਕਰੀਏ, ਤਾਂ ਅੱਜ ਸਾਨੂੰ ਮੌਜੂਦਾ ਹਾਲਾਤ ਬਾਰੇ ਗੱਲ ਕਰਨੀ ਬਣਦੀ ਹੈ। ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਜਿਹੜਾ ਡੇਰੇਵਾਦੀ ਮਾਹੌਲ, ਜਿਹੜਾ ਡੇਰਾ ਸਰਸਾ ਦਾ, ਅਜੇ ਵੀ ਉਸ ਦਾ ਜਿਹੜਾ ਪ੍ਰਭਾਵ ਹੈ ਕੀ ਖਤਮ ਹੋ ਗਿਆ ਜਾਂ ਨਹੀਂ, ਇਹ ਦੇਖਣਾ ਬਣਦਾ ਹੈ। ਕਿਉਂਕਿ ਉਹਨਾਂ ਦੇ ਲੜਕੇ ਛਤਰਪਤੀ ਸਾਹਿਬ ਦੇ, ਜਿਨ੍ਹਾਂ ਨੇ ਅੰਸ਼ਲ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਸ ਢੰਗ ਦੇ ਨਾਲ ਪੋਲੀਟੀਕਲ ਪਾਰਟੀਆਂ ਦੇ ਲੋਕਾਂ ਨੇ, ਬਕਾਇਦਾ ਉਹਨਾਂ ਨੇ ਦੱਸਿਆ ਕਿਵੇਂ ਕਿਸ ਢੰਗ ਦੇ ਨਾਲ ਡੇਰੇ ਦੇ ਮੁਖੀ ਦੇ ਖਿਲਾਫ ਮੁਕੱਦਮਾ ਦਰਜ ਹੋਣ ਤੋਂ ਬਾਅਦ ਵੀ, ਉਸ ਦੀਆਂ ਸੁਣਵਾਈਆਂ ਚੱਲਣ ਦੇ ਬਾਅਦ ਵੀ ਉਹਦੇ ਜਾ ਕੇ ਕਦਮਪੋਸ਼ੀ ਕਰਦੇ ਰਹੇ, ਉੱਥੇ ਵੋਟਾਂ ਮੰਗਣ ਜਾਂਦੇ ਰਹੇ। ਹਾਲਾਂਕਿ ਅਕਿਊਜ਼ਡ ਸੀ ਉਹ, ਫਿਰ ਵੀ ਜਾ ਕੇ ਉਹਦੇ ਪੈਰਾਂ 'ਚ ਬਹਿੰਦੇ ਰਹੇ। ਫਿਰ ਉਹਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਪੋਲੀਟੀਕਲ ਬੰਦੇ ਉਸ ਨੂੰ ਬਿਆਨ ਬਦਲਣ ਲਈ ਦਬਾਅ ਦਿੰਦੇ ਰਹੇ, ਪ੍ਰਭਾਵ ਇਸ ਤਰ੍ਹਾਂ ਦਾ ਦਿੰਦੇ ਰਹੇ ਕਿ ਜੇ ਤੂੰ ਇਸ ਤਰ੍ਹਾਂ ਕਰੇਂਗਾ ਤਾਂ ਤੁਸੀਂ ਕਿਸੇ ਨਾ ਕਿਸੇ ਢੰਗ ਨਾਲ ਤੇਰੀ ਆਰਥਿਕ ਮਦਦ ਵੀ ਹੋ ਜਾਏਗੀ, ਜਾਂ ਤੇਰੀ ਮਦਦ ਕਰਾਂਗੇ, ਜਾਂ ਅਖਬਾਰ ਵੀ ਸ਼ੁਰੂ ਕਰ ਲਾਂਗੇ। ਕਈ ਗੱਲਾਂ ਉਹਨਾਂ ਨੇ ਕਹੀਆਂ, ਪਰ ਇਹਦੇ ਵਿੱਚ ਉਹਨੇ ਜੋ ਜ਼ਿਕਰ ਕੀਤਾ ਤਾਂ ਉਹਨੇ ਕਈ ਨਾਂ ਪੋਲੀਟੀਕਲ ਨਾਂ ਲਏ। ਇਸ ਵੇਲੇ ਮੁੱਖ ਮੰਤਰੀ ਪੰਜਾਬ, ਉਸ ਦੀ ਵਾਈਫ, ਉਸ ਦੀ ਪਤਨੀ ਪ੍ਰਨੀਤ ਕੌਰ ਦਾ ਵੀ ਜ਼ਿਕਰ ਆਇਆ ਇਹ ਗੱਲ ਦੇ ਵਿੱਚ। ਇੱਥੋਂ ਤੱਕ ਕਿ ਜਿਹੜੇ ਮੌਜੂਦਾ ਕਾਂਗਰਸੀ ਬੜੇ ਵੱਡੇ ਆ, ਉਹਨਾਂ ਦਾ ਜ਼ਿਕਰ ਆਇਆ।
ਜਿਹੜੀ ਕੁੜਮਾਚਾਰੀ ਹੈ ਜੱਸੀ ਦੇ ਨਾਲ, ਤੁਸੀਂ ਦੇਖੋ ਕਿ ਡੇਰੇ ਵਾਲੇ ਦੀ ਉਹ ਵੀ ਹੈ। ਸੋ ਇੱਕ ਤਾਂ ਅਸੀਂ ਇਸ ਗੱਲ ਨੂੰ ਕਰੀਏ ਕਿ ਅੱਜ ਡੇਰੇ ਵਾਲੇ ਨੂੰ ਹੁਣ ਵੀ ਜ਼ਮਾਨਤ ਦਿੱਤੀ ਜਾਣੀ ਅੰਦਰ ਖਾਤੇ, ਤੇ ਇਸ ਵੇਲੇ ਖੱਟੜ ਸਰਕਾਰ ਜਿਹੜੀ ਬੀਜੇਪੀ ਦੀ ਹੈ ਹਰਿਆਣਾ 'ਚ, ਉਹਨਾਂ ਦਾ ਇੱਕ ਮੰਤਰੀ ਇੱਥੋਂ ਤੱਕ ਕਹਿੰਦਾ ਕਿ ਜੋ ਮਰਜ਼ੀ ਹੋਵੇ ਮੈਂ ਡੇਰੇ ਦਾ ਜਿਹੜਾ ਹੈ ਪੂਰੀ ਉਸ ਦੀ ਹਮਾਇਤ ਕਰਾਂਗਾ, ਹਰ ਹਾਲਤ ਦੇ ਵਿੱਚ ਕਰਾਂਗਾ। ਇੱਥੋਂ ਤੱਕ ਕਿ ਇੱਕ ਕਾਂਗਰਸੀ ਮੰਤਰੀ ਧਰਮਸੋਤ ਵਰਗਾ ਇਹ ਕਹਿੰਦਾ ਕਿ ਕੋਈ ਵੀ ਕਿਵੇਂ ਇਸ ਨੂੰ ਮਨਾ ਕਰ ਦੇਵੇਗਾ, ਅਸੀਂ ਡੇਰੇ ਦੇ ਨਾਲ ਖੜੇ ਹਾਂ। ਸੋ ਅਜੇ ਵੀ ਇਸ ਤਰ੍ਹਾਂ ਦਾ ਪ੍ਰਭਾਵ ਹੈ, ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ, ਇਹ ਚਿੰਤਾ ਵਾਲੀ ਗੱਲ ਹੈ ਗੁਰਵਿੰਦਰ ਸਿੰਘ ਜੀ। ਅਸੀਂ ਕੁਝ ਦਿਨ ਪਹਿਲਾਂ ਇਸੇ ਮੰਚ ਤੇ ਗੱਲ ਵੀ ਕੀਤੀ ਸੀ ਕਿ ਆਰਐਸਐਸ ਦੇ ਇੱਕ ਆਗੂ ਨੇ ਜਾਂ ਹਿੰਦੂਤਵੀ ਆਗੂ ਨੇ ਕਿਵੇਂ ਉਸ ਦੇ ਹੱਕ 'ਚ ਬਿਆਨ ਦਿੱਤਾ ਕਿ ਡੇਰੇ ਜਿਹੜਾ ਮੁਖੀ ਹੈ ਉਹ ਵਧੀਆ ਕੰਮ ਕਰ ਰਿਹਾ, ਉਸ ਨੂੰ ਛੱਡਿਆ ਜਾਵੇ। ਉਸਨੇ ਪੱਤਰ ਵੀ ਲਿਖਿਆ ਸੀਗਾ ਜੀ। ਸੋ ਇਹਦਾ ਕਵਾਇਦ ਚੱਲ ਰਹੀ ਹੈ ਲੰਮੇ ਸਮੇਂ ਤੋਂ। ਸੋ ਮੈਨੂੰ ਕੋਈ ਹੈਰਾਨੀ ਨਹੀਂ ਕਿ ਉਸ ਦਾ ਆਧਾਰ ਹੈ, ਉਸ ਨੂੰ ਵੇਖਦੇ ਹੋਏ ਇਸ ਤਰ੍ਹਾਂ ਦੀ ਪੈਂਤੜੇਬਾਜ਼ੀ ਲਈ ਜਾ ਰਹੀ ਹੈ ਜੀ। ਤੇ ਪਰ ਸਮੱਸਿਆ ਇਹ ਬਣੀ ਹੋਈ ਹੈ ਕਿ ਜਿਹੜਾ ਜਿਸ ਕਿਸਮ ਦੀ ਪਾਰਟੀਆਂ ਚੱਲ ਰਹੀਆਂ ਉੱਥੇ, ਜਿਸ ਕਿਸਮ ਦਾ ਨਿਜ਼ਾਮ ਚੱਲ ਰਿਹਾ ਉੱਥੇ, ਇਹੋ ਹੀ ਆਸ ਕੀਤੀ ਜਾ ਸਕਦੀ ਹੈ। ਇਹ ਕੋਈ ਪਹਿਲੀ ਵਾਰੀ ਨਹੀਂ ਇੱਦਾਂ ਹੋਇਆ, ਅੱਗੇ ਵੀ ਅਸੀਂ ਵੇਖਦੇ ਰਹੇ ਹਾਂ। ਜੇ ਅਸੀਂ ਕਹਿੰਦੇ ਹਾਂ ਵੀ ਅਕਿਊਜ਼ਡ ਹੈ, ਉਸ ਤੋਂ ਵੋਟਾਂ ਮੰਗਣ ਜਾ ਰਹੇ ਆ, ਉੱਥੇ ਤਾਂ ਅਕਿਊਜ਼ ਇਲੈਕਸ਼ਨਾਂ ਵੀ ਲੜਦੇ ਬੇਸ਼ਰਮ ਹੋ ਕੇ। ਬਿਲਕੁਲ। ਹੁਣ ਆ ਵੀ ਜਿਹੜੀ ਸਦਵੀ ਪ੍ਰਗਿਆ ਸਿੰਘ ਠਾਕੁਰ, ਜਿਸ ਨੂੰ ਮੋਦੀ ਸਾਹਿਬ ਬੜੇ ਚਾਵਾਂ ਨਾਲ ਲੈ ਕੇ ਆਇਆ ਪਾਰਲੀਮੈਂਟ 'ਚ ਬਿਠਾਇਆ ਉਹਨੂੰ, ਇਹਦੇ ਤੇ ਕਿਹੜਾ ਅਜੇ ਬਰੀ ਹੋਈ ਹੈ? ਮੁਕੱਦਮਾ ਅਜੇ ਵੀ ਚੱਲ ਰਿਹਾ ਉਹਦੇ ਖਿਲਾਫ। ਦੇਖੋ, ਅਜੇ ਮੁਕੱਦਮਾ ਖਤਮ ਨਹੀਂ ਹੋਇਆ। ਮਾਲੇਗਾਓਂ ਦਾ ਧਮਾਕਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਦੁਨੀਆ ਤੁਸੀਂ ਆਪਣਾ ਹਿੱਕ ਥਾਪੜ ਕੇ ਕਹਿੰਦੇ ਹੋ ਅਸੀਂ ਪਾਕਿਸਤਾਨ ਦੇ ਖਿਲਾਫ ਆ, ਦਹਿਸ਼ਤਵਾਦ ਬੰਦ ਹੋਵੇ, ਆਪ ਤੁਸੀਂ ਦਹਿਸ਼ਤਗਰਦਾਂ ਨੂੰ ਲਿਆ ਕੇ ਪਾਰਲੀਮੈਂਟ 'ਚ ਵਾੜ ਰਹੇ ਹੋ ਜੀ। ਸੋ ਜਿੱਥੇ ਇਸ ਕਿਸਮ ਦੀ ਰਵਾਇਤ ਚੱਲਦੀ ਹੋਵੇ ਉੱਥੇ ਇਹ ਆਸ ਕੀਤੀ ਜਾ ਸਕਦੀ ਹੈ ਕਿ ਇਹੀ ਕੁਝ ਹੀ ਹੋਊਗਾ। ਸੋ ਮੈਂ ਸਮਝਦਾ ਲੜਾਈ ਅਜੇ ਮੁੱਕੀ ਨਹੀਂ ਹੈ ਵਾਲੀ, ਇਹ ਲੜਾਈ ਅੱਗੇ ਜਾਰੀ ਰਹੂਗੀ। ਜੇ ਥੋੜ੍ਹੀ ਦੇਰ ਲਈ ਮੰਨ ਲਓ ਕਿ ਹਾਂ ਆਪਣੇ ਆਪ ਨੂੰ ਅਸੀਂ ਸੰਤੁਸ਼ਟ ਕਰਨ ਲਈ ਕਹਿ ਦਈਏ ਕਿ ਠੀਕ ਹੈ ਹੁਣ ਤਾਂ ਡੇਰੇ ਦੀ ਕਹਾਣੀ ਖਤਮ ਹੈ, ਪਰ ਕੀ ਅੱਗੇ ਹੋਰ ਡੇਰੇ ਨਹੀਂ ਪਣਪਣਗੇ? ਕੀ ਉਹ ਰਵਾਇਤਾਂ ਜਿਹੜੀਆਂ ਖਤਮ ਹੋ ਗਈਆਂ? ਜਿਹੜੀ ਸਰਕਾਰਾਂ ਖੁਦ ਅੰਧ ਵਿਸ਼ਵਾਸ ਫੈਲਾ ਰਹੀਆਂ, ਹੁਣ ਬੀਜੇਪੀ ਸਰਕਾਰ ਜਿਵੇਂ ਖੁਦ ਅੰਧ ਵਿਸ਼ਵਾਸ ਨੂੰ ਫੈਲਾ ਰਹੀ ਸਾਰੇ ਪਾਸੇ, ਜਿਹੜੀ ਗੱਲਾਂ ਗੈਰ ਵਿਗਿਆਨਿਕ ਨੇ ਉਹਨਾਂ ਨੂੰ ਵਿਗਿਆਨਿਕ ਸਿੱਧ ਕਰਨ ਦੀ ਕੋਸ਼ਿਸ਼ਾਂ ਕਰ ਰਹੀਆਂ ਹੁਣ, ਉੱਥੇ ਆਪਾਂ ਕੀ ਆਸ ਕਰਾਂਗੇ? ਤੁਸੀਂ ਦੇਖੋ ਬੀਜੇਪੀ ਨੇ ਤਾਂ ਜਿਹੜਾ ਕਰਤੂਤ ਕਰ ਰਹੀ ਹੈ, ਜਿਹੜੀ ਪੰਜਾਬ ਸਰਕਾਰ ਦੀ ਮੌਜੂਦਾ ਕਰਤੂਤ ਹੈ, ਉਹ ਦੇਖੋ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਦਿਵਿਆ ਜੋਤੀ ਜਾਗਰਣ ਦਾ ਮੁਖੀ ਆਸ਼ੂਤੋਸ਼ ਨੂਰਮਹਿਲੀਆ ਕਿੰਨੇ ਵਰਿਆਂ ਤੋਂ ਬਰਫ਼ 'ਚ ਲਾਇਆ ਹੋਇਆ। ਅੱਛਾ, ਉਹਦੀ ਲਾਸ਼ ਨੂੰ ਰੱਖਿਆ ਤੇ ਉਹ ਇਹੋ ਜਿਹਾ ਅਡੰਬਰ ਰਚਾਇਆ ਜਾ ਰਿਹਾ ਕਿ ਉਹ ਇੱਕ ਦਿਨ ਮੁੜ ਜਿਹੜਾ ਜੀਵਤ ਹੋਏਗਾ ਤੇ ਉਹਨੂੰ ਮੰਨਣ ਲਈ ਮ੍ਰਿਤੂ ਮੰਨਣ ਲਈ ਤਿਆਰ ਨਹੀਂ। ਤੇ ਉਹ ਪੰਜਾਬ ਦੇ ਵਿੱਚ ਹੋ ਰਿਹਾ, ਉਸ ਥਾਂ ਤੇ ਹੋ ਰਿਹਾ ਜਿੱਥੇ ਅਸੀਂ ਕਹਿੰਦੇ ਹਾਂ ਕਿ ਅਗਾਂਹ ਵਧੂ ਸੋਚ ਦਾ ਜਨਮ ਹੋਇਆ, ਤੇ ਇਹ ਸ਼ਰੇਆਮ ਹੋ ਰਿਹਾ ਤੇ ਅੱਜ ਉਸ ਤੇ ਕੋਈ ਕਿੰਤੂ ਪਰੰਤੂ ਕਰਨ ਵਾਲਾ ਨਹੀਂ। ਦੇਖੋ ਜੀ, ਕਾਂਗਰਸ ਵੱਡੀ ਕਸੂਰਵਾਰ ਆ ਜੀ। ਹੁਣ ਕਾਂਗਰਸ ਆਪਣੇ ਨੂੰ ਸੈਕੂਲਰ ਵੀ ਕਹਿੰਦੀ ਆ, ਔਰ ਜਵਾਹਰ ਨਹਿਰੂ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦੀ ਹੈ। ਇਹ ਵੀ ਬੜੇ ਮਾਣ ਨਾਲ ਕਹਿੰਦੀ ਕਿ ਨਹਿਰੂ ਸਾਹਿਬ ਤਾਂ ਬੜੇ ਰੋਸ਼ਨ ਖਿਆਲ ਸੀਗੇ, ਸਾਇੰਟੀਫਿਕ ਸੋਚ ਨੂੰ ਪਰਨਾਏ ਹੋਏ ਸੀਗੇ, ਤੇ ਤੁਸੀਂ ਉਹ ਫ੍ਰਿਜ ਵਿੱਚੋਂ ਬੰਦਾ ਨਹੀਂ ਕੱਢ ਸਕੇ ਅਜੇ ਤੱਕ। ਦੇਖੋ, ਤੇ ਉਸੇ ਪੰਜਾਬ ਦੀ ਧਰਤੀ ਤੇ ਜਿਹੜਾ ਭਨਿਆਰੇ ਵਾਲਾ ਡੇਰਾ, ਉਸ ਦਾ ਨੀਂਹ ਪੱਥਰ ਮੈਂ ਆਪਣੀ ਅੱਖੀ ਵੇਖਿਆ ਬੂਟਾ ਸਿੰਘ ਨੇ ਰੱਖਿਆ ਸੀ, ਜਿਹੜੇ ਕਾਂਗਰਸੀ ਸੀਗੇ। ਸੋ ਕਾਂਗਰਸ ਕਿਹੜੀ ਗੱਲੋਂ ਦੁੱਧ ਧੋਤੀ ਹੈ? ਸੋ ਇਹ ਕੋਈ ਬਹੁਤਾ ਵੱਡਾ ਉਸ 'ਚ ਹੈ ਨੀਗਾ। ਔਰ ਅਸੀਂ ਵੇਖਦੇ ਹਾਂ ਕਈ ਵਾਰੀ ਜਿਵੇਂ ਲੈਫਟ ਪਾਰਟੀਆਂ ਵਾਲੇ, ਜਿਵੇਂ ਮੈਂ ਮਿਸਾਲ ਦਿੱਤੀ ਹਰਦੇਵ ਵਰਸੀ ਦੀ, ਉਹਨਾਂ ਦਾ ਜਾ ਕੇ ਵੋਟਾਂ ਲਈ ਭੀਖ ਮੰਗਣਾ, ਜਾਂ ਬੰਗਾਲ ਜਾਂ ਕੇਰਲ ਦੇ ਵਿੱਚ ਜਿਹੜੀਆਂ ਪੁਰਾਣੀਆਂ ਢੱਕੀਆਂ ਨੂੰ ਸੀ, ਰਵਾਇਤਾਂ ਨੂੰ ਪੱਠੇ ਪਾਉਣੇ, ਜਿਹਦਾ ਪਰਦਾਫਾਸ਼ ਅਰੁੰਧਤੀ ਰੋਏ ਨੇ ਆਪਣੇ ਪਹਿਲੇ ਨਾਵਲ 'ਚ ਕੀਤਾ। ਬਿਲਕੁਲ। ਸੋ ਤਕਲੀਫ ਤਾਂ ਇਸ ਗੱਲ ਦੀ ਉਹਨਾਂ ਨੂੰ ਹੋਏਗੀ, ਪਰ ਹੋਣੀ ਚਾਹੀਦੀ ਵੀ ਹੈ, ਕਿਉਂਕਿ ਅਸਲ 'ਚ ਗੱਲ ਇਹੋ ਹੀ ਹੈ ਕਿ ਜਦੋਂ ਤੁਸੀਂ ਉਸ ਸਮੱਸਿਆ ਵੱਲ ਜਾ ਹੀ ਨਹੀਂ ਰਹੇ, ਜਿਹੜਾ ਤੁਹਾਡੇ ਦਿਮਾਗ ਦਾ ਸੌਫਟਵੇਅਰ ਹੈ ਉਹ ਅਜੇ ਵੀ ਪੁਰਾਤਨ ਹੈ। ਬਿਲਕੁਲ। ਉਹ ਅਸੀਂ ਚੇਂਜ ਨਹੀਂ ਕਰ ਰਹੇ। ਅਸੀਂ ਉੱਤੇ ਨਵੇਂ ਕੱਪੜੇ ਪਾ ਕੇ ਨਵੀਆਂ ਮਤਲਬ ਜਿਹੜੇ ਯੰਤਰ ਲੈ ਕੇ ਬਹਿ ਜਾਂਦੇ, ਕਹਿੰਦੇ ਜੀ ਤਰੱਕੀ ਬਹੁਤ ਕਰ ਰਹੀ ਹੈ। ਜੇ ਤੁਹਾਡੇ ਦਿਮਾਗ ਦਾ ਸੌਫਟਵੇਅਰ ਹੀ ਚੇਂਜ ਨਹੀਂ ਹੋਇਆ ਤੇ ਤੁਹਾਡੇ ਹਾਰਡਵੇਅਰ ਤੋਂ ਕੀ ਕਰਾਉਣਾ? ਸੋ ਇਹ ਦੁਖਾਂਤ ਆ। ਸਭ ਤੋਂ ਵੱਡਾ ਦੁਖਾਂਤ ਇਹੀ ਹੈ ਜੀ ਕਿ ਸਾਰਾ ਕੁਝ ਜਿਵੇਂ ਪੋਲੀਟੀਕਲ ਪਾਰਟੀਆਂ ਦੀ ਗੱਲ ਜਾਂ ਅਦਾਰਿਆਂ ਦੀ ਗੱਲ ਕਰਦੇ ਆ, ਉਹੀ ਜਿਹੜਾ ਅਕਾਲ ਤਖਤ ਤੋਂ ਡੇਰੇ ਵਰਗੇ ਪਖੰਡੀ ਨੂੰ ਇੱਕ ਵਾਰ ਇਹ ਕਹਿ ਦੇਣਾ ਕਿ ਉਹਨੇ ਜਿਹੜਾ ਪੋਸ਼ਾਕ ਪਾਈ ਹੈ ਕਿ ਉਹ ਬੜਾ ਵੱਡਾ ਦੋਸ਼ੀ ਹੈ, ਫਿਰ ਉਹਦੇ ਖਿਲਾਫ ਕੇਸ ਵਾਪਸ ਵੀ ਹੋ ਜਾਣਾ, ਫਿਰ ਉਹਨੂੰ ਮਾਫੀਨਾਮਾ ਜਾਰੀ ਕਰ ਦੇਣਾ, ਫਿਰ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਉਹ ਮਾਫੀਨਾਮਾ ਵਾਪਸ ਲੈ ਲੈਣਾ। ਜਿਸ ਤਰ੍ਹਾਂ ਦਾ ਸਿਲਸਿਲਾ ਚੱਲਿਆ ਤੇ ਜਿਵੇਂ ਫਿਰ ਉਹੀ ਡੇਰੇ ਦੇ ਫਿਰ ਜਾਂਦੇ ਰਹੇ ਉਸ ਪਖੰਡੀ ਦੇ, ਫਿਰ ਹੁਣ ਪਿੱਛੇ ਜੇ ਅਕਾਲ ਤਖਤ ਤੇ ਸਦਕੇ ਉਹਨਾਂ ਤੋਂ ਝਾੜੂ ਮਰਵਾਇਆ ਜਾਂ ਉਹਨਾਂ ਨੂੰ ਸਜ਼ਾ ਲਾਈ। ਪਰ ਇਹ ਤਾਂ ਸਿਰਫ ਇੱਕ ਪਾਲਸ਼ਨ ਵਾਲੀ ਗੱਲ ਹੈ ਕਿ ਕੁਝ ਸਮੇਂ ਲਈ ਇਹ ਸਜ਼ਾਵਾਂ ਹੋ ਗਈਆਂ, ਲੇਕਿਨ ਉਹਨਾਂ ਦੀ ਸੋਚ ਤਾਂ ਉੱਥੇ ਹੀ ਖੜੀ ਹੈ। ਇਹਨਾਂ ਡੇਰਿਆਂ ਨੂੰ ਪ੍ਰਫੁੱਲਤ ਕਰਨਾ ਤੇ ਵੋਟਾਂ ਲਈ ਵੱਡੇ ਵੱਡੇ ਕਹਿੰਦੇ ਕਹਾਉਂਦੇ ਸੋ ਕਾਲਡ ਪੰਥਕ ਆਗੂ ਉੱਥੇ ਜਾ ਕੇ ਵਿਚਰਨ, ਇਹ ਸ਼ਰਮ ਨਾਲ ਡੁੱਬੋ ਮਰਨ ਵਾਲੀ ਗੱਲ ਹੈ ਕਿ ਇੱਕ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਗੱਲ ਕਰਦੇ ਹਾਂ, ਇੱਕ ਪਾਸੇ ਸਿੱਖ ਧਰਮ ਦੀ ਅਗਾਂਹ ਵਧੂ ਸੋਚ ਦੀ ਗੱਲ ਕਰਦੇ ਹਾਂ,
ਦੂਸਰੇ ਪਾਸੇ ਇਹ ਸਾਰਾ ਕੁਝ ਹੋ ਰਿਹਾ। ਇੱਕ ਵੱਡੀ ਗੱਲ ਜਿਵੇਂ ਤੁਸੀਂ ਗੱਲ ਕਹੀ ਸੀ ਕਿ ਗੁਰੂ ਸਾਹਿਬ ਦੀ ਪੋਸ਼ਾਕ ਪਾਈ, ਤੇ ਇਹ ਗੱਲ ਇਹ ਕਿ ਜਿੰਨੀ ਮਰਜ਼ੀ ਕੋਈ ਪੋਸ਼ਾਕ ਪਾ ਲਵੇ ਗੁਰੂ ਸਾਹਿਬ ਨਹੀਂ ਬਣ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਚਰਿੱਤਰ ਤੇ ਉਹਨਾਂ ਦਾ ਜੀਵਨ ਦਰਸ਼ਨ ਜਿਹੜਾ ਹੈ, ਉਹਨਾਂ ਦੀ ਪ੍ਰੇਰਨਾ ਜੋ ਸ਼ਹਾਦਤ ਹੈ ਉਸ ਨੂੰ ਦੇਖੀਏ। ਲੇਕਿਨ ਇਹ ਗੱਲ ਤਾਂ ਹੈ ਕਿ ਸ਼ਰੇਆਮ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਖਿਲਵਾੜ ਕਰ ਰਿਹਾ, ਐਡਾ ਵੱਡਾ ਜਿਹੜਾ ਦੁਸ਼ਟ ਸਾਰਾ ਕੁਝ ਕਰਦਾ ਹੋਵੇ, ਤੇ ਫਿਰ ਤੁਸੀਂ ਉਹਦੇ ਕੋਲੇ ਜਾਓ, ਫਿਰ ਉਹਦੇ ਜਾ ਕੇ ਕਦਮਾਂ 'ਚ ਬੈਠੋ, ਤਾਂ ਇਦੋਂ ਵੱਡੀ ਬੇਸ਼ਰਮੀ ਕੀ ਹੋ ਸਕਦੀ ਹੈ। ਪਰ ਇਹ ਹੈ ਕਿ ਹਮਾਮ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸਾਰੇ ਨੰਗੇ ਨੇ, ਇੱਕੋ ਵੇ ਕਮਲਾ ਸਮਝਾਏ ਵਿਹੜਾ, ਤੇ ਜੇ ਕਮਲਾ ਹੋ ਜੇ ਵਿਹੜਾ ਫਿਰ ਸਮਝਾਏ ਕਿਹੜਾ। ਗੁਰਿੰਦਰ ਸਿੰਘ ਦੀ ਗੱਲ ਅਸਾਂ ਜਿਹੜਾ ਉਹਨੇ ਸਵਾਂਗ ਰਚਿਆ ਸੀ, ਉਹ ਵੀ ਉਹਦੀ ਗਿੜੀ ਮਿੱਠੀ ਸਾਜ਼ਿਸ਼ ਸੀ ਜੀ। ਉਹਨੂੰ ਭਲੀ ਭਾਂਤ ਪਤਾ ਸੀ ਕਿ ਰਿਐਕਸ਼ਨ ਹੋਊਗਾ, ਨਹੀਂ ਵੀ ਹੋਊਗਾ ਤਾਂ ਰਿਐਕਸ਼ਨ ਉਹ ਚਾਹੁੰਦੇ ਸੀ ਕਿ ਹੋਵੇ ਜੀ। ਮਨਸ਼ਾ ਸਿਰਫ ਦਿਖਾਣਾ ਸੀ ਕਿ ਆਪਣੀ ਸਾਡੀ ਮਸਲ ਪਾਵਰ ਕਿ ਅਸੀਂ ਕਿੰਨੇ ਤਕੜੇ, ਅਸੀਂ ਲੱਖਾਂ ਦਾ ਇਕੱਠ ਕਰ ਲਾਂਗੇ, ਅਸੀਂ ਆਹ ਕਰ ਲਾਂਗੇ, ਅਸੀਂ ਵਾਹ ਕਰ ਲਾਂਗੇ, ਸਾਨੂੰ ਹੱਥ ਲਾ ਕੇ ਵੇਖੋ। ਮਨਸ਼ਾ ਤਾਂ ਇਹੋ ਹੀ ਸੀ ਨਾ। ਪਰ ਪਹਿਲਾਂ ਇਹੀ ਅਕਾਲੀ ਝਮਲਾਉਂਦੇ ਰਹੇ ਉਹਨੂੰ। ਜਦੋਂ ਚੰਡੀਗੜ੍ਹ 'ਚ ਵੱਡਾ ਇਕੱਠ ਹੋਇਆ ਉਹਦੇ ਹੱਕ ਵਿੱਚ, ਉਹਦੇ 'ਚ ਅਕਾਲੀ ਲੀਡਰ ਵੀ ਸ਼ਾਮਲ ਹੋਏ। ਉਹਨਾਂ ਲੀਡਰਾਂ ਨਾਲ ਕੁਛ ਨਾ ਮੈਂ ਇੰਟਰਵਿਊ ਕੀਤਾ, ਉਹ ਕਹਿੰਦੇ ਨਹੀਂ ਬਾਬਾ ਜੀ ਠੀਕ ਨੇ, ਕੋਈ ਸਾਬਤ ਨਹੀਂ ਹੋਇਆ। ਇੱਦਾਂ ਕਿਸੇ ਦੇ ਕਹਿਣ ਨਾਲ ਥੋੜ੍ਹਾ ਇਲਜ਼ਾਮ ਲੱਗਦੇ ਹੁੰਦੇ। ਦੇਖੋ ਮਤਲਬ ਉਦੋਂ ਇਹ ਦਲੀਲ ਦਿੰਦੇ ਸੀ। ਫਿਰ ਇੱਥੋਂ ਤੱਕ ਕਿ ਬੇਸ਼ਰਮੀ ਦੀ ਹੱਦ ਵੇਖੋ, ਦਲੀਲ ਦੇ ਰਹੇ ਕਿ 84 ਦੇ ਲੋਕਾਂ ਦੇ ਨਾਲ ਜਿਹੜੇ ਸ਼ਾਮਲ ਸੀ ਉਹਦੇ ਤਾਂ ਕੁਝ ਹੋਇਆ ਨਹੀਂਗਾ, ਤੇ ਇੱਥੇ ਕਿਉਂ ਕਾਂਗਰਸ ਇਹਨਾਂ ਦੇ ਮਗਰ ਪਈ ਹੋਈ ਹੈ। ਕਾਂਗਰਸ ਤਾਂ ਉਹਨਾਂ ਦੀ ਆਪਣਾ ਟੱਬਰ 'ਚ ਬੜੀ ਹੋਈ ਹੈ। ਦੱਸੋ ਤੁਸੀਂ ਕਿਹਨੂੰ ਉੱਲੂ ਬਣਾ ਰਹੇ ਹੋ। ਸੋ ਇਹ ਜਿਹੜਾ ਸੀਗਾ ਨਾ ਸਾਰਾ ਆਪਸ 'ਚ ਪੂਰਾ ਘਿਓ ਖਿਚੜੀ ਹੋਏ ਸੀ ਬੰਦੇ, ਜਿਹੜੇ ਆਪਸ 'ਚ ਇਹਨਾਂ ਦੀ ਮਿਲਵਰਤਨ ਚੱਲ ਰਹੀ ਸੀ। ਇਸਨੇ ਬਹੁਤ ਨੁਕਸਾਨ ਕੀਤਾ। ਅੱਜ ਵੀ ਜਿਹੜੇ ਲੋਕ ਡੇਰੇ ਦੇ ਪ੍ਰੇਮੀ ਨੇ, ਆਮ ਲੋਕੀ ਜਿਨ੍ਹਾਂ ਦੇ ਮਨ 'ਚ ਉਸ ਤਰ੍ਹਾਂ ਦਾ ਖੋਟ ਨਹੀਂ ਹੈ, ਜਿਹੜੇ ਸਿਰਫ ਸ਼ਰਧਾ ਵਜੋਂ ਜਾਂ ਜ਼ਾਤ ਪਾਤ ਪੱਖੋਂ ਉੱਥੇ ਜੁੜ ਗਏ ਆ, ਉਹਨਾਂ ਨੂੰ ਕੀ ਲੈਣਾ ਕਿੱਡੀ ਕੁ ਵੱਡੀ ਗੱਲ ਹੈ। ਸਿੱਧੇ ਤੌਰ ਤੇ ਸੰਪਰਕ ਕਰੋ ਉਹਨਾਂ ਨੂੰ, ਉਹਨੂੰ ਵੈਸੇ ਜਾ ਕੇ ਹਮਦਰਦੀ ਨਾਲ ਪੁੱਛੋ ਤੁਹਾਨੂੰ ਕੀ ਚਾਹੀਦਾ, ਅਸੀਂ ਤੁਹਾਡੇ ਕਿਸ ਕੰਮ ਆ ਸਕਦੇ ਹਾਂ। ਉਹਨੂੰ ਇੱਕ ਹਮਦਰਦੀ ਨਾਲ ਕਲਾਵੇ 'ਚ ਲੈਣ ਜਿਹੜੇ ਜਥੇਦਾਰ ਨੇ, ਆਪਣੇ ਆਪ ਉਹ ਲੋਕੀ ਤੁਹਾਡੇ ਕੋਲ ਆਉਣਗੇ। ਬਹੁਤ ਅੱਛੀ ਗੱਲ। ਇਹ ਤਾਂ ਨਾ ਤਰੀਕਾ ਹੋਇਆ ਕਿ ਡੇਰੇ ਤੇ ਜਾ ਕੇ ਉੱਥੇ ਨੱਕ ਰਗੜੋ, ਉਹਨੂੰ ਤੁਸੀਂ ਸਿਰ ਤੇ ਚੜਾ ਦਿਓ, ਲੈਜੀਟੀਮੇਸੀ ਦੇ ਦਿਓ ਕਿ ਹਾਂ ਵੀ ਇਸ ਤੋਂ ਇਹ ਤੇ ਮੇਰਾ ਵਰਗਾ ਬੰਦਾ ਹੀ ਕੋਈ ਨਹੀਂਗਾ। ਦੇਖੋ ਫਿਰ ਜਿਹੜੇ ਲੋਕ ਅੰਧ ਵਿਸ਼ਵਾਸਾਂ ਦੇ ਵਿੱਚ ਆ ਕੇ ਉਸ ਦੇ ਮਗਰ ਲੱਗੇ ਆ, ਉਹਨਾਂ ਨੂੰ ਕਿੱਥੋਂ ਕੋਈ ਰਾਹ ਲੱਭੂਗਾ। ਤਰੀਕਾ ਤਾਂ ਇਹ ਕਿ ਉਹਨਾਂ ਨਾਲ ਸਿੱਧੇ ਤੌਰ ਤੇ ਵਿਚਾਰ ਗੋਸ਼ਟੀ ਕੀਤੀ ਜਾਵੇ। ਜਿਹੜੇ ਲੋਕ ਡਾਂਗਾ ਲੈ ਕੇ ਪ੍ਰੇਮੀਆਂ ਦੇ ਮਗਰ ਗਏ ਸੀ, ਉਹ ਪਹੁੰਚ ਠੀਕ ਨਹੀਂ ਸੀ ਜੀ, ਪਰ ਉਹ ਹਾਲਾਤ ਪੈਦਾ ਕਿਹਨੇ ਕੀਤੇ? ਪੈਦਾ ਤਾਂ ਸਰਕਾਰ ਨੇ ਕੀਤੇ। ਬਿਲਕੁਲ ਜੀ, ਕਿਉਂਕਿ ਜਿਹੜੇ ਲੋਕ ਗ੍ਰਾਸਰੂਟਸ ਲੈਵਲ ਤੇ ਡਾਂਗੋ ਡਾਂਗੀ ਹੁੰਦੇ, ਕਈ ਵਾਰੀ ਉਹਨਾਂ ਨੂੰ ਸਮਝ ਨਹੀਂ ਹੁੰਦੀ ਗੱਲ, ਸਿਰਫ ਉਹ ਭੜਕਾਟ ਪੈਦਾ ਕਰਕੇ ਅਸੀਂ ਉਹਨਾਂ ਵਿੱਚ ਵੰਡੀਆਂ ਪਾਤੀਆਂ। ਸੋ ਇਹ ਬਹੁਤ ਵੱਡਾ ਦੁਖਾਂਤ ਆ। ਬਿਲਕੁਲ ਜੀ। ਇਹ ਦੇਖੋ ਹੁਣ ਵੀ ਜਦੋਂ ਤਾਜ਼ਾ ਘਟਨਾਕ੍ਰਮ ਦੇਖਦੇ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾੜ ਕੇ ਥਾਂ ਥਾਂ ਤੇ ਖਿਲਾਰੇ, ਅਤੇ ਜਿਸ ਤਰੀਕੇ ਨਾਲ ਜੋ ਕੁਛ ਕੀਤਾ, ਉਹਦੇ ਵਿੱਚੋਂ ਵੀ ਉਹੀ ਜਿਹੜੇ ਪਖੰਡੀ ਦੇ ਕੁਝ ਚੇਲੇ ਜਿਹੜੇ ਟੁਕੜਬੋਜ਼ ਸਨ, ਉਹ ਨੰਗੇ ਹੋਏ, ਜਗ ਜ਼ਾਹਰ ਹੋਏ। ਹੁਣ ਉਹਨਾਂ ਦੇ ਅੱਗੇ ਜਿਹੜਾ ਕਤਲ ਹੋਣ ਦੀ ਪੰਜਾਬ 'ਚ ਘਟਨਾ ਹੋਈ ਹੈ, ਤੇ ਜਿਸ ਤਰੀਕੇ ਨਾਲ ਲੈ ਕੇ ਉਸ ਤੋਂ ਬਾਅਦ ਉਦੋਂ ਮੱਚਿਆ ਹੋਇਆ ਰੌਲਾ ਪਿਆ ਹੋਇਆ, ਉਸ ਵਿੱਚ ਫਿਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹਾਲਾਤ ਪੈਦਾ ਕੌਣ ਕਰ ਰਿਹਾ, ਕਿਸ ਤਰੀਕੇ ਨਾਲ ਬੇਅਦਬੀ ਕਰਵਾਈ ਜਾ ਰਹੀ ਹੈ, ਕਿਸ ਤਰੀਕੇ ਨਾਲ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ। ਉਸ ਤੋਂ ਬਾਅਦ ਪ੍ਰਤੀਕਰਮ ਜਦੋਂ ਹੋ ਰਿਹਾ ਹੈ, ਉਸ ਗੱਲ ਦਾ ਅਸਰ ਹੋ ਰਿਹਾ, ਉਹ ਗੱਲ ਦੇ ਨਤੀਜੇ ਸਾਹਮਣੇ ਆ। ਤੇ ਕਈ ਵਾਰ ਇਉਂ ਜਾਪਦਾ ਕਿ ਇਹ ਵੀ ਗਿਣ ਮਿਥ ਕੇ ਸਾਰਾ ਕੁਝ ਕੀਤਾ ਜਾ ਰਿਹਾ, ਇਹ ਵੀ ਹਕੂਮਤਾਂ ਆਪਣੀ ਰਾਜਨੀਤੀ ਚਲਾਉਣ ਲਈ ਕਰਾ ਰਹੀਆਂ। ਕਿਸੇ ਡੇਰੇ ਵਾਲੇ ਨੂੰ ਜੇਲ੍ਹ ਤੋਂ ਮੁਕਤ ਕਰਾ ਕੇ ਇੱਕ ਦਿਨ ਦੀ ਪੈਰੋਲ ਦੇ ਦੇਣੀ, ਜਿੱਥੇ ਉਹ ਦੇਖਦੇ ਆ ਕਿ ਵੋਟਾਂ ਦੇ ਵਿੱਚ ਫਾਇਦਾ ਉਹ ਇਹ ਵੀ ਕਰ ਸਕਦੇ ਆ। ਜਿੱਥੇ ਉਹਨਾਂ ਨੂੰ ਲੱਗਿਆ ਕਿ ਸਾਧ ਵਰਗੇ ਪਖੰਡੀ ਨੂੰ ਜੇਲ੍ਹ 'ਚ ਸੁੱਟ ਕੇ ਸਾਨੂੰ ਕੋਈ ਤਾਕਤ ਮਿਲਦੀ ਹੈ, ਉੱਥੇ ਜੇਲ੍ਹ 'ਚ ਵੀ ਸੁੱਟ ਦਿੰਦੇ ਆ। ਜਿੱਥੇ ਆਸਾਰਾਮ ਨੂੰ ਅੰਦਰ ਕਰਕੇ ਉਹਨਾਂ ਨੂੰ ਰਾਜਨੀਤੀ ਦਾ ਫਾਇਦਾ ਹੁੰਦਾ, ਉੱਥੇ ਕਰਦੇ ਆ। ਜਿੱਥੇ ਬਾਹਰ ਕੱਢ ਕੇ ਉਹਨਾਂ ਨੂੰ ਫਾਇਦਾ ਹੁੰਦਾ, ਉੱਥੇ ਬਾਹਰ ਵੀ ਕੱਢਦੇ ਆ। ਇਹ ਜਿਉਂਦਾ ਵੀ ਕਰ ਸਕਦੇ ਆ, ਮਰਵਾ ਵੀ ਸਕਦੇ ਆ ਕਿਸੇ ਨੂੰ। ਇਹ ਰਾਜਨੀਤੀ ਦੀ ਖੇਡ ਹੈ ਜੋ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ। ਦੇਖੋ ਇਸ ਟਾਈਮ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ, ਦੋ ਤਿੰਨ ਗੱਲਾਂ ਹੋ ਰਹੀਆਂ ਪੰਜਾਬ 'ਚ ਜੀ। ਕਿਸਾਨੀ ਅੰਦੋਲਨ, ਦੂਜੇ ਪਾਸੇ ਆ ਡੇਰੇ ਦਾ ਵਿਵਾਦ। ਹਾਂਜੀ, ਚਾਹੇ ਮੰਨੋ ਚਾਹੇ ਨਾ ਮੰਨੋ, ਹਕੀਕਤ ਇਹ ਆ, ਕੰਨ ਤੇ ਲਿਖਿਆ ਪੜ੍ਹ ਲਓ, ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਇਸ ਵੇਲੇ। ਹਾਂ, ਪੰਜਾਬ ਵਿੱਚ ਸੁੱਖ ਰਵੇ, ਅਸੀਂ ਇਸ ਗੱਲ ਦੀ ਆਸ ਕਰਦੇ ਜੀ, ਕਿਉਂਕਿ ਸਿੱਧਾ ਕੌਨਫਲਿਕਟ ਡੇਰੇ ਦਾ ਇਸ ਸਮੇਂ ਸਿੱਖਾਂ ਦੇ ਨਾਲ ਆ। ਇਸ ਮੁੱਦੇ ਨੂੰ ਹਵਾ ਦੇਣ ਨਾਲ ਫਾਇਦਾ ਕਿਹਨੂੰ ਹੋ ਰਿਹਾ, ਤੁਸੀਂ ਆਪ ਸੋਚ ਲਓ। ਬਿਲਕੁਲ, ਮੋਦੀ ਨੂੰ ਪੰਜਾਬ ਜੋ ਮੂੰਹ ਲਾਉਣ ਨੂੰ ਤਿਆਰ ਨਹੀਂਗਾ। ਸਿੱਖ ਹਲਕਾ ਇਹਨਾਂ ਮੋਦੀ ਦੀ ਕੋਈ ਇੱਜ਼ਤ ਹੈ ਨਹੀਂ ਜੀ। ਹਾਂ, ਕੁਝ ਕੁ ਹੈਗੇ ਜਿਹੜੇ ਦਸਤਾਰਧਾਰੀ ਜਾਂ ਕੇਸਧਾਰੀ ਹਿੰਦੂ ਨੇ, ਜਿਹਨਾਂ ਨੂੰ ਬੜਾ ਮੋਦੀ ਨਾਲ ਮੋਹ ਆ ਜੀ, ਪਰ ਛੋਟ ਉਹਨਾਂ ਦੇ ਪੰਜਾਬ ਦੇ ਵਿੱਚ ਮੋਦੀ ਦੀ ਕੋਈ ਗੱਲ ਹੈ ਨਹੀਂ ਜੀ। ਮੋਦੀ ਨੂੰ ਇਸ ਗੱਲ ਦਾ ਪਤਾ, RSS ਨੂੰ ਪਤਾ। ਸੋ ਹੁਣ ਨਵਾਂ ਪੜਪਨ ਚੱਲ ਰਿਹਾ, ਉੱਥੇ ਘੇਰਾਬੰਦੀ ਹੋ ਰਹੀ ਹੈ। ਕਿਸਾਨੀ ਅੰਦੋਲਨ ਨੂੰ ਕੁਚਲਣ ਦਾ ਵੀ ਸਵਾਲ ਹੈ। ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆਪਣੀ ਅੱਡਰੀ ਹੋਂਦ ਪਛਾਣ ਦੀ ਗੱਲ ਕਰ ਰਹੇ ਨੇ, ਉਹਨਾਂ ਨੂੰ ਵੀ ਖੁੰਝੇ ਲਾਉਣ ਦਾ ਸਵਾਲ ਹੈ। ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ, ਜਿਹੜੇ ਹਾਲਾਤ, ਜਿਹੜੇ ਪਰਿਸਥਿਤੀਆਂ ਬਣ ਰਹੀਆਂ, ਨਵਾਂ ਚੱਕਰ ਵਿਊ ਤਿਆਰ ਹੋ ਰਿਹਾ, ਇਸ ਦੇ ਬਾਰੇ ਲੋਕਾਂ ਨੂੰ ਸੁਚੇਤ ਹੋਣਾ ਪਊਗਾ। ਬਿਲਕੁਲ ਜੀ, ਇਹ ਹੋ ਰਿਹਾ ਜੀ ਹੁਣ ਲਗਾਤਾਰ, ਜਿਸ ਤਰ੍ਹਾਂ ਹਰ ਰੋਜ਼ ਘਟਨਾਵਾਂ ਹੋ ਰਹੀਆਂ, ਤੇ ਇਸ ਦੇ ਵਿੱਚ ਫਾਇਦਾ ਕਿਹਨੂੰ ਹੋ ਰਿਹਾ? ਅਸਲ 'ਚ ਉਹੀ ਇਹਦਾ ਕਾਰਨ ਹੈ।
ਜਿਨ੍ਹਾਂ ਨੂੰ ਇਸ ਦੇ ਵਿੱਚੋਂ ਕੁਝ ਹਾਸਲ ਹੋ ਰਿਹਾ ਉਹੀ ਇਹ ਸਥਿਤੀ ਪੈਦਾ ਕਰ ਰਿਹਾ। ਜਿਸ ਤਰ੍ਹਾਂ ਅਰੁੰਧਤੀ ਰਾਓ ਦੀ ਗੱਲ ਕੀਤੀ ਤੁਸੀਂ, ਜਾਂ ਉਹਨਾਂ ਦੀ ਜੀਵਨ ਦੇ ਵਿੱਚ ਜੋ ਕੰਟਰੀਬਿਊਸ਼ਨ ਉਹਦੀ ਗੱਲ ਕੀਤੀ। ਪ੍ਰੋਗਰਾਮ ਦੇ ਅੰਤ ਦੇ ਵਿੱਚ ਮੈਂ ਚਾਹਾਂਗਾ ਕਿ ਮੌਜੂਦਾ ਸਮੇਂ ਜੋ ਅੱਜ ਲੇਖਕ, ਚਿੰਤਕ ਅਤੇ ਬੁੱਧੀਜੀਵੀ ਵਰਗ ਹੈ ਦੇਸ਼ ਤੇ ਵਿਦੇਸ਼ ਦੇ ਵਿੱਚ, ਉਹਨਾਂ ਦੀ ਕਲਮ ਅਫਸੋਸ ਨਾਲ ਕਹਿਣਾ ਪੈਂਦਾ ਕਿ 60-70 ਸਾਲ ਦੇ ਉਮਰ ਦੇ ਜਿਹੜੇ ਸਿਆਣੇ ਬਣੇ ਧੌਲੇ ਦਾੜੇ ਵਾਲੇ, ਉਹ ਵੀ ਕਈ ਇਸ ਤਰ੍ਹਾਂ ਦੇ ਲਿਖਦੇ ਆ, ਕਈ ਵਾਰੀ ਸ਼ਰਮ ਆਉਂਦੀ ਹੈ ਉਹਨਾਂ ਦੀ ਮਹਿਫਲਾਂ 'ਚ ਜਾ ਕੇ। ਉਹਨਾਂ ਨੂੰ ਹੁਣ ਵੀ ਇਸ਼ਕ ਮੁਸ਼ਕ ਤੋਂ ਵੇਲ ਨਹੀਂ ਮਿਲਦਾ। ਠੀਕ ਹੈ, ਕਿਸੇ ਹੱਦ ਤੱਕ ਠੀਕ ਹੈ ਉਸ ਦੀ ਗੱਲ ਕਰਨੀ, ਪਰ ਦਿਨ ਰਾਤ ਤਾਰੀ ਤੋੜੀ ਜਾਣੇ, ਚੰਨ 'ਤੇ ਚੜ੍ਹੇ ਰਹਿਣਾ, ਜਾਂ ਇਹੋ ਜਿਹੀਆਂ ਕਮਲਬਾਜ਼ ਹੈ ਜਿਹੜਾ ਕਰੀ ਜਾਣਾ। ਕੋਈ ਸਮਾਜ ਦੇ ਆਲੇ ਦੁਆਲੇ ਜੋ ਹੈ ਉਹਨੂੰ ਵੀ ਦੇਖ ਲਓ। ਜੇ ਕਰਨਾ ਹੀ ਹੈ ਤਾਂ ਪ੍ਰਕਿਰਤੀ ਦਾ ਚਿਤਰਨ ਕਰੋ, ਉਸ ਦੀ ਖੂਬਸੂਰਤੀ, ਹਰ ਗੱਲ ਦੇ ਵਿੱਚ ਉਹ ਆਪਣੀ ਪ੍ਰੇਮਕਾ ਜਾਂ ਮਸ਼ੂਕਾ ਜਾਂ ਆਪਣਾ ਉਹੀ ਲੱਭਣਾ। ਇਹ ਜਿਹੜੀ ਸਥਾਪਤੀ ਆ ਉਸ ਦੇ ਬਾਰੇ ਕੁਛ ਨਾ ਲਿਖਣਾ। ਜਿਹੜੀ ਐਸਟੈਬਲਿਸ਼ਮੈਂਟ ਲੋਕਾਂ 'ਤੇ ਜ਼ੁਲਮ ਕਰਦੀ ਹੈ ਉੱਥੇ ਜਾ ਕੇ ਚੰਗੇ ਭਲੇ ਰੋਡੇ ਤੇ ਉੱਥੇ ਪੱਗਾਂ ਬੰਨ੍ਹ ਕੇ ਵੀ ਚਲੇ ਜਾਂਦੇ ਨੇ ਭੇਸ ਬਦਲ ਕੇ ਵੀ ਅੱਜ ਮੋਦੀ ਜੀ ਦਾ ਸਵਾਗਤ ਕਰਨਾ। ਤੇ ਇੱਥੋਂ ਦਾ ਇੱਕ ਲੇਖਕ, ਮੈਂ ਉਹਦੀ ਤਸਵੀਰ ਦੇਖੀ, ਮੈਂ ਗੌਰ ਨਾਲ ਦੇਖਿਆ ਵੀ ਲੱਗਦਾ ਤਾਂ ਉਹੀ ਹੈ, ਆਹ ਕੀ ਬਣਿਆ ਹੋਇਆ। ਪਰ ਕਿਉਂਕਿ ਉੱਥੇ ਉਹਨਾਂ ਨੇ ਕਿਹਾ ਸੀ ਅਸੀਂ ਦਿਖਾਉਣੇ ਵੀ ਆ, 2-4 ਸਿੱਖ ਆਏ ਨੇ ਤੇ ਉਹ ਸਿੱਖ ਦਿਖਾਉਣ ਲਈ, ਜਿਵੇਂ ਤੁਸੀਂ ਕੇਸਧਾਰੀ ਹਿੰਦੂ ਵਾਲੀ ਗੱਲ ਕੀਤੀ ਹੈ, ਉੱਥੇ ਪੱਗ ਬੰਨ੍ਹ ਕੇ ਚਲੇ ਗਿਆ। ਉਮਰ ਭਰ ਪਿਓ ਦੇ ਪੁੱਤ ਨੇ ਉਹਨੇ ਪੱਗ ਨਹੀਂ ਬੰਨੀ, ਪਰ ਉਹ ਸਥਾਪਤੀ ਦੇ ਗੁਣ ਗਾਉਣ। 4-5 ਨਾਵਲ ਜ਼ਰੂਰ ਲਿਖਤੇ ਕਿ ਮੈਂ ਜੀ ਬੜਾ ਅਗਾਂਹ ਵਧੂ ਆ। ਨਾਵਲਾਂ ਨੂੰ ਚੱਟਣਾ ਤੂੰ ਕਰਦਾ ਕੀ ਹੈ? ਸੋ ਇਹੋ ਜਿਹੇ ਕੁਛ ਕਰਤੂਤਾਂ ਜਿਹੜੀਆਂ ਕਰ ਰਹੇ ਨੇ ਲੋਕ, ਇੱਕ ਤਾਂ ਉਹਨਾਂ ਬਾਰੇ ਇਸ ਅਰੁੰਧਤੀ ਰਾਏ ਵਰਗੀ ਲਿਖਾਰੀ ਦੇ ਜਨਮ ਦਿਨ 'ਤੇ ਕੀ ਕਹਿਣਾ ਚਾਹੋਗੇ? ਇੱਕ ਉਹ ਜਿਹੜੀ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਆਪਣੀ ਕਲਮ ਨੂੰ ਤਰਾਸ਼ ਰਹੀ ਹੈ, ਜਿਹੜੀ ਕਿ ਇਹ ਸੋਚਦੀ ਹੈ ਕਿ ਅਸੀਂ ਲਿਖ ਕੇ ਕੁਝ ਨਾ ਕੁਝ ਸਮਾਜ ਦੇ ਵਿੱਚ ਇਹੋ ਜਿਹਾ ਜੀਵੰਤ ਤੱਤ ਪੈਦਾ ਕਰੀਏ ਕਿ ਉਹ ਇਹਨਾਂ ਨਾਲ ਟਕਰਾ ਸਕੇ। ਜਿਹੜੀ ਕਲਮ ਕਦੇ ਰਾਮਚੰਦਰ ਛਤਰਪਤੀ ਦੀ ਹੈ ਜਾਂ ਇਹਨਾਂ ਮਹਾਨ ਲਿਖਾਰੀਆਂ ਦੀ ਕਲਮ ਹੈ, ਉਸ ਕਲਮ ਦੀ ਪ੍ਰੇਰਨਾ ਜਿਹੜੀ ਬਣ ਸਕੇ। ਅਖੀਰ ਮੈਂ ਕੋਈ ਗੱਲ ਕਹਾਂ ਗੁਰਿੰਦਰ ਸਿੰਘ ਜੀ ਕਿ ਲੋਕਾਂ ਦੇ ਹੱਕ 'ਚ ਲਿਖੋ, ਲੋਕ ਪੱਖੀ ਪੱਤਰਕਾਰ, ਲੋਕ ਪੱਖੀ ਕਵੀ, ਲਿਖਾਰੀ ਬਣੋ ਜੀ। ਜੋਕਾਂ ਦੇ ਹੱਕ 'ਚ ਨਾ ਖੜੇ ਹੋ, ਲੋਕਾਂ ਦੇ ਹੱਕ 'ਚ ਖੜੇ ਹੋ ਜੀ। ਇਹ ਸਦੀਵੀ ਤੌਰ 'ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਾਂ ਹੋਵੇ। ਅਰੁੰਧਤੀ ਰਾਏ ਦੇ ਸੇਧ ਲੈ ਕੇ ਮੈਂ ਗੱਲ ਕਹਿਣ ਲੱਗਾ, ਕਿਉਂਕਿ ਗੱਲ ਅਸੀਂ ਮੁੱਖ ਤੌਰ 'ਤੇ ਪੰਜਾਬ ਦੀ ਕਰ ਰਹੇ ਸੀ। ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਜੋ ਕੁਝ ਵੀ ਦੇਰੇ ਸੱਚੇ ਸੌਦੇ ਦਾ ਵਿਵਾਦ ਆ, ਉਸਦਾ ਪੰਜਾਬ ਨਾਲ ਗੂੜਾ ਨਾਤਾ ਜੀ। 84 'ਚ ਬਲੂ ਸਟਾਰ ਤੋਂ ਪਹਿਲਾਂ ਜਿਹੜੇ ਹਾਲਾਤ ਸੀਗੇ ਉਹ ਦੁਬਾਰਾ ਬਣ ਰਹੇ ਆ ਜੀ। ਉਦੋਂ ਕਿਸਾਨੀ ਸੰਕਟ ਵੀ ਨਾਲੋਂ ਨਾਲ ਚੱਲ ਰਿਹਾ ਸੀ, ਸੰਤਾਂ ਦਾ ਮੋਰਚਾ ਵੀ ਚੱਲ ਰਿਹਾ ਸੀ, ਨਿਰੰਕਾਰੀ ਗੁਰੂ ਨਾਲ ਵੀ ਲੜਾਈ ਚੱਲ ਰਹੀ ਸੀ ਇਹਨਾਂ ਦੀ ਜੀ। ਉਹੋ ਜਿਹੀਆਂ ਪਰਿਸਥਿਤੀਆਂ ਦੁਬਾਰਾ ਬਣਾਈਆਂ ਜਾ ਰਹੀਆਂ। ਇਸ ਚੱਕਰ ਵੀ ਨੂੰ ਪਛਾਣੋ, ਇਹ ਤੁਹਾਡੇ ਲਈ ਸੁਚੇਤ ਰਹਿਣ ਦਾ ਸਮਾਂ ਹੈ। ਖਾਸ ਤੌਰ 'ਤੇ ਪੰਜਾਬੀ ਲੇਖਕਾਂ ਨੂੰ ਤਾਂ ਮੈਂ ਇਹੀ ਅਪੀਲ ਕਰੂੰਗਾ। ਸੋ ਹੁਣ ਜਿੱਥੋਂ ਤੱਕ ਅਸੀਂ ਦੇਖਦੇ ਹਾਂ ਵਿਦੇਸ਼ਾਂ 'ਚ ਵੀ ਅਸੀਂ ਬਹੁਤ, ਬੇਸ਼ੱਕ ਹੁਣ ਮੌਕਾ ਤਾਂ ਹੈ ਨਹੀਂ, ਤੁਸੀਂ ਤਾਂ ਚੰਗੇ ਲੇਖਕਾਂ ਦੀ ਦੋਨਾਂ ਦੀ ਗੱਲ ਕੀਤੀ ਹੈ, ਚਾਹੇ ਪੱਤਰਕਾਰ ਹੈ ਰਾਮਚੰਦਰ ਛਤਰਪਤੀ, ਚਾਹੇ ਅਰੁੰਧਤੀ ਰਾਓ, ਇਹਨਾਂ ਦੀ ਗੱਲ ਹੈ। ਪਰ ਅੱਜ ਕੱਲ੍ਹ ਮਹਿਫਲਾਂ ਜਿਹੀਆਂ ਬੰਦ ਹੋ ਗਈਆਂ, ਕਰੋਨਾ ਨੇ ਬੜਾ ਵਕਤ ਪਾਇਆ। 4 ਇਕੱਠੇ ਹੋ ਕੇ ਕਈ ਵਾਰ ਅਸੀਂ ਆਪਣਾ ਮੁਸ਼ਾਇਰੇ ਕਰ ਲੈਂਦੇ ਸਾਂ, ਚਲੋ ਇਹਨੇ ਨਾਲ ਉਹਨਾਂ ਦਾ ਮਨ ਦਾ ਵਲਵਲਾ ਵੀ ਨਿਕਲ ਜਾਂਦਾ ਸੀ। ਪਰ ਚੰਗੇ ਤਾਂ ਅੱਜ ਵੀ ਹੋ ਸਕਦੇ ਆ, ਵਿਜ਼ੂਅਲ ਵਗੈਰਾ ਹੋ ਸਕਦੇ ਆ, ਕਾਨਫਰੰਸ ਵੀਡੀਓ ਜਾਂ ਆਪਣੇ ਇੰਟਰੈਕਟ ਕਰ ਸਕਦੇ ਆ। ਪਰ ਗੱਲ ਉੱਥੇ ਹੀ ਆਉਂਦੀ ਹੈ ਕਿ ਅਸੀਂ ਸਮਾਜ ਨੂੰ ਕੀ ਲਿਖ ਕੇ ਦੇ ਰਹੇ ਹਾਂ। ਹੁਣ ਅਰੁੰਧਤੀ ਰਾਓ ਦੀਆਂ ਕਿੰਨੀਆਂ ਕਿਤਾਬਾਂ ਨੇ, ਜਾਂ ਛਤਰਪਤੀ ਕਿੱਡਾ ਕੁ ਸਮਾਂ ਪੱਤਰਕਾਰੀ ਕਰਦੇ ਰਹੇ, ਕਿੰਨੇ ਕੁ ਅੰਕ ਉਹਨਾਂ ਨੇ ਅਖਬਾਰਾਂ 'ਚ ਕੱਢੇ, ਗਿਣਤੀ ਦੀਆਂ ਉਹਨਾਂ ਦੀਆਂ ਕਿਤਾਬਾਂ। ਆਜ਼ਾਦੀ ਛੋਟੀ ਜੀ ਨਾਵਲ ਤੁਸੀਂ ਦੱਸਿਆ, ਜਾਂ ਉਹ ਰੈਗੂਲਰ ਅਖਬਾਰਾਂ 'ਚ ਜੋ ਲਿਖਦੇ ਨੇ। ਅਤੇ ਇੱਕ ਪੱਤਰਕਾਰ ਜਿਹੜਾ ਕਿ 1 ਸਾਲ ਦੇ ਵਿੱਚ ਹੀ, ਕੁਝ ਮਹੀਨਿਆਂ ਦੇ ਵਿੱਚ ਹੀ ਆਪਣਾ ਜੀਵਨ ਸਫ਼ਰ ਤੈਅ ਕਰ ਗਿਆ। ਸੋ ਢੇਰਾਂ ਦੇ ਢੇਰ ਲਿਖ ਦੇਣੇ, ਪੜ੍ਹਨਾ ਕੁਛ ਨਾ, ਜਾਂ ਸੁਚੇਤ ਪੱਧਰ 'ਤੇ ਕੁਛ ਨਾ ਕਰਨਾ। ਅਤੇ ਦੂਸਰੇ ਪਾਸੇ ਪੱਤਰਕਾਰੀ ਜਿਹੜੀ ਹੈ ਇਸ ਤਰ੍ਹਾਂ ਦਾ ਧੰਦਾ ਬਣਾ ਲੈਣਾ ਕਿ ਉਹਦੇ ਵਿੱਚ ਨਿਕੰਮੀ ਕਿਸਮ ਦੀ ਜਿਹੜੀ ਹੈ ਪੀਲੀ ਪੱਤਰਕਾਰੀ ਜਿਹੜੀ ਹੈ ਉਸ ਦਾ ਮਾਹੌਲ ਕਾਇਮ ਕਰ ਲੈਣਾ। ਸਮਾਂ ਲੱਗੇ ਹਕੂਮਤਾਂ ਦੇ ਸੋਲੇ ਵੀ ਗਾ ਲੈਣੇ ਅਤੇ ਰਾਜਨੀਤੀ ਦੇ ਲਈ ਪਾਸੇ ਵੀ ਪਲਟ ਲੈਣੇ। ਇਹ ਸਾਰਾ ਕੁਝ ਸਿਲਸਿਲਾ ਚੱਲਦਾ ਹੈ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਸਹੀ ਦ੍ਰਿਸ਼ਟੀਕੋਣ ਹੈ ਉਹ ਕੀ ਹੋ ਸਕਦਾ ਹੈ ਤਾਂ ਕਿ ਅਸੀਂ ਪੰਜਾਬੀ ਪੱਤਰਕਾਰੀ ਨੂੰ ਵੀ ਇਹਨਾਂ ਤੋਂ, ਚਾਹੇ ਹਿੰਦੀ ਅਤੇ ਅੰਗਰੇਜ਼ੀ ਦੇ ਲਿਖਾਰੀ ਨੇ ਜਿਨ੍ਹਾਂ ਦੀ ਗੱਲ ਕੀਤੀ ਹੈ, ਅਸੀਂ ਸਮੁੱਚੇ ਤੌਰ 'ਤੇ ਆਪਣੀ ਮੀਡੀਆ ਪੱਤਰਕਾਰੀ ਨੂੰ ਕੁਝ ਨਾ ਕੁਝ ਸੇਧ ਦੇ ਸਕੀਏ। ਗੱਲ ਇਸ ਤਰ੍ਹਾਂ ਕਿ ਅਸੀਂ ਬਹੁਤ ਸੁਖਾਲੇ ਮਾਹੌਲ 'ਚ ਰਹਿ ਰਹੇ ਹਾਂ। ਹਾਂਜੀ। ਸਾਰੀਆਂ ਸਹੂਲਤਾਂ ਸਾਨੂੰ ਮਿਲ ਰਹੀਆਂ। ਭਾਰਤ ਤੋਂ ਬਹੁਤ ਦੂਰ ਬੈਠੇ ਇਸ ਵੇਲੇ, ਜਿਹੜੇ ਉੱਥੇ ਨਹੀਂ ਬੋਲ ਪਾ ਰਹੇ, ਗੱਲ ਖੋਲ ਕੇ ਨਹੀਂ ਕਰ ਪਾ ਰਹੇ, ਜਿਹਨਾਂ ਨੂੰ ਜੇਲ੍ਹਾਂ ਸੁੱਟਿਆ ਜਾ ਰਿਹਾ, ਘੱਟੋ ਘੱਟ ਉਹਨਾਂ ਲਈ ਖੁੱਲੀ ਫਿਜ਼ਾ 'ਚ ਬਹਿ ਕੇ ਤੇ ਹਾਜ਼ਰ ਨਾਲ ਮਾਰੀਏ। ਇਹਨਾਂ ਤਾਂ ਆਪਾਂ ਕਰ ਹੀ ਸਕਦੇ ਹਾਂ ਨਾ ਜੀ। ਕੋਵਿਡ-19 ਦਾ ਕੋਈ ਬਹਾਨਾ ਨਹੀਂ ਚੱਲੂਗਾ। ਤੁਸੀਂ ਜ਼ੂਮ ਟੈਕਨੋਲੋਜੀ ਇਸਤੇਮਾਲ ਕਰ ਸਕਦੇ ਹੋ, ਫੇਸਬੁੱਕ, ਟਵਿੱਟਰ ਇਸਤੇਮਾਲ ਕਰ ਸਕਦੇ ਹੋ। ਹਾਂਜੀ। ਵੈਸੇ ਅਰੁੰਧਤੀ ਰਾਏ ਦਾ ਜਿਹੜੇ ਨਾਵਲ ਦੀ, ਜਿਹੜੀ ਨਵੀਂ ਪੁਸਤਕ ਦੀ ਮੈਂ ਗੱਲ ਕੀਤੀ, ਆਜ਼ਾਦੀ, ਹਾਂਜੀ, ਜਿਹੜੇ ਨਿਬੰਧਾਂ ਦੀ ਨਵੀਂ ਪੁਸਤਕ ਤਾਜ਼ਾ, ਉਸ ਵਿੱਚ ਇੱਕ ਨਿਬੰਧ ਕੋਵਿਡ-19 ਬਾਰੇ ਵੀ ਹੈ। ਅੱਛਾ। ਜਿਸ ਵਿੱਚੋਂ ਦੱਸਦੀ ਹੈ ਕਿ ਉਸਨੂੰ ਪਤਾ ਲੱਗਦਾ ਦਿੱਲੀ ਵਿੱਚ ਕਿ ਲੋਕ ਜਿਹੜੇ ਦਿਹਾੜੀਦਾਰ ਨੇ
ਉਹਨਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪੈ ਗਏ, ਕੰਮ ਟੁੱਟ ਗਿਆ, ਉਹ ਉਹਨਾਂ ਨੇ ਵਹੀਰਾਂ ਘਾਤੀਆਂ ਯੂਪੀ ਬਿਹਾਰ ਵੱਲ ਨੂੰ, ਤੁਰ ਕੇ ਜਾਣ ਲਈ ਮਜਬੂਰ ਨੇ। ਉਹ ਆਪਣੀ ਗੱਡੀ ਲੈ ਕੇ ਜਾ ਕੇ ਉਹਨਾਂ ਨੂੰ ਮਿਲਦੀ ਆ, ਉਹਨਾਂ ਨਾਲ ਸੰਵਾਦ ਰਚਦੀ ਆ, ਔਰ ਉਸ ਪੂਰੇ ਜੋ ਦੁਖਾਂਤ ਆਪਣੀ ਅੱਖਾਂ ਤੋਂ ਵੇਖ ਕੇ ਆਈ ਉਸ ਨੂੰ ਉਸਨੇ ਕਲਮਬੰਦ ਕੀਤਾ। ਬਹੁਤ ਖੂਬ। ਯਾਨੀ ਮੈਂ ਕਹਿਣਾ ਇਹ ਚਾਹ ਰਿਹਾ ਕਿ ਉਸਨੇ ਆਪਣੇ ਪੱਤਰਕਾਰੀ ਦੇ ਫਰਜ਼ ਨੂੰ ਵੀ ਪਛਾਣਿਆ। ਸੋ ਇਹ ਘਰ ਬਹਿਣ ਦਾ ਸਮਾਂ ਨਹੀਂ ਹੈ, ਬਾਹਰ ਨਿਕਲ ਕੇ ਲੋਕਾਂ ਦੀ ਗੱਲ ਸੁਣਨ ਦਾ ਸਮਾਂ ਹੈ ਜੀ। ਜੇ ਅਰੁੰਧਤੀ ਰੋਏ ਇੰਨਾ ਕਰ ਸਕਦੀ ਹੈ, ਦਿੱਲੀ ਵਿੱਚ ਬੈਠਿਆਂ ਕੋਵਿਡ-19 ਦੇ ਮਾਹੌਲ 'ਚ ਵੀ ਗੱਡੀ ਲੈ ਕੇ ਜਾ ਕੇ ਉਹਨਾਂ ਲੋਕਾਂ ਦੀ ਗੱਲ ਸੁਣ ਕੇ ਆਈ ਜਿਹੜੇ ਵਿਚਾਰੇ ਵਹੀਰਾਂ ਘੱਤ ਕੇ ਘਰਾਂ ਨੂੰ ਜਾ ਰਹੇ ਸੀਗੇ ਜੀ। ਤੇ ਸਾਡੇ ਤੋਂ ਕੀ ਇੰਨਾ ਵੀ ਨਹੀਂ ਬੰਦਾ ਸਰਦਾ। ਇਹ ਹੁਣ ਜਿਹੜੇ ਇੱਥੇ ਸਹੂਲਤਾਂ ਮੰਨਣ ਵਾਲੇ ਲੋਕ ਨੇ ਉਹ ਇਸ ਤੇ ਵਿਚਾਰ ਕਰਨ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਵਿਚਾਰਾਂ ਨੂੰ ਲੈ ਕੇ ਆਪਾਂ ਇਹ ਗੱਲਬਾਤ ਅੱਗੇ ਤੋਰੀ ਹੈ ਤੇ ਇਹਨਾਂ ਦੋਹਾਂ ਸ਼ਖਸੀਅਤਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਹੋਈ। ਦੋਨਾਂ ਦੇ ਜੀਵਨ ਅਤੇ ਉਹਨਾਂ ਦੇ ਸੰਘਰਸ਼ ਬਾਰੇ ਤੁਸੀਂ ਦੱਸਿਆ। ਦੂਜੇ ਪਾਸੇ ਇੱਕ ਸਰਕਾਰੀ ਪੱਧਰ ਤੇ ਹਕੂਮਤ ਦੇ ਨਾਲ ਸਿੱਧੀ ਟੱਕਰ ਲੈ ਰਿਹਾ, ਇੱਕ ਜਿਸ ਤਰੀਕੇ ਨਾਲ ਧਾਰਮਿਕ ਪਖੰਡ ਦਾ ਜਿਹੜਾ ਮਾਹੌਲ ਹੈ ਉਸ ਦੇ ਖਿਲਾਫ ਸ਼ਹੀਦ ਹੋ ਗਿਆ। ਦੋਨਾਂ ਦੇ ਬਾਰੇ, ਦੋਨਾਂ ਦੀ ਕੁਰਬਾਨੀ ਜਾਂ ਦੋਨਾਂ ਦੀ ਸ਼ਖਸੀਅਤ ਬਾਰੇ ਵਿਚਾਰ ਕਰਨਾ ਬੜਾ ਮਹੱਤਵਪੂਰਨ ਹੈ। ਸੋ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਖੀਰ ਦੇ ਵਿੱਚ ਜੇ ਸਮੁੱਚੇ ਤੌਰ ਤੇ ਅਸੀਂ ਦੇਖੀਏ ਕਿ ਸ਼ਹਾਦਤ ਦਾ ਜਿਹੜਾ ਪ੍ਰਸੰਗ ਹੈ ਉਸ ਨੂੰ ਜੇ ਰਾਮਚੰਦਰ ਛਤਰਪਤੀ ਦੇ ਸੰਬੰਧ ਦੇ ਵਿੱਚ ਵਿਚਾਰਿਆ ਜਾਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਸਨੇ ਆਪਣੀ ਕਲਮ ਦੇ ਰਾਹੀਂ ਪੱਤਰਕਾਰੀ ਨੂੰ ਨਾ ਸਿਰਫ ਇੱਕ ਨਵੀਂ ਸੇਧ ਦਿੱਤੀ, ਬਲਕਿ ਉਸ ਇੱਕ ਦਰਿੰਦੇ ਦੇ ਖਿਲਾਫ ਵੀ ਆਪਣਾ ਪੂਰਾ ਸ਼ਕਤੀਸ਼ਾਲੀ ਢੰਗ ਦੇ ਨਾਲ ਆਪਣੇ ਅਖਬਾਰ ਰਾਹੀਂ ਪੂਰਾ ਸੱਚ ਬਿਆਨ ਕੀਤਾ, ਜਿਹੜਾ ਅੱਜ ਸਲਾਖਾਂ ਦੇ ਪਿੱਛੇ ਹੈ। ਇਸੇ ਤਰੀਕੇ ਨਾਲ ਅਰੁੰਧਤੀ ਰਾਓ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੱਕ ਐਸੀ ਲੇਖਕ ਜਿਸ ਨੂੰ ਅੰਤਰਰਾਸ਼ਟਰੀ ਸਨਮਾਨ ਮਿਲਿਆ, ਪਰ ਉਸਨੇ ਭਾਰਤ ਦੀ ਫਾਸ਼ੀਵਾਦੀ ਹਕੂਮਤ ਦੇ ਉਸ ਪੱਖ ਨੂੰ ਨੰਗਾ ਕੀਤਾ ਜਿਹਦੇ ਬਾਰੇ ਬਹੁਤੇ ਆਪਣੀ ਜ਼ੁਬਾਨ ਬੰਦ ਕਰ ਲੈਂਦੇ ਨੇ। ਤੇ ਕਿਸੇ ਸ਼ਾਇਰ ਨੇ ਲਿਖਿਆ, ਆਪਣਾ ਸਿਰ ਕਲਮ ਕਰਨਾ ਲਿਖਣ ਬਹਿਣਾ ਮੌਤ ਹੈ, ਹਰ ਸ਼ਬਦ ਦੇ ਜਨਮ ਦੀ ਪੀੜਾ ਨੂੰ ਸਹਿਣਾ ਮੌਤ ਹੈ, ਕਦਰਦਾਨੋ ਸ਼ੇਰ ਦੀ ਕੁਝ ਕਦਰ ਪਾਉਣੀ ਸਿੱਖ ਲੋ, ਸ਼ੇਰ ਸੁਣਨਾ ਜ਼ਿੰਦਗੀ ਹੈ, ਸ਼ਾਇਰ ਕਹਾਉਣਾ ਮੌਤ ਹੈ। ਆਪ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।